ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਅਮਰ ਸਿੰਘ ਦੀ ਪਿਆਰ ਭਰੀ ਫਤਿਹ ਪ੍ਰਵਾਨ ਹੋਵੇ। ਸੋ ਜਿਸ ਤਰ੍ਹਾਂ ਆਪ ਜੀ ਸਾਰੇ ਜਾਣਦੇ ਹੋ, ਹਰ ਵੀਕ ਦੀ ਤਰ੍ਹਾਂ ਪੰਥਕ ਮਸਲੇ ਪ੍ਰੋਗਰਾਮ ਅਸੀਂ ਜਿਹੜਾ ਹੈ ਤੁਹਾਡੇ ਤੱਕ ਲੈ ਕੇ ਆਉਂਦੇ ਹਾਂ। ਸੋ ਅੱਜ ਹਰ ਹਫ਼ਤੇ ਦੀ ਤਰ੍ਹਾਂ ਸਾਡੇ ਨਾਲ ਮਹਿਮਾਨ ਜੁੜੇ ਹੋਏ ਆ ਭਾਈ ਪ੍ਰਦੀਪ ਸਿੰਘ ਜੀ। ਭਾਈ ਪ੍ਰਦੀਪ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਕਾ ਜੀ ਕੀ ਫਤਿਹ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਭਾਈ ਪ੍ਰਦੀਪ ਸਿੰਘ ਜੀ, ਪਿਛਲੇ ਕੁਝ ਹਫ਼ਤਿਆਂ ਵਿੱਚ ਬਹੁਤ ਕੁਝ ਪੰਥ ਦੇ ਵਿੱਚ ਹੋਇਆ ਤੇ ਇੱਕ ਜਿਹੜਾ ਸਰਗਰਮ ਮਸਲਾ ਇਸ ਵੇਲੇ ਪੰਥ ਦੇ ਵਿੱਚ ਚੱਲ ਰਿਹਾ ਉਹ ਆ ਜੀ ਇੱਕ ਅਕਾਲੀ ਆਗੂ ਜਿਹੜਾ ਕਿ ਬਹੁਤ ਸੁਰਖੀਆਂ ਵਿੱਚ ਵੀ ਅੱਗੇ ਰਿਹਾ ਆ ਤੇ ਹੁਣ ਉਹ ਸੁਰਖੀਆਂ ਵਿੱਚ ਫਿਰ ਤੋਂ ਇੱਕ ਨਵੇਂ ਵਿਵਾਦ ਨਾਲ ਆਇਆ ਆ। ਤੇ ਜਿਸ ਤਰ੍ਹਾਂ ਉਹਨੇ ਕੁਝ ਹਰਕਤਾਂ ਕੀਤੀਆਂ ਜਿਸ ਕਰਕੇ ਪੰਥ 'ਚੋਂ ਉਹਨੂੰ ਛੇਕਿਆ ਗਿਆ, ਪਰ ਹੁਣ ਉਹਨੇ ਇੱਕ ਨਵਾਂ ਤਰੀਕਾ ਲੱਭ ਲਿਆ ਜੀ ਆਪਣੀ ਭੁੱਲ ਬਖਸ਼ਾਉਣ ਦਾ, ਤੇ ਉਹਦੇ ਬਾਰੇ ਗੱਲ ਕਰਾਂਗੇ। ਪਹਿਲਾਂ ਭਾਈ ਆਪਣਾ ਜਥੇਦਾਰ ਸੁੱਚਾ ਸਿੰਘ ਲੰਗਾ ਤੇ ਹੁਣ ਜਿਸ ਤਰ੍ਹਾਂ ਕਿ ਅਕਾਲ ਤਖਤ ਸਾਹਿਬ ਤੋਂ ਅਸੀਂ ਸਾਰੇ ਜਾਣਦੇ ਉਹਨਾਂ ਨੂੰ ਤਲਬ ਕਰ ਦਿੱਤਾ ਗਿਆ ਸੀ ਉਹਨਾਂ ਨੂੰ, ਤੇ ਹੁਣ ਉਹਨਾਂ ਨੇ ਪਿੱਛੇ ਦੀ ਕੰਟਰੋਵਰਸੀ ਆਈ ਆ, ਉਹਦੇ ਬਾਰੇ ਪਹਿਲਾਂ ਜਾਣਕਾਰੀ ਦਿਓ ਵੀ ਕੰਟਰੋਵਰਸੀ ਕੀ ਸੀਗੀ ਤੇ ਅਸੀਂ ਅਗਲੀ ਗੱਲ ਫਿਰ ਉੱਥੋਂ ਕਰਦੇ ਹਾਂ ਜੀ। ਜੀ ਅਮਰ ਸਿੰਘ ਜੀ, ਸੁੱਚਾ ਸਿੰਘ ਲੰਗਾ ਜਿਹੜਾ ਕਿ ਪਿੱਛੇ ਜੇ ਵਿਵਾਦਤ ਬੱਜਰ ਕ੍ਰੈਤ ਕਰਕੇ ਉਹਦੀ ਵੀਡੀਓ ਸਾਹਮਣੇ ਆਈ ਤੇ ਅਕਾਲ ਤਖਤ ਸਾਹਿਬ ਤੋਂ ਉਹਨੂੰ ਪੰਥ ਚੋਂ ਖਾਰਜ ਕੀਤਾ ਗਿਆ ਸੀ। ਤੇ ਮੌਜੂਦਾ ਸਮੇਂ ਦੇ ਵਿੱਚ ਜਦੋਂ ਆਪਾਂ ਦੇਖਿਆ ਕੁਝ ਕੁ ਦਿਨਾਂ ਤੋਂ ਪਹਿਲੋਂ ਇੱਕ ਅੰਮ੍ਰਿਤ ਸੰਚਾਰ ਜੋ ਹੋਇਆ ਉਹਦੇ ਵਿੱਚ ਉਹਦੀ ਸ਼ਮੂਲੀਅਤ ਹੋਈ ਤੇ ਉਹਨੇ ਪੰਜਾਂ ਪਿਆਰਿਆਂ ਮੋਹਰਿਆਂ ਲੱਗ ਕੇ ਪੰਜਾਂ ਪਿਆਰਿਆਂ ਦੇ ਸਾਹਮਣੇ ਜਾ ਕੇ ਆਪਣੀ ਭੁੱਲ ਨੂੰ ਬਖਸ਼ਾਇਆ ਕਿ ਜੋ ਮਤਲਬ ਅਖਬਾਰਾਂ ਦੀਆਂ ਸੁਰਖੀਆਂ ਦੇ ਵਿੱਚ ਵੀ ਹੈ। ਇਹਦੇ ਸਖਤ ਵਿਰੋਧਤਾ ਜਿਹੜੀ ਪੰਥ ਦੇ ਵਿੱਚ ਪਹਿਲੋਂ ਤੋਂ ਚੱਲੀ ਆ ਰਹੀ ਸੀ, ਦੁਆਰਾ ਫੇਰ ਉਹਦੀ ਵਿਰੋਧਤਾ ਹੋਈ ਹੈ। ਤੇ ਇਹਦੇ ਲਈ ਅਕਾਲ ਤਖਤ ਸਾਹਿਬ ਦੇ ਸਤਿਕਾਰਯੋਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਾਣਾ ਨੂੰ ਦੁਬਾਰਾ ਹੁਕਮਨਾਮਾ ਜਾਰੀ ਕਰਨਾ ਪਿਆ ਤੇ ਜਿਹੜੇ ਇਸ ਸੰਬੰਧ ਦੇ ਵਿੱਚ ਜੋ ਵੀ ਸਿੱਖ ਨੇ ਉਹਨਾਂ ਨੂੰ ਅਕਾਲ ਤਖਤ ਸਾਹਿਬ ਤੇ ਬੁਲਾ ਕੇ ਉਹਨਾਂ ਨੂੰ ਸਪਸ਼ਟੀਕਰਨ ਦੇਣ ਲਈ ਕਿਹਾ ਗਿਆ ਸੀ। ਸੋ ਇਸ ਤਰੀਕੇ ਨਾਲ ਇਹ ਜਿਹੜਾ ਮਸਲਾ ਸੀ ਉਹ ਸਾਹਮਣੇ ਆਇਆ ਜੀ। ਤੇ ਪ੍ਰਦੀਪ ਸਿੰਘ ਜੀ, ਇਤਿਹਾਸਕ ਸਰੋਤ ਤੋਂ ਆਪਾਂ ਕੀ ਸਾਨੂੰ ਕੋਈ ਸਰੋਤ ਮਿਲਦੇ ਆ ਇਤਿਹਾਸ ਦੇ ਵਿੱਚ ਕੀ ਇਹ ਗੱਲ ਠੀਕ ਨਹੀਂ ਵੀ ਜੇ ਸਿੱਖ ਕੋਈ ਕਰਾਇਤ ਕਰ ਦਿੰਦਾ ਹੈ ਤੇ ਪੰਜਾਂ ਪਿਆਰਿਆਂ ਅੱਗੇ ਜਾ ਕੇ ਹਾਜ਼ਰ ਹੋ ਕੇ ਉਹ ਭੁੱਲ ਬਖਸ਼ਾਉਂਦਾ ਹੈ, ਕੀ ਇਹ ਗੱਲ ਸਹੀ ਹੈ ਕਿ ਗਲਤ ਹੈ ਜੀ ਇਤਿਹਾਸ ਦੀ ਚਾਨਣ ਦੇ ਵਿੱਚ? ਇਹਦੇ ਵਿੱਚ ਦੋ ਗੱਲ ਹੈ ਜੀ। ਬਿਲਕੁਲ ਜਦੋਂ ਆਪਾਂ ਇਤਿਹਾਸ ਦੀ ਨਿਗਾਹ ਮਾਰਦੇ ਇਤਿਹਾਸ 'ਚ ਕਈ ਆਪਾਂ ਨੂੰ ਐਗਜ਼ਾਮਪਲਾਂ ਮਿਲਦੀਆਂ ਨੇ, ਪਰ ਬਾਸ਼ਰਤ ਪੰਜਾ ਸਿੰਘ ਤਾਂ ਮਾਫ਼ ਕਰ ਸਕਦੇ ਆ ਜੇ ਪੰਥਕ ਮਸਲਾ ਨਾ ਹੋਵੇ। ਜਦੋਂ ਕੋਈ ਪੰਥ ਦੇ ਵਿੱਚੋਂ ਖਾਰਜ ਕਰ ਦਿੱਤਾ ਜਾਂਦਾ ਹੈ ਤਾਂ ਉਹ ਜੇ ਪੰਥ ਦੇ ਮੂਹਰੇ ਪੇਸ਼ ਹੋਵੇ ਤੇ ਪੰਥ ਉੱਥੇ ਬਹਿ ਕੇ ਪੰਜ ਪਿਆਰੇ ਚੁਣੇ, ਪੰਜਾਂ ਸਿੰਘਾਂ ਨੂੰ ਚੁਣੇ, ਕਿਹੜੇ ਸਿੰਘਾਂ ਨੇ ਉਹਨੂੰ ਉਹਦੀ ਸਜ਼ਾ ਲਾਉਣੀ ਹੈ ਜਾਂ ਕਿਹੜੇ ਸਿੰਘਾਂ ਕੋਲ ਉਹਨੇ ਦਰਖਾਸਤ ਦੇਣੀ ਹੈ। ਇਹ ਨਹੀਂ ਕਿ ਉਹ ਆਪਣੀ ਮਰਜ਼ੀ ਨਾਲ ਜਿੱਥੇ ਕਿਤੇ ਜਾ ਕੇ ਪੰਜਾਂ ਸਿੰਘਾਂ ਨੂੰ ਇਕੱਠੇ ਕਰੇ ਤੇ ਉਹਦੇ ਮੂਹਰੇ ਪੇਸ਼ ਹੋ ਜੇ। ਮੁੜ ਕੇ ਉਹ ਪੰਥ 'ਚ ਇਹੋ ਜਿਹੀ ਕੋਈ ਵੀ ਰਵਾਇਤ ਪੰਥ ਦੇ ਵਿੱਚ ਨਹੀਂ। ਪੰਥ ਦੇ ਵਿੱਚ ਪਹਿਲੋਂ ਵੀ ਤੇ ਹੁਣ ਵੀ, ਮੌਜੂਦਾ ਸਮੇਂ 'ਚ ਵੀ, ਉਸ ਤੋਂ ਪਹਿਲੋਂ ਵੀ, ਪੁਰਾਤਨ ਸਮੇਂ ਦੇ ਵਿੱਚ ਵੀ ਵੱਖੋ ਵੱਖਰੇ ਸਮੇਂ ਦੇ ਵਿੱਚ ਕਈ ਇਤਿਹਾਸਕ ਘਟਨਾਵਾਂ ਸਾਡੇ ਮੂਹਰੇ ਆਉਂਦੀਆਂ ਜਿਹਦੇ ਵਿੱਚ ਗੁਰੂ ਸਾਹਿਬਾਨਾਂ ਤੋਂ ਬਾਅਦ ਸਿੱਖ ਰਾਜ ਦੇ ਸਮੇਂ ਤੱਕ, ਜਿਵੇਂ ਅਕਾਲੀ ਫੂਲਾ ਸਿੰਘ ਹੁਣਾਂ ਦੇ ਸਮੇਂ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੂੰ ਬੁਲਾਇਆ ਗਿਆ ਤੇ ਜੋ ਮਹਾਰਾਜਾ ਰਣਜੀਤ ਸਿੰਘ ਹੁਣੀ ਆਪਣੇ ਦਰਬਾਰ 'ਚ ਪੰਜ ਸਿੰਘ ਬਹੁਤ ਹੋਣਗੇ ਸਿੰਘ ਉਹਨਾਂ ਦੇ ਦਰਬਾਰ 'ਚ ਸਾਰੇ ਸਿੰਘਾਂ ਦਾ ਦਰਬਾਰ ਸੀ ਤੇ ਉੱਥੋਂ ਪੰਜ ਸਿੰਘ ਇਕੱਠੇ ਕਰਕੇ ਤੇ ਉਹਨਾਂ ਕੋਲ ਅਰਦਾਸ ਕਰਾ ਲੈਂਦਾ ਤੇ ਅਕਾਲੀ ਜੀ ਨੂੰ ਸੁਨੇਹਾ ਭੇਜ ਦਿੰਦਾ, ਮੈਂ ਇਹ ਅਰਦਾਸ ਕਰਾ ਲਈ ਹੈ ਜੀ, ਮੈਂ ਹੁਣ ਮੁਕਤ ਹਾਂ। ਪਰ ਐਸਾ ਨਹੀਂ, ਉਹ ਬੇੜੀਆਂ ਲਾ ਕੇ ਉਹਨਾਂ ਨੂੰ ਅਕਾਲ ਤਖਤ ਸਾਹਿਬ ਦੇ ਸਾਹਮਣੇ ਲਿਆਂਦਾ ਗਿਆ ਤੇ ਉਹ ਜਿਹੜੀ ਬੇੜੀ ਆ ਉਹਦੇ ਨਾਲ ਬੰਨਿਆ ਗਿਆ। ਸੋ ਇਹੋ ਜਿਹੇ ਸਰੋਤ ਸਾਡੇ ਇਤਿਹਾਸ ਵਿੱਚੋਂ ਮਿਲਦੇ ਆ। ਜਦੋਂ ਪੰਥ ਦਾ ਫੈਸਲਾ ਹੋਵੇ, ਪੰਥ ਨੇ ਕਿਸੇ ਨਾ ਕਿਸੇ ਦੇ ਹੱਕ ਜਾਂ ਵਿਰੋਧ 'ਚ ਫੈਸਲਾ ਕੀਤਾ ਹੋਵੇ ਤਾਂ ਉਹਨੂੰ ਪੰਥ ਮੂਹਰੇ ਪੇਸ਼ ਹੋਣਾ ਪੈਂਦਾ। ਔਰ ਪੰਥ ਦੀ ਸਰਵੋਤਮ ਸ਼ਕਤੀ ਅਕਾਲ ਤਖਤ ਸਾਹਿਬ ਹੈ। ਅਕਾਲ ਤਖਤ ਸਾਹਿਬ ਆ ਕੇ ਉਹਨੂੰ ਪੇਸ਼ ਹੋਣਾ ਚਾਹੀਦਾ ਹੈ। ਜੇ ਕੋਈ ਉਹਦੇ ਮਨ 'ਚ ਕੋਈ ਹੈ, ਵੈਸੇ ਤੇ ਨਹੀਂ ਲੱਗਦਾ ਕੋਈ ਰਾਜਨੀਤਿਕ ਬੰਦੇ ਜਿਹੜੇ ਹੁੰਦੇ ਆ ਉਹਨਾਂ ਦੇ ਮਨ ਦੇ ਵਿੱਚ ਇਸ ਪ੍ਰਥਾ ਹੈ, ਕਿਉਂਕਿ ਇਹ ਤੇ ਜਿਹੋ ਜਿਹੀ ਉਹ ਹਰਕਤ ਹੈ ਸ਼ਰਮ ਨਾਲ ਹੀ ਉਹ ਬੰਦਾ ਘਰੋਂ ਨਹੀਂ ਨਿਕਲਦਾ ਜੇ ਇਹੋ ਜਿਹਾ ਕੋਈ ਇੱਜ਼ਤ ਅਣਖ ਵਾਲੇ ਬੰਦੇ ਨਾਲ ਗੱਲ ਹੋਈ ਹੋਵੇ। ਪਰ ਫਿਰ ਵੀ ਇਹਨਾਂ ਰਾਜਨੀਤਿਕ ਬੰਦਿਆਂ ਦੀ ਤੁਹਾਨੂੰ ਪਤਾ ਹੈ ਇਹ ਬਹੁਤੀ ਕੋਈ ਇਹਨਾਂ ਨੂੰ ਨਹੀਂ ਹੁੰਦੀ ਸ਼ਰਮ ਵਗੈਰਾ, ਪਰ ਉਹ ਜੇ ਫਿਰ ਵੀ ਕੋਈ ਮਨ ਦੇ ਵਿੱਚ ਹਿਆ ਹੈ ਜਾਂ ਸ਼ਰਮ ਹੈ ਤਾਂ ਅਕਾਲ ਤਖਤ ਸਾਹਿਬ ਦੇ ਸਾਹਮਣੇ ਆ ਕੇ ਪੇਸ਼ ਹੋਣਾ ਚਾਹੀਦਾ। ਉੱਥੇ ਪੰਥ ਫੈਸਲਾ ਕਰੇ। ਔਰ ਖਾਸ ਕਰਕੇ ਕਿਤੇ ਵੱਡੇ ਸਮਾਗਮਾਂ ਦੇ ਵਿੱਚ ਜੋ ਪੁਰਾਣੇ ਸਾਡੇ ਸਰੋਤ ਮਿਲਦੇ ਨੇ ਉਦੋਂ ਫੈਸਲੇ ਵੱਡੇ ਇਕੱਠ 'ਚ ਲਏ ਜਾਂਦੇ ਸੀ, ਜਿਵੇਂ ਵਿਸਾਖੀ ਜਾਂ ਦੀਵਾਲੀ ਤੇ ਜਿੱਥੋਂ ਸਾਰਾ ਹੀ ਪੰਥ ਇਕੱਠਾ ਹੋਵੇ ਉੱਥੇ ਫੈਸਲਾ ਲਿਆ ਜਾਂਦਾ ਸੀ। ਇਹੋ ਜਿਹੇ ਸਮੇਂ ਤੇ ਜਾਂ ਜਥੇਦਾਰਾਂ ਵੱਲੋਂ ਵੀ ਉਸੇ ਸਮੇਂ 'ਚ ਸਾਰਾ ਪੰਥ ਇਕੱਠਾ ਹੋਵੇਗਾ, ਫਿਰ ਤੈਨੂੰ ਵੇਖਾਂਗੇ ਤੇਰੇ ਨਾਲ ਕੀ ਕਰਨਾ ਜਾਂ ਕੀ ਨਹੀਂ। ਇਹ ਨਹੀਂ ਕਿ ਕਿਤੇ ਵੀ ਕਿਤੇ ਪੰਜਾਂ ਸਿੰਘਾਂ ਨੂੰ, ਉਹ ਜਿਹੜੇ ਸਿੰਘਾਂ ਨੇ ਖੈਰ
ਉਹਨਾਂ ਦੀ ਅਸੀਂ ਕੋਈ ਸਵਾਲ ਨਹੀਂ ਕਰ ਸਕਦੇ ਪੰਜਾਂ ਸਿੰਘਾਂ ਦੇ ਵੀ ਕੀ ਉੱਥੇ ਭਾਣਾ ਵਰਤਿਆ, ਜਾਂ ਉਹਦੇ ਬਾਰੇ ਕਈ ਟਿੱਪਣੀਆਂ ਅਸੀਂ ਸੋਸ਼ਲ ਮੀਡੀਆ ਤੇ ਪੜ੍ਹਦੇ ਹਾਂ, ਜਾਂ ਕਿਉਂ ਉਹਨਾਂ ਨੂੰ ਲੈ ਕੇ ਆਇਆ, ਕਿਸ ਤਰੀਕੇ ਨਾਲ ਇਹ ਸਾਰਾ ਕੁਝ ਫਰਮਾਇਆ ਗਿਆ। ਪਰ ਉਹਦੇ ਲਈ ਹਾਲੇ ਤੱਕ ਕੋਈ ਠੋਸ ਜਿਹੜਾ ਸਬੂਤ ਹੈ ਸੰਗਤ ਮੂਹਰੇ ਨਹੀਂ ਆਇਆ। ਸਮਾਂ ਉਹਦੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਜੀ ਨੇ ਵੀ ਕਿਹਾ ਕਿ ਛੇਤੀ ਜਿਹੜੇ ਇਹਦੇ ਵਿੱਚ ਇਨਵੋਲਵ ਹੈ ਉਹਨਾਂ ਨੂੰ ਵੀ ਸੱਦਿਆ ਜਾਵੇਗਾ ਅਕਾਲ ਤਖਤ ਸਾਹਿਬ ਤੇ ਇਹ ਕੀ ਸ਼ਰਾਰਤ ਹੈ ਜਾਂ ਕੀ ਖੇਡ ਹੈ ਇਹਦੇ ਬਾਰੇ ਛੇਤੀ ਸੰਗਤਾਂ ਨੂੰ ਜਾਣੂ ਕਰਾਇਆ ਜਾਵੇਗਾ। ਸੋ ਅਸੀਂ ਆਸ ਕਰਦੇ ਹਾਂ ਜੋ ਪੰਥਕ ਰਵਾਇਤਾਂ ਨੇ, ਸੋ ਇਹੋ ਜਿਹੇ ਲੋਕ ਹੁੰਦੇ ਨੇ ਜਿਹੜੇ ਸਾਰੀ ਜ਼ਿੰਦਗੀ ਗੁਰੂ ਪੰਥ ਦੀਆਂ ਮਰਿਆਦਾਵਾਂ ਨਾਲ ਖੇਡਦੇ ਰਹਿੰਦੇ ਆ। ਔਰ ਪਿਛਲੇ ਸਮੇਂ ਤੋਂ ਆਪਾਂ ਦੇਖਦੇ ਆਏ ਹਾਂ ਇਹ ਕੁਛ ਕੁ ਰੁਝਾਨ ਬਹੁਤ ਜ਼ਿਆਦਾ ਵੱਧ ਗਿਆ ਇਸ ਤਰੀਕੇ ਦੇ ਨਾਲ, ਜਿਹੜੀਆਂ ਪੰਥਕ ਰਵਾਇਤਾਂ ਨੂੰ ਛਿੱਕੇ ਤੇ ਟੰਗ ਕੇ ਲੋਕ ਪਹਿਲੋਂ ਇਯਾਸ਼ੀਆਂ ਕਰਦੇ ਨੇ ਤੇ ਮੁੜ ਕੇ ਫੇਰ ਦੁਬਾਰਾ ਇਹ ਕੇਵਲ ਤੇ ਕੇਵਲ ਵੋਟਾਂ ਲਈ ਜਾਂ ਆਪਣੀ ਰਾਜਨੀਤੀ ਨੂੰ ਚਮਕਾਉਣ ਲਈ ਪੰਥ ਨੂੰ ਵਰਤਿਆ ਜਾਂਦਾ ਹੈ। ਵੈਸੇ ਉਹ ਪੰਜਾਂ ਪਿਆਰਿਆਂ ਦੀ ਕੀ ਸੰਕਲਪ ਹੈ, ਅਕਾਲ ਤਖਤ ਸਾਹਿਬ ਦਾ ਕੀ ਸੰਕਲਪ ਹੈ, ਇਹਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਕੋਈ ਉਹਨੇ ਸੋਚਿਆ ਹੋਵੇਗਾ ਇਸ ਤਰ੍ਹਾਂ। ਪਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਬਹੁਤ ਹੀ ਵਧੀਆ ਤਰੀਕੇ ਨਾਲ, ਸੁਚੱਜੇ ਢੰਗ ਤਰੀਕੇ ਨਾਲ ਇਸ ਕੇਸ ਨੂੰ ਹੈਂਡਲ ਕੀਤਾ ਜੀ। ਬੜੀ ਪ੍ਰਦੀਪ ਸਿੰਘ ਜੀ, ਇਹ ਨਾ ਇੱਕ ਏਦਾਂ ਦੀ ਖਬਰਾਂ ਆਉਣੀਆਂ ਜੀ, ਕੁਛ ਨਾ ਮਨ ਦੇ ਵਿੱਚ ਉਦਾਸੀ ਜ਼ਰੂਰ ਆਉਂਦੀ ਹੈ ਵੀ ਕਿਹੜੇ ਪਾਸੇ ਨੂੰ ਅਸੀਂ ਪੰਥਕ ਲੀਡਰ ਜਿਹੜੀ ਸਾਡੀ ਲੀਡਰਸ਼ਿਪ ਤੁਰ ਪਈ ਹੈ ਜੀ। ਪੰਥਕ ਲੀਡਰ ਅੰਮ੍ਰਿਤ ਛਕ ਕੇ ਅੰਮ੍ਰਿਤ ਭੰਗ ਕਰ ਦਿੰਦੇ ਆ ਜੀ, ਅੰਮ੍ਰਿਤ ਛੱਡ ਦਿੰਦੇ ਆ। ਤੇ ਜੇ ਏਦਾਂ ਦੇ ਬੰਦੇ ਸਾਰੇ ਪੰਥ ਦੀ ਰਹਿਨਮਾਈ ਕਰਨ ਲੱਗੇ ਜਿਹਨੂੰ ਪੰਥ ਦੀ ਰੀਤਾਂ ਰਵਾਇਤਾਂ ਦਾ ਕੁਛ ਨਹੀਂ ਪਤਾ, ਤੇ ਮਾੜੇ ਪੰਥ ਨੂੰ ਸੇਧ ਕੀ ਦੇਣਗੇ। ਇਹਦਾ ਜਿਹੜਾ ਫੈਸਲਾ ਹੈ ਸੰਗਤ ਦੇ ਹੱਥ ਵਿੱਚ ਹੈ ਕਿ ਕੋਈ ਵੋਟਾਂ ਪਾਉਂਦੇ ਆ ਜੀ। ਅਸੀਂ ਇਹਨਾਂ ਦਾ ਕਸੂਰ ਘੱਟ ਤੇ ਸੰਗਤ ਦਾ ਕਸੂਰ, ਮੈਂ ਕਹਿੰਦਾ ਜੋ ਸੰਗਤ ਮਾੜ ਦਾ ਸਰੂਪ ਆ, ਪਰ ਸੰਗਤ ਜਦੋਂ ਵੋਟ ਪਾਉਣ ਤੇ ਆਵੇ ਫਿਰ ਸੰਗਤ ਨੂੰ ਥੋੜਾ ਵਿਚਾਰਨਾ ਚਾਹੀਦਾ ਵੀ ਤੁਸੀਂ ਗੁਰੂ ਸਾਹਿਬ ਦਾ ਸਰੂਪ ਕਰਕੇ ਸਹੀ ਬੰਦੇ ਦੀ ਚੋਣ ਪਾਣੀ ਆ। ਜੇ ਤੁਸੀਂ ਵੋਟਾਂ ਹੀ ਆਪਣੀਆਂ ਵੇਚ ਦੇਣੀਆਂ ਆ ਤੇ ਨਾ ਫਿਰ ਤੁਹਾਡਾ ਪੰਥ ਦੇ ਪ੍ਰਤੀ ਕੋਈ ਤੁਹਾਡਾ ਮੈਂ ਸਮਝਦਾ ਜ਼ਿੰਮੇਵਾਰੀ ਆ, ਤੇ ਨਾ ਹੀ ਤੁਹਾਡੀ ਆਪਣੇ ਪ੍ਰਤੀ ਕੋਈ ਜ਼ਿੰਮੇਵਾਰੀ ਹੈ ਜਾਂ ਆਪਣੇ ਬੱਚਿਆਂ ਲਈ ਕੋਈ ਜ਼ਿੰਮੇਵਾਰੀ ਹੈ। ਜੇ ਤੁਸੀਂ ਕੁਛ ਨਸ਼ਿਆਂ ਖਾਤਰ ਜਾਂ ਥੋੜੇ ਬਹੁਤ ਫੇਵਰੇਟਿਜ਼ਮ ਜਿਹਨੂੰ ਆਪਾਂ ਕਹਿੰਦੇ ਨੈਪੋਟਿਜ਼ਮ, ਉਹਦੇ ਕਰਕੇ ਤੁਸੀਂ ਆਪਣੀ ਜਿਹੜੀਆਂ ਆ ਵੋਟਾਂ ਵੇਚ ਦਿੰਦੇ ਆ, ਤੇ ਇਹਦਾ ਕੋਈ ਸਿਆਣਪ ਵਾਲੀ ਗੱਲ ਨਹੀਂ। ਤੇ ਉਹੀ ਆਪਾਂ ਦੇਖਦੇ ਹਾਂ ਪੰਜਾਬ ਉੱਥੇ ਦਾ ਉੱਥੇ ਖੜਾ ਆ, ਭਾਵੇਂ ਥੱਲੇ ਪਾਸੇ ਚੱਲ ਪਿਆ। ਇੱਧਰ ਦੀ ਗੱਲ ਕਰੀਏ, ਪੰਜਾਬ ਤੋਂ ਬਾਹਰ ਨਿਕਲੀਏ ਤੇ ਇੱਕ ਬਹੁਤ ਹੀ ਵੱਡੀ ਹਿੰਦੁਸਤਾਨ ਵਿੱਚ ਇਸ ਵੇਲੇ ਘਟਨਾ ਵਾਪਰੀ ਹੈ, ਉਹ ਜੀ ਆ ਰਾਮ ਮੰਦਿਰ ਦਾ ਜਿਹੜਾ ਇਸ਼ੂ ਛਿੜਿਆ ਆ। ਤੇ ਇਹਦੇ ਬਾਰੇ ਆਪਾਂ ਹੋਰ ਗੱਲਬਾਤ ਕਰਨ ਤੋਂ ਪਹਿਲਾਂ ਸਾਡੇ ਕੋਲ ਵਿਸ਼ੇਸ਼ ਤੌਰ ਤੇ ਸਾਡੇ ਕੋਲ ਗੈਸਟ ਵੀ ਆਏ ਆ, ਤੇ ਉਹਨਾਂ ਦਾ ਵੀ ਆਪਾਂ ਸੰਗਤਾਂ ਦੇ ਉਹਨਾਂ ਦੇ ਦਰਸ਼ਨ ਕਰਾ ਦਈਏ। ਤੇ ਨਾਂ ਆ ਉਹਨਾਂ ਦਾ ਭਾਈ ਭੁਪਿੰਦਰ ਸਿੰਘ ਜੀ ਸਾਧੂ ਕਰਕੇ, ਜਿਹੜੇ ਤਖਤ ਸ੍ਰੀ ਪਟਨਾ ਸਾਹਿਬ ਦੇ ਵਿੱਚ ਬੜੇ ਚਿਰ ਤੇ ਸਰਗਰਮ ਰਹੇ ਆ ਤੇ ਉੱਥੇ ਦੀ ਕਮੇਟੀ ਵਿੱਚ ਵੀ ਇਹ ਸ਼ਾਮਲ ਰਹੇ ਆ। ਤੇ ਬਾਕੀ ਭਾਈ ਪ੍ਰਦੀਪ ਸਿੰਘ ਜੀ ਤੁਸੀਂ ਹੋਰ ਚਾਨਣਾ ਪਾਓ ਜੀ ਇਹਨਾਂ ਦੇ ਬਾਰੇ ਤੇ ਨਾਲ ਇਹਨਾਂ ਨੂੰ ਇੰਟਰੋਡਿਊਸ ਕਰਾਓ ਤੁਸੀਂ ਜੀ। ਸਰਦਾਰ ਭੁਪਿੰਦਰ ਸਿੰਘ ਜੀ ਸਾਧੂ ਜਿਨ੍ਹਾਂ ਦੀ ਕਾਫੀ ਪੰਥਕ ਸੇਵਾਵਾਂ ਨੇ ਜੀ। ਜਦੋਂ ਆਪਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਇਤਿਹਾਸ ਵਿੱਚ ਜਾਂਦੇ ਹਾਂ ਤੇ ਪਟਨਾ ਸਾਹਿਬ ਦੇ ਵਿੱਚ ਕਾਫੀ ਪੰਥਕ ਸਰਗਰਮੀਆਂ ਲਈ ਇਹ ਕਾਫੀ ਜਾਣੇ ਜਾਂਦੇ ਨੇ। ਔਰ ਉਸ ਤੋਂ ਬਾਅਦ ਜਦੋਂ ਦਸਮ ਗ੍ਰੰਥ ਟੀਕਾ ਜਾਂ ਉਹਦੀ ਛਪਾਈ ਦੀ ਸੇਵਾ ਹਜੂਰ ਸਾਹਿਬ ਵੱਲੋਂ ਲੱਗੀ ਹੈ, ਉਹਨਾਂ ਲਈ ਵੀ ਇਹ ਖਾਸ ਇਹਨਾਂ ਨੇ ਸੇਵਾਵਾਂ ਦਿੱਤੀਆਂ। ਬਾਬਾ ਦਇਆ ਸਿੰਘ ਜੀ ਸੁਰ ਸਿੰਘ ਵਾਲੇ ਮਹਾਂਪੁਰਸ਼ ਔਰ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ ਹੋਣਾ ਵੱਲੋਂ ਉਚੇਚੇ ਤੌਰ ਤੇ ਇਹਨਾਂ ਦੀਆਂ ਸੇਵਾਵਾਂ ਲਈਆਂ ਗਈਆਂ। ਔਰ ਇੱਥੇ ਅੱਜ ਕੱਲ੍ਹ ਕਾਫੀ ਸਮੇਂ ਤੋਂ ਇੱਥੇ ਸਾਡੇ ਕੋਲ ਇੱਥੇ ਰਹਿ ਰਹੇ ਨੇ ਕੈਨੇਡਾ ਦੇ ਵਿੱਚ, ਕੈਲਗਰੀ ਜੀ। ਔਰ ਇੱਥੇ ਕੈਲਗਰੀ ਦੇ ਵਿੱਚ ਵੀ ਇਹਨਾਂ ਨੇ ਸੇਵਾਵਾਂ ਆਪਣੀਆਂ ਇਸੇ ਤਰ੍ਹਾਂ ਜਾਰੀ ਰੱਖੀਆਂ ਨੇ। ਔਰ ਪਹਿਲੇ ਮੋਟਰਸਾਈਕਲ ਸਵਾਰ ਨੇ ਕੈਲਗਰੀ ਦੇ ਉਸ ਸੂਬੇ ਦੇ, ਤੇ ਹਾਂਜੀ, ਤੇ ਉਹ ਸਾਰੇ ਦਸਤਾਰ ਦੀ ਇਹਨਾਂ ਨੇ ਲੜਾਈ ਲੜੀ ਹੈ ਤੇ ਮੋਟਰਸਾਈਕਲ ਤੇ ਸਿੰਘਾਂ ਨੂੰ ਜਿਹੜੇ ਹੱਕ ਲੈ ਕੇ ਦਿੱਤੇ ਨੇ, ਹੁਣ ਦਸਤਾਰ ਬੰਨ ਕੇ ਮੋਟਰਸਾਈਕਲ ਚਲਾ ਸਕਦੇ ਆ। ਸੋ ਇਸ ਤਰੀਕੇ ਦੇ ਨਾਲ ਯਾਨੀ ਜੀ ਹੁਣ ਵੀ ਇੱਥੇ ਸੇਵਾਵਾਂ ਆਪਣੀਆਂ ਦੇ ਰਹੇ ਨੇ। ਸੋ ਆਪਾਂ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ, ਫਤਿਹ ਬੁਲਾਉਂਦੇ ਜੀ। ਵਾਹਿਗੁਰੂ ਜੀ ਕਾ ਖਾਲਸਾ। ਸੋ ਅੱਜ ਆਪਾਂ ਗੱਲ ਕਰਾਂਗੇ ਜਿਹੜੀ ਮੁੱਦੇ ਤੇ ਸਰਦਾਰ ਭੁਪਿੰਦਰ ਸਿੰਘ ਜੀ ਖਾਸ ਮੁੱਦੇ ਤੇ ਆਪ ਜੀ ਨਾਲ ਤੁਹਾਨੂੰ ਸੱਦਿਆ ਹੈ, ਕਿਉਂਕਿ ਜਿਹੜਾ ਰਾਮ ਮੰਦਿਰ ਦਾ ਮੁੱਦਾ ਤੇ ਇੱਕ ਹਿੰਦੁਸਤਾਨ ਦੇ ਵਿੱਚ ਬਹੁਤ ਸਰਗਰਮ ਰਿਹਾ ਹੈ ਤਕਰੀਬਨ 1980, 84, 85 ਤੋਂ ਬਾਅਦ। ਪਰ ਜੋ ਸਿੱਖ ਪੰਥਕ ਦੇ ਵਿੱਚ ਅੱਜ ਜੋ ਸਰਗਰਮੀਆਂ ਚੱਲ ਰਹੀਆਂ ਨੇ ਉਹ ਇਹ ਹੈ ਕਿ ਉਹਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਇੱਕ ਜਥੇਦਾਰ ਜਿਹੜਾ ਹੁਣ ਇਸ ਟਾਈਮ ਸਾਬਕਾ ਜਥੇਦਾਰ ਕਹਿੰਦੇ ਆ ਇਕਬਾਲ ਸਿੰਘ, ਜਿਹੜਾ ਕਿ
ਅਕਸਰ ਹੀ ਆਪਣੀਆਂ ਪੁਰਾਣੀਆਂ ਕੰਟਰੋਵਰਸੀਆਂ ਕਰਕੇ ਜਾਣਿਆ ਜਾਂਦਾ ਹੈ। ਤੇ ਅੱਜ ਇੱਕ ਹੋਰ ਬੜੀ ਵੱਡੀ ਕੰਟਰੋਵਰਸੀ ਉਹਦੇ ਨਾਲ ਜੁੜਦੀ ਹੈ ਕਿ ਉਹਨੇ ਜਿੱਥੇ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸੋਹਣਾ ਨੇ ਔਰ ਹੋਰ ਪੰਥਕ ਜਿੰਨੇ ਵੀ ਜਥੇਬੰਦੀਆਂ ਨੇ, ਉਹਨਾਂ ਨੇ ਇਸ ਚੀਜ਼ ਦਾ ਉੱਥੇ ਜਾਣ ਦਾ, ਕਿਉਂਕਿ ਇਨਵੀਟੇਸ਼ਨ ਵੱਡੇ ਲੈਵਲ ਤੇ ਸਾਰਿਆਂ ਨੂੰ ਆਇਆ, ਪਰ ਸਭ ਨੇ ਸੰਕੋਚ ਕੀਤਾ ਉੱਥੇ ਜਾਣ ਤੋਂ। ਔਰ ਖਾਸ ਕਰਕੇ ਜਥੇਦਾਰ ਸਾਹਿਬ ਨੂੰ ਇਹ ਕਹੀ ਵੀ ਗਈ ਹੈ ਗੱਲ ਕਿ ਉੱਥੇ ਜਾਣ ਤੋਂ ਸਿੱਖ ਸੰਗਤਾਂ ਸੰਕੋਚ ਕਰਨ, ਪਰ ਉਹ ਉੱਥੇ ਉਚੇਚੇ ਤੌਰ ਤੇ ਪਹੁੰਚਿਆ। ਔਰ ਉੱਥੇ ਜਿਹੜੀ ਸਟੇਟਮੈਂਟ ਦਿੱਤੀ ਹੈ ਉਹ ਤੁਸੀਂ ਆਪ ਜੀ ਨੇ ਵੀ ਸੁਣੀ ਹੈ, ਸੋ ਉਹਦੇ ਬਾਰੇ ਅਸੀਂ ਜ਼ਰੂਰ ਤੁਹਾਡੇ ਨਾਲ ਗੱਲ ਕਰਾਂਗੇ। ਆਪ ਜੀ ਕਿਸ ਤਰੀਕੇ ਨਾਲ ਇਸ ਚੀਜ਼ ਨੂੰ ਦੇਖਦੇ ਹੋ ਜੀ? ਮੈਂ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ, ਤੁਸੀਂ ਮੈਨੂੰ ਸਮਾਂ ਦਿੱਤਾ ਹੈ ਆਪਣੀ ਗੱਲ ਰੱਖਣ ਦਾ। ਮੈਂ ਸ਼ੁਰੂਆਤ ਥੋੜ੍ਹੀ ਇਸ ਗੱਲ 'ਤੇ ਕਰਾਂਗਾ ਕਿ ਵੀ ਜੋ ਆਪ ਜੀ ਨੇ ਪਹਿਲਾਂ ਤਾਂ ਜੋ ਮੇਰੇ ਬਾਰੇ ਗੱਲ ਕੀਤੀ ਹੈ ਉਹਦੇ ਬਾਰੇ ਮੈਂ ਕਲੀਅਰ ਕਰ ਦਿਆਂ ਸੰਗਤਾਂ ਨੂੰ। ਮੈਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ੁਰੂਆਤ ਜਿਹੜੀ ਹੈ ਮੇਰੀ ਐਜ਼ ਅ ਸੇਵਾਦਾਰ ਉਹਦੇ ਵਿੱਚ ਹੋਈ, ਔਰ ਉੱਥੋਂ ਦੀ ਮੈਂ ਜਿਹਨੂੰ ਬਾਦਲ ਧੜਾ ਕਹਿ ਲੈਂਦੇ ਹੁਣ, ਕਿਉਂਕਿ ਅਕਾਲੀ ਦਲ ਬਥੇਰੇ ਹੋ ਗਏ, ਹੁਣ ਦੱਸਣਾ ਵੀ ਪੈਂਦਾ ਵੀ ਕਿਹੜਾ ਧੜਾ ਤੇ ਕਿਹੜਾ ਨਹੀਂ। ਮੈਂ ਬਾਦਲ ਧੜੇ ਹੀ ਤਕਰੀਬਨ 14-15 ਸਾਲ ਬਿਤਾਏ ਹੈ, ਔਰ ਉਹਦੇ ਵਿੱਚ ਵੱਖ-ਵੱਖ ਅਹੁਦਿਆਂ 'ਤੇ ਰਿਹਾ। ਜਿਹੜਾ ਅਖੀਰਲਾ ਅਹੁਦਾ ਮੇਰੇ ਕੋਲ ਸੀਗਾ ਉਹ ਸੀਗਾ ਜੀ, ਅਸੀਂ ਇਤਿਹਾਸ ਦੇ ਵਿੱਚ ਕਦੀ ਵੀ ਤੁਹਾਨੂੰ ਧਰਮ ਪ੍ਰਚਾਰ ਕਮੇਟੀਆਂ ਗੁਰਦੁਆਰਿਆਂ ਵਿੱਚ ਤਖਤ ਸਾਹਿਬ ਜਾਂ ਵੱਡੀਆਂ ਕਮੇਟੀਆਂ ਮਿਲੇਗੀ, ਤੁਹਾਨੂੰ ਕਦੀ ਸਿਆਸੀ ਪਾਰਟੀ 'ਚ ਧਰਮ ਪ੍ਰਚਾਰ ਦੀ ਕਮੇਟੀ ਨਹੀਂ ਮਿਲੇਗੀ। ਇਹ ਜਿਸ ਵੇਲੇ ਸਰਦਾਰ ਮਨਜੀਤ ਸਿੰਘ ਜਿਹੜਾ GK ਹੈ, ਇਸ ਨੂੰ ਅਕਾਲੀ ਦਲ ਵੱਲੋਂ ਦਿੱਲੀ ਦੀ ਪ੍ਰਧਾਨਗੀ ਦਿੱਤੀ ਜਾਂਦੀ ਹੈ ਔਰ ਸਿਰਸੇ ਨੂੰ ਯੂਥ ਦੀ ਪ੍ਰਧਾਨਗੀ ਦਿੱਤੀ ਜਾਂਦੀ ਹੈ, ਅਤੇ ਮੈਨੂੰ ਮੇਰੀਆਂ ਸੇਵਾਵਾਂ ਨੂੰ ਵੇਖਦੇ ਹੋਏ ਮੈਨੂੰ ਕੋਈ ਉੱਚਾ ਅਹੁਦਾ ਦੇਣ ਦੀ ਗੱਲ ਕੀਤੀ ਜਾਂਦੀ ਹੈ, ਅਤੇ ਮੈਂ ਮਨਾ ਕਰ ਦਿੰਦਾ ਵੀ ਮੈਨੂੰ ਕੋਈ ਸਿਆਸੀ ਅਹੁਦਾ ਨਹੀਂ ਚਾਹੀਦਾ। ਅਤੇ ਉਸ ਵੇਲੇ ਇਹ ਪਹਿਲੀ ਵਾਰ ਇਤਿਹਾਸ ਦੇ ਵਿੱਚ ਜਿਹੜਾ ਹੈ ਨਾ ਜੀ, ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਦਿੱਲੀ ਦੇ ਵਿੱਚ ਆਪਾਂ ਧਰਮ ਪ੍ਰਚਾਰ ਕਮੇਟੀ ਦੀ ਬਾਡੀ ਫਾਰਮ ਕਰਦੇ ਹਾਂ, ਇੱਕ ਧਰਮ ਪ੍ਰਚਾਰ ਕਮੇਟੀ ਬਣਾਉਂਦੇ ਹਾਂ ਸਿਆਸੀ ਪਾਰਟੀ ਦੇ ਵਿੱਚ, ਔਰ ਉਹਦਾ ਮੁੱਖ ਸੇਵਾਦਾਰ ਜਿਹੜਾ ਹੈ ਉਹ ਮੈਨੂੰ ਥਾਪਿਆ ਜਾਂਦਾ ਹੈ ਅਤੇ ਮੈਨੂੰ ਇਹਨਾਂ ਦਾ ਸਾਥੀ ਬਣਾਇਆ ਜਾਂਦਾ ਹੈ। ਔਰ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਕੁਛ ਉਹਨਾਂ ਦੀਆਂ ਗੱਲਾਂ ਕਰਕੇ, ਨਾਰਾਜ਼ਗੀ ਕਰਕੇ ਉਹਨਾਂ ਤੋਂ ਹਟਦਾ ਵਾਂ, ਔਰ ਫਿਰ ਮੈਂ ਕੁਛ ਸਮੇਂ ਲਈ, ਮਹੀਨੇ ਲਈ ਸਿਰਫ ਸਰਨਾ ਧੜੇ ਵਿੱਚ ਜਾਂਦਾ, ਕਿਉਂਕਿ ਉਹ ਭੁਲੇਖਾ ਪਾਉਂਦੇ ਨੇ ਵੀ ਅਸੀਂ ਕਾਂਗਰਸ ਦੇ ਨਾਲ ਨਹੀਂ ਹਾਂ, ਤੈਨੂੰ ਭੁਲੇਖੇ ਨੇ। ਅਤੇ ਮੈਂ ਕਿਹਾ ਜੇ ਤੁਸੀਂ ਕਾਂਗਰਸ ਦੇ ਨਾਲ ਨਹੀਂ ਹੋ ਤਾਂ ਮੈਂ ਤੁਹਾਨੂੰ ਸੇਵਾਵਾਂ ਆਪਣੀਆਂ ਤੁਹਾਡੇ ਨਾਲ ਜ਼ਰੂਰ ਖਲੋਵਾਂਗਾ। ਔਰ ਉਹਨਾਂ ਦੇ ਬਾਅਦ ਮੈਂ ਥੋੜ੍ਹੀ ਸਮਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਆਪਣੀ ਸੇਵਾਵਾਂ ਐਜ਼ ਅ ਧਰਮ ਪ੍ਰਚਾਰ ਦਿੰਦਾ। ਤਖਤ ਹਜ਼ੂਰ ਸਾਹਿਬ 'ਤੇ ਵੀ ਸਮੇਂ-ਸਮੇਂ 'ਤੇ ਜੋ ਸੇਵਾਵਾਂ ਮੇਰੇ ਤੋਂ ਲਈਆਂ ਗਈਆਂ, ਕਿਉਂਕਿ ਤਖਤ ਹਜ਼ੂਰ ਸਾਹਿਬ ਦਾ ਔਰ ਮੈਂ ਜਿਹੜਾ ਸਾਡਾ ਪਰਿਵਾਰ ਦਾ ਤਕਰੀਬਨ 4 ਪੀੜ੍ਹੀਆਂ ਦਾ ਉੱਥੇ ਦਾ ਸੰਬੰਧ ਹੈ ਤਖਤ ਹਜ਼ੂਰ ਸਾਹਿਬ ਦੇ ਨਾਲ, ਔਰ ਸੰਤ ਜਰਨੈਲ ਸਿੰਘ ਹੋਰਾਂ ਦੇ ਨਾਲ ਰਿਹਾ ਜੀ ਟਕਸਾਲ ਦੇ ਵਿੱਚ। ਸਾਡੇ ਪਰਿਵਾਰ ਦਾ 2 ਥਾਵਾਂ 'ਤੇ ਜਿਹੜਾ ਸੰਬੰਧ ਤਕਰੀਬਨ ਸਾਡੀਆਂ 4-5 ਪੀੜ੍ਹੀਆਂ ਤੋਂ ਜੋ ਮੈਂ ਵੇਖਿਆ, ਆਪਣੀ ਅੱਖੀਂ ਦੇਖਿਆ, 4 ਪੁਸ਼ਤਾਂ 'ਤੇ ਮੈਨੂੰ ਹੋ ਗਈਆਂ ਜੀ ਦੇਖੀਆਂ ਹੋਇਆ ਜੀ। ਫਿਰ ਤਖਤ ਪਟਨਾ ਸਾਹਿਬ ਦੇ ਉੱਤੇ ਮੈਨੂੰ ਜਿਹੜੀ ਸੇਵਾ ਮਿਲੀ, ਉਹ ਮੈਨੂੰ ਤਖਤ ਪਟਨਾ ਸਾਹਿਬ ਦੇ ਜਿਹੜੇ ਲੋਕਲ ਉੱਥੋਂ ਦੇ ਵਾਸਨੀਕ ਨੇ ਉਹਨਾਂ ਨੇ, ਔਰ ਉੱਥੋਂ ਦੀ ਕਮੇਟੀ ਨੇ ਮੈਨੂੰ ਲੈ ਕੇ ਗਏ। ਕੋਈ ਸਿਆਸੀ ਪਾਰਟੀ ਨੇ ਮੈਨੂੰ ਉੱਥੇ ਸੱਦਿਆ ਨਹੀਂ, ਵੀ ਕਈ ਵਾਰੀ ਦਿਮਾਗ 'ਚ ਆ ਜਾਂਦਾ ਕਿ ਸ਼ਾਇਦ ਬਾਦਲ ਧੜੇ ਨੇ ਜਾਂ ਸਰਨੇ ਧੜੇ ਨੇ, ਇਹ ਸਾਰੀਆਂ ਗੱਲਾਂ ਗਲਤ ਨੇ। ਉੱਥੋਂ ਦੀ ਕਮੇਟੀ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਜੋ ਮੈਂ ਸਮਝਦਾ, ਤਖਤ ਪਟਨਾ ਸਾਹਿਬ ਦੀ ਕਮੇਟੀ ਜਿਹੜੀ ਹੈ ਉਹ ਉੱਥੋਂ ਦੇ ਲੋਕਾਂ ਦੇ, ਪਟਨਾ ਦੇ ਵਾਸਨੀਕਾਂ ਨੇ ਬਣਾਈ, ਔਰ ਬੜੀ ਹਿੰਮਤ ਕਰਕੇ ਬਣੀ ਹੈ। ਔਰ ਮੈਂ ਸਮਝਦਾ ਉਹ ਇੱਕ ਕਿਸਮ ਦੀ ਸਿਆਸੀ ਚੁੰਗਲ ਵਿੱਚੋਂ ਨਿਕਲ ਕੇ ਬਣੀ ਸੀਗੀ, ਬੜੀ ਵੱਡੀ ਉਹ ਉਹਨਾਂ ਦੀ ਉਪਲਬਧੀ ਸੀ। ਲੇਕਿਨ ਉਹ 2.5 ਸਾਲ ਹੀ ਉਹ ਕਾਮਯਾਬ ਰਹੇ, ਲੇਕਿਨ 2.5 ਸਾਲ ਦੇ ਵਿੱਚ ਜੋ ਉਹਨਾਂ ਨੇ ਮੱਲਾਂ ਮਾਰੀਆਂ ਨੇ ਉਹ ਮੈਂ ਕਹਿੰਦਾ ਕਿ ਉਹ ਬਿਆਨਯੋਗ ਨਹੀਂ ਨੇ। ਉਹ ਅੱਜ ਤੱਕ ਮੈਂ ਕਿਸੇ ਵੀ ਕਮੇਟੀ, ਕਿਉਂਕਿ ਮੇਰਾ ਜਿਹੜਾ ਸੰਬੰਧ ਹੈ ਉਹ ਭਾਵੇਂ ਸ਼੍ਰੋਮਣੀ ਕਮੇਟੀ ਹੋਵੇ, ਦਿੱਲੀ ਕਮੇਟੀ ਹੋਵੇ ਜਾਂ ਕੋਈ ਵੀ ਕਮੇਟੀ ਹੋਵੇ, ਸਾਰਿਆਂ ਵਿੱਚ ਮੈਂ ਦੇਖਦਾ ਰਿਹਾ ਵਾਂ, ਉਹ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕੇ ਉਹ 2.5 ਸਾਲ ਦੇ ਵਿੱਚ ਅੱਜ ਤੱਕ। ਜਦਕਿ ਇਹ ਜਦੋਂ ਮੈਂ ਗੱਲ ਕਹਿ ਦਿੰਦਾ ਵਾਂ ਤੇ ਉਹਦੇ ਵਿੱਚ ਵੀ ਅੱਜ ਦੇ ਮੌਜੂਦਾ ਜਾਂ ਕੋਈ ਪੁਰਾਣੇ ਪ੍ਰਬੰਧਕ ਹੁੰਦੇ ਨੇ, ਉਹ ਕਹਿੰਦੇ ਨੇ ਲੈ ਯਾਰ ਤੂੰ ਸਾਡੀ ਬੇਇੱਜ਼ਤੀ ਕਰ ਦਿੱਤੀ, ਤੂੰ ਸਾਨੂੰ ਨੀਵਾਂ ਗਿਣਦਾ, ਤੂੰ ਸਾਨੂੰ ਕਮਜ਼ੋਰ ਗਿਣਦਾ ਵੇ। ਤੇ ਮੈਂ ਉਹਨਾਂ ਨੂੰ ਕਹਿੰਦਾ ਵੀ ਤੁਹਾਨੂੰ ਕਮਜ਼ੋਰ ਨਹੀਂ ਕਹਿੰਦਾ, ਲੇਕਿਨ ਉਹਨਾਂ ਦੀ ਸ਼ਲਾਘਾ ਕਰਨੀ ਵੀ ਬਣਦੀ ਹੈ ਜੋ ਉਹਨਾਂ ਨੇ ਥੋੜ੍ਹੇ ਸਮੇਂ ਦੇ ਵਿੱਚ ਕੀਤਾ। ਔਰ ਤੇ ਉਸ ਸਮੇਂ ਦੇ ਵਿੱਚ ਹੀ ਮੈਂ ਉੜੀਸਾ ਸਿੱਖ ਪ੍ਰਤੀਨਿਧੀ ਬੋਰਡ ਵੀ ਹੈ ਜੀ, ਉੱਥੇ ਵੀ ਮੈਂ ਜਿਹੜਾ ਹੈ ਐਜ਼ ਅ ਕੋਆਰਡੀਨੇਟਰ ਰਿਹਾ, ਕਿਉਂਕਿ ਉੱਥੋਂ ਦੀ ਵੀ ਕਈ ਚੀਜ਼ਾਂ ਸਨ, ਉਹ ਬੜੀਆਂ ਮਸਲੇ ਨੇ, ਉਹ ਖੈਰ ਗੱਲਾਂ ਕਰਾਂਗੇ। ਹੁਣ ਅੱਜ ਜਿਹੜਾ ਮੁੱਦਾ ਅੱਜ ਤੋਂ ਸਾਡੇ ਸਾਰਿਆਂ ਦੇ ਸਾਹਮਣੇ ਆਇਆ ਉਹ ਹੈਗਾ ਰਾਮ ਮੰਦਿਰ ਦਾ। ਦੇਖੋ ਜੀ, ਪਹਿਲਾਂ ਤਾਂ ਗੱਲ ਹੈ ਕਿ ਵੀ ਹਿੰਦੂਆਂ ਨੇ ਆਪਣੀ ਰਾਮ ਮੰਦਿਰ ਬਣਾਉਣ ਦੀ ਗੱਲ ਕੀਤੀ ਹੈ, ਉਹਨਾਂ ਨੂੰ ਮੁਬਾਰਕ ਹੈ। ਲੇਕਿਨ ਮੈਂ ਸਮਝਦਾ ਜੋ ਮੇਰੇ ਦਿਲ ਦੀ ਭਾਵਨਾਵਾਂ ਨੇ ਕਿ ਆਪਾਂ ਕਿਸੇ ਵੀ ਧਾਰਮਿਕ ਸਥਾਨ ਨੂੰ ਬਣੇ ਹੋਏ ਨੂੰ ਢਾਣ ਦੀ ਬਜਾਏ ਜੇ ਉਹਦੇ ਨਾਲ ਉਸਾਰ ਲੈਂਦੇ ਤਾਂ ਕੋਈ ਫਰਕ ਨਹੀਂ ਪੈਣਾ ਸੀਗਾ ਕਿ ਉਹਨਾਂ ਨੂੰ ਕੀ ਨਿਸ਼ਾਨ ਦਈਏ। ਕਿਉਂਕਿ ਮੈਂ ਕਈ ਜਗ੍ਹਾ ਤੇ ਪੜ੍ਹਦਾ ਵਾਂ ਵੀ ਉੱਥੋਂ ਦੇ ਕਈ ਐਸੇ 14-15 ਮੰਦਿਰ ਨੇ ਜਿੱਥੋਂ ਦੇ ਪੰਡਤ ਇਹ ਦਾਅਵਾ ਕਰਦੇ ਰਹੇ ਨੇ ਕਿ ਵੀ ਇਹ ਰਾਮ ਜੀ ਦਾ ਜਨਮ ਇੱਥੇ ਹੋਇਆ, ਰਾਮ ਜੀ ਦਾ ਜਨਮ ਇੱਥੇ ਹੋਇਆ, ਰਾਮ ਜੀ ਦਾ ਜਨਮ ਇੱਥੇ ਹੋਇਆ। ਲੇਕਿਨ ਪਤਾ ਨਹੀਂ ਇਹਨਾਂ ਨੇ ਉਸ ਬਾਬਰੀ ਮਸਜਿਦ ਨੂੰ ਹੀ ਕਿਉਂ ਕੀਤਾ।
ਹਨਾ। ਅਸੀਂ ਕਿਸੇ ਵੀ ਧਾਰਮਿਕ ਸਥਾਨ ਨੂੰ ਢਾਣਾ ਜਿਹੜਾ ਬਣ ਗਿਆ ਉਹਨੂੰ ਢਾਣਾ ਗਲਤ ਹੈ। ਹੁਕਮਰਾਨਾਂ ਨੇ ਢਾਇਆ ਹੈ। ਮੈਂ ਪੁਰਾਣਾ ਇਤਿਹਾਸ ਵੇਖੀਏ ਤੇ ਉਹਨਾਂ ਨੇ ਮੰਦਿਰ ਵੀ ਢਾਏ, ਗੁਰਦੁਆਰੇ ਵੀ ਢਾਏ। ਚਲੋ ਆਪਾਂ ਕਹਿ ਲੈਂਦੇ ਵੀ ਬੜਾ ਕੁਝ ਹੁੰਦਾ ਹੈ, ਲੇਕਿਨ ਅੱਜ ਦਾ ਜਿਹੜਾ ਸਮਾਂ ਹੈ ਨਾ, ਸਾਨੂੰ ਹੁਣ ਤੇ ਸੋਚੀ ਆ ਜਾਣੀ ਚਾਹੀਦੀ ਹੈ। ਹੁਣ ਕੋਈ ਇਹੋ ਜਿਹੀ ਗੱਲਾਂ ਨਹੀਂ ਸਾਨੂੰ ਕਰਨੀਆਂ ਚਾਹੀਦੀਆਂ ਵੀ ਇਨਸਾਨ ਦੇ ਵਿੱਚ ਰੂਹ ਜਿਹੜਾ ਇਹ ਖੂਨ ਇੱਕੋ ਜਿਹਾ ਵਗਦਾ ਹੈ, ਉਹਦੇ ਸਰੀਰ ਦੇ ਅੰਗ ਇੱਕੋ ਜਿਹੇ ਨੇ। ਠੀਕ ਹੈ, ਮੈਂ ਇਹ ਵੀ ਅਸੀਂ ਅਲੱਗ-ਅਲੱਗ ਖਿੱਤੇ 'ਚ ਰਹਿੰਦੇ ਹਾਂ ਤੇ ਅਲੱਗ-ਅਲੱਗ ਧਰਮ ਵਿੱਚ ਸਾਡਾ ਜਨਮ ਹੁੰਦਾ ਹੈ ਔਰ ਸਾਨੂੰ ਉਸ ਧਰਮ ਦਾ ਪਾਲਣਾ ਕਰਨਾ ਪੈਂਦਾ। ਔਰ ਇਹ ਸਾਰੀਆਂ ਚੀਜ਼ਾਂ 'ਚ ਅਗਰ ਵੇਖੀਏ ਤਾਂ ਸਿੱਖ ਧਰਮ ਜਿਹੜਾ ਸਭ ਤੋਂ ਲੇਟੈਸਟ ਗਿਣ ਲੈਂਦੇ ਆਪਾਂ ਇਹਨੂੰ ਵੀ, ਜਿਹੜਾ ਇਹਦਾ ਇਤਿਹਾਸ ਜਿਹੜਾ 550 ਸਾਲਾਂ ਤੋਂ ਵੱਧ ਇਤਿਹਾਸ ਨਹੀਂ ਹੈ। ਔਰ ਇਹਦੇ ਵਿੱਚ ਬੜਾ ਕੁਝ ਸਾਨੂੰ ਪੜ੍ਹਨ ਨੂੰ ਸਿੱਖਣ ਨੂੰ ਮਿਲਦਾ ਹੈ। ਸਾਡੇ ਕੋਲ ਇੰਨਾ ਵੱਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਜਿਹੜੀ ਪੂਰੀ ਦੁਨੀਆ ਹੁਣ ਉਹਨਾਂ ਵਿੱਚੋਂ ਮੰਨਦੀ ਹੈ, ਉਹਨਾਂ ਦੀ ਸਾਇੰਸ ਦੀਆਂ ਜਿਹੜੀਆਂ ਕਈ ਗੱਲਾਂ ਅੱਜ ਗੱਲਾਂ ਕਰ ਰਹੇ ਹਾਂ ਉਹ ਸਾਰੀਆਂ ਉਹਦੇ ਵਿੱਚ ਸਾਨੂੰ ਮੌਜੂਦ ਮਿਲਦੀਆਂ ਨੇ, ਬਾਣੀ ਦੇ ਰਾਹੀਂ, ਗੁਰੂ ਸਾਹਿਬ ਦੇ ਰਾਹੀਂ ਸਾਨੂੰ ਮਿਲਦੀਆਂ ਨੇ। ਖੈਰ, ਅੱਜ ਅਸੀਂ ਜਿਹੜੀ ਗੱਲ ਕਰ ਰਹੇ ਹਾਂ ਉਹ ਅਸੀਂ ਕਰ ਰਹੇ ਹਾਂ ਗਿਆਨੀ ਇਕਬਾਲ ਸਿੰਘ, ਜਿਹੜੇ ਕਿ ਸਾਡੇ ਸਾਬਕਾ ਸਿੰਘ ਸਾਹਿਬ ਰਹੇ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ। ਦਾਸ ਨੂੰ ਜਦੋਂ 2012 ਦੇ ਵਿੱਚ ਸੇਵਾ ਦਾ ਮੌਕਾ ਜਿਹੜਾ ਹੈ, ਉੱਥੇ ਦੀ ਪ੍ਰਬੰਧਕ ਕਮੇਟੀ ਨੇ ਉੱਥੇ ਵੀ ਧਰਮ ਪ੍ਰਚਾਰ ਕਮੇਟੀ ਬਣਾਈ, ਕਿਉਂਕਿ ਇਹਨਾਂ ਦੀਆਂ ਜਿਹੜੀਆਂ ਗੱਲਾਂ ਸਨ ਉਹ ਉੱਥੋਂ ਦੇ ਹੀ ਲੋਕਲ ਲੋਕਾਂ ਨੂੰ ਹਜਮ ਨਹੀਂ ਹੁੰਦੀਆਂ ਸਨ। ਲੇਕਿਨ ਮੈਂ ਕਹਿੰਦਾ ਕਿ ਇੱਕ ਮੈਂ ਸਵਾਲ ਹੈ ਜੀ, ਜਿਵੇਂ ਤੁਸੀਂ 2012 ਦੇ ਵਿੱਚ ਪਟਨਾ ਸਾਹਿਬ ਗਏ ਹੋ, ਹਾਂਜੀ, ਤੇ ਆਪਾਂ ਪਿੱਛੋਂ ਸ਼ੁਰੂ ਕਰਦੇ ਹਾਂ ਕਿਉਂਕਿ ਇਹ ਵਿਸ਼ਾ ਬੜਾ ਗੰਭੀਰ ਹੈ। ਇਹਦੇ ਤੇ ਪੂਰੀ ਤਰ੍ਹਾਂ ਇਹ ਸਬਜੈਕਟ ਨੂੰ ਖੋਲਣਾ ਜ਼ਰੂਰੀ ਹੈ, ਸੰਗਤ ਦੇ ਅੱਗੇ ਰੱਖਣਾ, ਕਿਉਂਕਿ ਇਹਦੀਆਂ ਬਹੁਤ ਕੜੀਆਂ ਨੇ। ਕਿਉਂਕਿ ਅੱਜ ਦੀ ਨਵੀਂ ਗੱਲ ਨਹੀਂ ਕਿ ਇਹ ਇੱਕ ਸਟੇਟਮੈਂਟ ਨਹੀਂ ਗਈ RSS ਦੀ ਜਾਂ ਉੱਥੇ ਰਾਮ ਮੰਦਿਰ ਦੀ ਜਾਂ ਉਹਦੇ ਹੋਰ ਇਸ ਤਰੀਕੇ ਦੀ ਗੁਰਮਤ ਤੋਂ ਹੀਣੀ ਸਟੇਟਮੈਂਟ ਇਕਬਾਲ ਸਿੰਘ ਦੀ। ਇਸ ਤੋਂ ਪਿੱਛੇ ਵੀ ਬਹੁਤ ਸਟੇਟਮੈਂਟਾਂ ਆ ਰਹੀਆਂ ਨੇ। ਤੋਂ ਆਪਾਂ ਸ਼ੁਰੂਆਤ ਕਰਦੇ ਹਾਂ ਕਿ ਗਿਆਨੀ ਇਕਬਾਲ ਸਿੰਘ ਨੂੰ ਉੱਥੇ ਜਥੇਦਾਰ ਕਦੋਂ ਲਾਇਆ ਗਿਆ ਤੇ ਉਹ ਲਾਉਣ ਦਾ ਤਰਤੀਬ ਕਿਸ ਤਰ੍ਹਾਂ ਦੀ ਸੀ, ਜਾਂ ਕੌਣ ਉਹਨਾਂ ਨੂੰ ਲੈ ਕੇ ਆਇਆ, ਜਾਂ ਕਿਸ ਤਰੀਕੇ ਨਾਲ ਉੱਥੇ ਜਥੇਦਾਰ ਚੁਣਿਆ ਜਾਂਦਾ ਜੀ? ਹਾਂਜੀ ਪ੍ਰਦੀਪ ਸਿੰਘ ਜੀ, ਮੈਂ ਇਹੀਓ ਦੱਸਣ ਜਾ ਰਿਹਾ ਕਿ ਜਿਸ ਵੇਲੇ ਦੇਖੋ ਮੈਂ ਸੁਣੀਆਂ ਸੁਣਾਈਆਂ ਨਹੀਂ, ਜੋ ਮੈਂ ਆਪ ਅੱਖੀਂ ਦੇਖਿਆ, ਜੋ ਮੈਨੂੰ ਪਤਾ ਹੈ, ਮੈਂ ਉਹਦੇ ਬਾਰੇ ਬਿਲਕੁਲ ਸਪਸ਼ਟ ਔਰ ਬਿਲਕੁਲ ਸਾਫ਼ ਸੁਥਰੀ ਗੱਲ ਕਰ ਸਕਦਾ। ਪੁਰਾਣੀਆਂ ਗੱਲਾਂ ਵਿੱਚ ਕਿਉਂਕਿ ਕਿਸੇ ਦੀ ਗੱਲ ਕਰੀਏ ਨਾ ਤੇ ਫਿਰ ਉਹਦਾ ਪ੍ਰਮਾਣ ਦੇਣਾ ਪੈਂਦਾ, ਪ੍ਰਮਾਣ ਨਾ ਹੋਵੇ ਤੇ ਗੱਲ ਕਹੀ ਪੈ ਜਾਂਦੀ ਹੈ। ਭੁਪਿੰਦਰ ਸਿੰਘ ਜੀ, ਆਪਾਂ ਟਾਈਮ ਕਿਉਂਕਿ ਸਾਡੇ ਕੋਲ ਟਾਈਮ ਲਿਮਿਟਡ ਹੁੰਦਾ ਹੈ ਜੀ, ਆਪਾਂ ਬਿਲਕੁਲ ਟੌਪਿਕ ਤੇ ਆਈਏ। ਮੈਂ ਉਹੀ ਦੱਸਣ ਜਾ ਰਿਹਾ ਜੀ, 2012 ਜੋ ਸੇਵਾ ਮਿਲੀਆਂ ਨਾ ਜੀ, ਉਸ ਵੇਲੇ ਤੋਂ ਹੀ ਸਾਨੂੰ ਇੱਥੇ ਇਹਨਾਂ ਨੇ ਸੇਵਾਵਾਂ ਹੀ ਮੈਨੂੰ ਤਾਂ ਦਿੱਤੀਆਂ ਕਿ ਵੀ ਇਹਨਾਂ ਦੇ ਜਿਹੜੀ ਆਪ ਹੁਦਰੀਆਂ ਸਨ, ਜਿਹੜੀਆਂ ਇਹਨਾਂ ਦੀਆਂ ਗੱਲਾਂ ਸਨ ਉੱਥੇ, ਉਹ ਤਖਤ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਉਹਦੇ ਵਿੱਚ ਕੰਟਰੋਲ ਕਰਨ ਲਈ ਲੱਗੀ ਹੋਈ ਸੀ, ਜਦੋਜਹਿਦ ਕਰ ਰਹੀ ਸੀ। ਲੇਕਿਨ ਦੂਜੇ ਪਾਸੇ ਉਹਨਾਂ ਨੂੰ ਕਿਧਰੇ ਨਾ ਕਿਧਰੇ ਮਰਿਆਦਾ ਨੂੰ ਦੇਖਣਾ ਸੀ ਤੇ ਉਹ ਮਰਿਆਦਾ ਜਿਹੜੀ ਬਹਾਲ ਰਵੇ, ਮਰਿਆਦਾ ਦੇ ਵਿੱਚ ਸਾਰੇ ਕਾਰਜ ਹੋਣ, ਤੇ ਉਹਦੇ ਵਿੱਚ ਮੈਨੂੰ ਸੇਵਾਵਾਂ ਦਿੱਤੀਆਂ। ਜਿਸ ਵੇਲੇ ਉਹ ਸੇਵਾਵਾਂ ਦਿੱਤੀਆਂ ਉਸ ਵੇਲੇ ਮੈਂ ਇਹਨਾਂ ਦੇ ਬਾਰੇ ਜਿਹੜਾ ਗਹਿਰਾਈ ਨਾਲ ਆਵਾਜ਼ ਕੀਤੀ ਔਰ ਇਹਨਾਂ ਨੂੰ ਬੜੇ ਨੇੜੇ ਹੋ ਕੇ ਵੇਖਿਆ। ਇਹਨਾਂ ਨੇ ਜਿਹੜਾ ਜਥੇਦਾਰੀ ਜਿਹੜੀ ਇਹਨਾਂ ਨੂੰ ਕਹਿੰਦੇ ਆਪਾਂ, ਹਾਲਾਂਕਿ ਜਥੇਦਾਰੀ ਦੀ ਉੱਥੇ ਪੋਸਟ ਕੋਈ ਨਹੀਂ, ਉੱਥੇ ਹੈੱਡ ਗ੍ਰੰਥੀ ਦੀ ਪੋਸਟ ਹੈ। ਇਹ ਉੱਥੇ ਜਿਹੜਾ ਇਹ ਕਾਫੀ ਸਮਾਂ ਪਹਿਲੇ ਤਕਰੀਬਨ 84 ਤੋਂ ਪਹਿਲਾਂ ਹੀ ਜਿਹੜੇ ਉੱਥੇ ਐਜ਼ ਆ ਗ੍ਰੰਥੀ ਪਹੁੰਚ ਚੁੱਕੇ ਹੋਏ ਸਨ, ਸੇਵਾ ਕੀਤੀ ਹੋਈ ਹੈ। ਪਹਿਲੇ ਜਿਹੜੇ ਇੱਥੋਂ ਦੇ ਸਿੰਘ ਸਾਹਿਬ ਜਿਨ੍ਹਾਂ ਨੂੰ ਵੱਡਾ ਉਪਾਧੀ ਕਹਿ ਲਈਏ, ਉਹ ਭਾਈ ਮਾਨ ਸਿੰਘ ਹੋਰੀ ਸਨ। ਉਹਨਾਂ ਦੀਆਂ ਸੇਵਾਵਾਂ ਬੜੀਆਂ ਸ਼ਲਾਘਾਯੋਗ ਨੇ, ਬੜੇ ਲੰਬੇ ਅਰਸੇ ਉਹਨਾਂ ਨੇ ਸੇਵਾਵਾਂ ਕੀਤੀਆਂ। ਵੀ ਜਦੋਂ ਉੱਥੋਂ ਦੇ ਲੋਕ ਵਾਸਨਿਕ 84 ਦੇ ਦੌਰੇ ਉੱਥੋਂ ਛੱਡ ਗਏ ਸਨ ਪਟਨਾ ਸਾਹਿਬ ਦੇ ਇਲਾਕੇ ਨੂੰ, ਤੇ ਉੱਥੇ ਉਹ ਸੇਵਾ ਨਿਭਾਉਂਦੇ ਰਹੇ। ਉਹਨਾਂ ਦਿਨਾਂ ਜੇ ਪਹੁੰਚ ਗਏ ਸਨ, ਉਹਨਾਂ ਦੇ ਅਕਾਲ ਚਲਾਣੇ ਮਗਰੋਂ ਦੀ ਜੋ ਕਾਗਜ਼ਾਂ ਦੇ ਵਿੱਚ ਮੇਰੇ ਤੱਥ ਦੇ ਸਾਹਮਣੇ ਜੋ ਮੇਰੇ ਕੋਲ ਕਾਗਜ਼ ਆਏ ਨੇ, ਜੋ ਮੇਰੇ ਕੋਲ ਅੱਖੀ ਹੈ, ਉਹ ਇਹਨਾਂ ਨੇ 85 ਦੇ ਵਿੱਚ 22 ਦਸੰਬਰ 1985 ਦੇ ਵਿੱਚ ਜਿਹੜੀ ਇੱਕ ਚਿੱਠੀ ਜਿਹੜੀ ਹੈ ਮੈਨੂੰ ਸਾਹਮਣੇ ਪੇਸ਼ ਹੋਈ ਹੈ, ਜਿਹਦੇ ਕੋਲ ਮੇਰੀ ਕਾਪੀ ਹੈ, ਉਹਦੇ ਵਿੱਚ ਇਹਨਾਂ ਨੇ ਆਪਣੇ ਆਪ ਨੂੰ ਜਥੇਦਾਰ ਰਖਵਾ ਕੇ ਤੇ ਉੱਥੋਂ ਦੇ ਪ੍ਰਬੰਧਕੀ ਕਮੇਟੀ ਤੋਂ ਜਨਰਲ ਸਕੱਤਰ ਤੋਂ ਚਿੱਠੀ ਲਈ ਹੈ। ਹੁਣ 85 ਤੋਂ ਲੈ ਕੇ ਹੁਣ ਤੱਕ ਦਾ ਜਿਹੜਾ ਸਮਾਂ ਤਕਰੀਬਨ ਸਮਝ ਲਈਏ ਆਪਾਂ 2000 ਇਹਨਾਂ ਨੂੰ 19 ਦੇ ਵਿੱਚ ਇਹ ਕਿਸਮ ਦਾ ਇਸ ਕਾਰੇ ਦੇ ਵਿੱਚ ਕੱਢਿਆ ਗਿਆ ਔਰ ਇਹ ਚੀਜ਼ ਚੱਲ ਰਹੀ। ਲੇਕਿਨ ਜਦ ਕਿ ਇਹ ਕਵਾਇਦ ਜਿਹੜੀ ਹੈ ਨਾ ਕੱਢਣ ਦੀ, ਇਹ ਤਕਰੀਬਨ 2 ਸਮਝ ਲੈਣਾ ਕਿ ਮੇਰੇ ਉੱਥੇ ਪਹੁੰਚਣ ਦੇ ਸਾਲ ਮਗਰੋਂ ਹੀ ਸ਼ੁਰੂ ਹੋ ਚੁੱਕੀ ਸੀ ਜੀ, ਤਕਰੀਬਨ 13 ਤੋਂ। ਔਰ ਇਹ ਸਿੰਘ ਸਾਹਿਬ ਹੁੰਦਿਆਂ ਹੋਇਆ ਵੀ ਇਹਨਾਂ ਦੀਆਂ ਜਿਹੜੀਆਂ ਗੱਲਾਂ ਨੇ, ਮੈਂ ਕਹਿੰਦਾ ਕਿ ਕਈ ਵਾਰੀ ਅਸੀਂ ਗੱਲ ਕਰ ਲੈਂਦੇ ਹਾਂ ਜੀ, ਪੰਜਾਂ ਪਿਆਰਿਆਂ ਬਾਰੇ ਨਹੀਂ ਸਾਨੂੰ ਬੋਲਣਾ ਚਾਹੀਦਾ, ਸਿੰਘ ਸਾਹਿਬ ਬਾਰੇ, ਜਥੇਦਾਰ ਬਾਰੇ ਨਹੀਂ ਬੋਲਣਾ ਚਾਹੀਦਾ। ਮੈਂ ਇੱਥੇ ਇਹ ਗੱਲ ਨੂੰ ਕਹਿਣਾ ਕਿ ਸਾਡੇ ਸਿੱਖਾਂ ਨੂੰ ਬੋਲਣਾ ਚਾਹੀਦਾ ਔਰ ਇਹਨਾਂ ਨੂੰ ਵੀ ਕਟਹਿਰੇ ਖੜੇ ਕਰਨ ਦੀ ਸਾਨੂੰ ਹਿੰਮਤ ਰੱਖਣੀ ਚਾਹੀਦੀ। ਇਹ ਨਹੀਂ ਕਿ ਇਹ ਕਿਸੇ ਅਹੁਦੇ ਤੇ ਬਹਿ ਗਏ ਨੇ ਤੇ ਇਹ ਅਸੀਂ ਇਹਨਾਂ ਨੂੰ ਕੁਝ ਕਹਿ ਨਹੀਂ ਸਕਦੇ। ਇਹ ਪਹਿਲੇ ਮੁਲਾਜ਼ਮ ਹੁੰਦੇ ਨੇ ਕਮੇਟੀਆਂ ਦੇ, ਇਹ ਗੱਲ ਨੂੰ ਬੜੇ ਪਿਆਰ ਨਾਲ ਆਪਾਂ ਸਮਝੀਏ। ਇਹਨਾਂ ਨੂੰ ਪਹਿਲੇ ਨਿਯੁਕਤੀ ਦਿੱਤੀਆਂ ਜਾਂਦੀਆਂ ਨੇ, ਫਿਰ ਇਹਨਾਂ ਨੂੰ ਅਹੁਦੇ ਦਿੱਤੇ ਜਾਂਦੇ, ਤਾਂ ਇਹ ਮਾਨ ਸਤਿਕਾਰ ਦੇ ਉੱਤੇ ਆਉਂਦੇ ਨੇ। ਜੇ ਇਹਨਾਂ ਦੀਆਂ ਕੋਈ ਗੱਲਾਂ ਹੁਦਰੀਆਂ ਹੋਣੀਆਂ, ਇਹਨਾਂ ਦੀਆਂ ਹਰਕਤਾਂ ਗਲਤ ਹੋਣ, ਤੇ ਪਹਿਲਾ ਫਰਜ਼ ਕਮੇਟੀ ਦਾ, ਫਿਰ ਸੰਗਤ ਦਾ ਵੀ ਨਾਲ ਵੀ ਇਹਨਾਂ ਨੂੰ ਕੁਐਸਚਨੇਬਲ ਕਰ ਸਕੀਏ। ਇਹ ਨਹੀਂ ਕਿ ਵੀ ਇਹ ਸਿੰਘ ਸਾਹਿਬ ਬਣ ਗਏ ਜੀ, ਇਹ ਜਥੇਦਾਰ ਬਣ ਗਏ, ਆਪਾਂ ਇਹਨਾਂ ਨੂੰ ਕਰ ਨਹੀਂ ਸਕਦੇ। ਇਹ ਜਿਸ ਵੇਲੇ ਦੇ ਬਣੇ ਨੇ,
ਜਿਸ ਵੇਲੇ ਦੇ ਇਹ ਸਿੰਘ ਸਾਹਿਬ ਬਣੇ ਨੇ, ਇਹਨਾਂ ਦੇ ਸਾਹਮਣੇ ਇਹਨਾਂ ਦੀ ਮੈਂ ਪੁਰਾਣੇ ਤੁਹਾਨੂੰ ਇਤਿਹਾਸ ਦੇ ਵਿੱਚ ਬੜੀ ਛੋਟੇ ਵਿੱਚ ਹੀ ਫੈਸਲਾ 5-7 ਮਿੰਟਾਂ 'ਚ ਦੱਸ ਦਿਆਂਗਾ ਕਿ ਵੀ ਇਹਨਾਂ ਨੇ ਵਿਆਹ ਜਿਹੜੇ ਨੇ ਆਨੰਦ ਕਾਰਜ, ਜਿਹੜੇ ਕਾਗਜ਼ਾਂ 2 ਆਨੰਦ ਕਾਰਜ ਸਾਹਮਣੇ ਆਉਂਦੇ ਨੇ ਔਰ 3 ਕਾਗਜ਼ਾਂ 'ਚ ਮੰਨੇ ਜਾਂਦੇ ਨੇ। ਇੱਕ ਨੂੰ ਬਿਨਾਂ ਛੱਡੇ ਦੂਜੀ ਨਾਲ ਵਿਆਹ ਕਰਨਾ, ਉਸ ਨੂੰ ਛੱਡੇ ਪਹਿਲੀ ਨੂੰ ਬੁਲਾ ਲੈਣਾ ਔਰ ਇਹਨਾਂ ਦੇ ਪਾਸਪੋਰਟ ਦੇ ਉੱਤੇ ਤੀਜੀ ਸਿੰਘਣੀ ਦਾ ਨਾਮ ਆ ਜਾਣਾ। ਅੱਜ ਤੱਕ ਉਹ ਰਹਿਸ ਹੈ, ਅੱਜ ਤੱਕ ਕੋਈ ਇਹਨੂੰ ਪੁੱਛ ਨਹੀਂ ਸਕਿਆ, ਨਾ ਹੀ ਇਹ ਸਪਸ਼ਟੀਕਰਨ ਦੇ ਪਾਏ ਨੇ। ਇਹਨਾਂ ਨੇ ਕਈ ਲੋਕਾਂ ਨੂੰ, ਅੱਛਾ ਹੁਣ ਇੱਥੇ ਜਥੇਦਾਰ ਬਣਨ ਦੇ ਲਈ ਜਦੋਂ ਤੁਸੀਂ ਆਪਾਂ ਕੋਈ ਵੀ ਸਿੱਖ ਜਿਹੜਾ ਹੈ, ਆਪਾਂ ਜਦੋਂ ਆਉਂਦੇ ਹਾਂ ਵੀ ਹਾਂਜੀ ਇਹ ਸਿੰਘ ਸਾਹਿਬ ਆਏ ਨੇ ਤੇ ਆਪਣੀ ਸ਼ਰਧਾ ਭਾਵਨਾ ਨਾਲ ਇਹਨੂੰ ਮਾਇਆ ਦੇ ਦਿੰਦੇ ਨੇ ਵੀ ਸਾਡੇ ਉੱਥੇ ਤਖਤ ਸਾਹਿਬ ਤੇ ਪਹੁੰਚ ਜਾਏ। ਇਹ ਉਹ ਸਾਰੀ ਮਾਇਆ ਜਿਹੜੀਆਂ ਨੇ ਸਿੰਘ ਸਾਹਿਬ ਜਿਹੜੇ ਨੇ ਆਪਣੀ ਜੇਬੇ ਪਾ ਲੈਂਦੇ ਨੇ ਔਰ ਜਦੋਂ ਇਹ ਕੋਈ ਸੇਵਾ ਕੋਈ ਉੱਥੇ ਆ ਜਾਂਦੀ ਤਾਂ ਕਹਿੰਦੇ ਨੇ ਮੇਰੇ ਕਰਕੇ ਆਏ ਨੇ। ਇਹਨਾਂ ਨੂੰ ਇਹ ਨਹੀਂ ਸਮਝ ਆਉਂਦੀ ਕਿ ਗੁਰੂ ਸਿੱਖ ਨੇ ਆਪਣੇ ਗੁਰੂ ਨੂੰ ਸ਼ਰਧਾ ਵਾਸ ਦਿੱਤਾ ਔਰ ਤੁਸੀਂ ਇੱਕ ਜਰੀਆ ਬਣੇ ਹੋ, ਜੇ ਤੁਸੀਂ ਨਹੀਂ ਤਾਂ ਕੋਈ ਹੋਰ ਜਰੀਆ ਬਣਦਾ। ਇਹਨਾਂ ਨੇ ਉੱਥੋਂ ਮਾਇਆ ਵੀ ਆਪਣੇ ਕੋਲ ਗਬਨ ਰੱਖੀ, ਬੜਾ ਕੁਝ ਕੀਤਾ। ਇਹ ਕਦੀ ਸੇਵਾ ਤੇ ਉੱਥੇ ਮੌਜੂਦ ਨਹੀਂ ਹੋਣੇ ਸਨ। ਅੱਜ ਜਿਹੜੀ ਇਹ ਗੱਲ ਰਾਮ ਮੰਦਿਰ ਦੀ ਇੱਥੇ ਗੱਲ ਆਈ ਹੈ ਜਿਹੜੀ ਇਹਨਾਂ ਰਾਮ ਮੰਦਿਰ ਜਾ ਕੇ ਜਿਹੜਾ ਬਿਆਨ ਦਿੱਤਾ ਉਹਦੇ ਬਾਰੇ ਖੁਲਾਸਾ ਕਰੋ ਜੀ। ਇਹ ਕੋਈ ਨਵੀਂ ਗੱਲ ਨਹੀਂ, ਇਸ ਤੋਂ ਪਹਿਲਾਂ ਵੀ ਇਹਨਾਂ ਨੇ ਜੀ ਇੱਕ ਕਿਤਾਬ ਛਾਪੀ। ਉਸ ਕਿਤਾਬ ਦੇ ਵਿੱਚ ਇਹਨਾਂ ਨੇ ਬਕਾਇਦਾ ਇਹ ਜ਼ਿਕਰ ਕੀਤਾ ਕਿ 2017 ਦੇ ਵਿੱਚ ਗੁਰੂ ਸਾਹਿਬ ਜਨਮ ਲੈਣਗੇ, ਮੋਰਣ ਜਨਮ ਲੈਣਗੇ ਔਰ ਜਿਸ ਘਰ ਜਨਮ ਲੈਣਗੇ ਉਸ ਘਰ ਦੇ ਇਕੱਲੇ ਇਕੱਲੇ ਪੁੱਤਰ ਹੋਣਗੇ। ਔਰ ਇਹਨਾਂ ਨੇ ਇਹ ਤੱਕ ਕਹਿਤਾ ਵੀ 5 ਸਿੰਘਾਂ ਵਿੱਚੋਂ 5 ਪਿਆਰੇ ਜਿਹੜੇ ਭਾਈ ਦਇਆ ਸਿੰਘ ਹੋਰੀ ਨੇ ਉਹ ਆਲਰੇਡੀ ਜਨਮ ਲੈ ਚੁੱਕੇ ਨੇ। ਇਹ ਜਦੋਂ ਮੇਰੀ ਸੇਵਾ ਮੈਂ ਕਿਤਾਬ ਆਈ, ਉਹ ਕਿਤਾਬ ਛਪ ਕੇ ਲੱਖਾਂ ਦੀ ਤਾਦਾਦ ਦੇ ਵਿੱਚ ਉੱਥੇ ਪਈ ਸੀ ਤੇ ਮੈਂ ਉੱਥੇ ਉਸ ਕਿਤਾਬ ਨੂੰ ਬੰਦ ਕੀਤਾ ਔਰ ਬਾਅਦ ਵਿੱਚ ਉਹਨੂੰ ਅਗਨ ਭੇਟ ਨਾ ਮੈਨੂੰ ਕਰਨਾ ਪਿਆ, ਕਿਉਂਕਿ ਉਸ ਕਿਤਾਬ ਦੀ ਐਸੀਆਂ ਚੀਜ਼ਾਂ ਸਨ ਜਿਹੜੀ ਸੰਗਤਾਂ ਵੀ ਜਾਂਦੀਆਂ ਉਹ ਭੁਲੇਖੇ ਪਾਉਂਦੀਆਂ। ਔਰ ਜਿਹੜੀ ਅੱਜ ਇਹਨਾਂ ਨੇ ਲਵ ਕੁਸ਼ ਦੀ ਗੱਲ ਕੀਤੀ ਹੈ, ਕੋਈ ਨਵੀਂ ਗੱਲ ਨਹੀਂ ਹੈ, ਇਹ ਬਕਾਇਦਾ ਸਟੇਜ ਤੋਂ ਕਰ ਚੁੱਕੇ ਨੇ। ਜਿਸ ਬਾਰੇ ਇਸ ਬਾਰੇ ਮੇਰੇ ਕਈ ਵਾਰੀ ਇਹਨਾਂ ਦੇ ਨਾਲ ਆਡੇ ਲੱਗ ਚੁੱਕੇ ਨੇ ਵੀ ਤੁਸੀਂ ਲਵ ਕੁਸ਼ ਨੂੰ ਅੱਡ ਗਿਣਦੇ ਹੋ, ਫਿਰ ਬੇਦੀ ਔਰ ਸੋਢੀ ਉੱਥੋਂ ਲੈ ਆਉਂਦੇ ਹੋ। ਮੈਂ ਇਹ ਕਈ ਵਾਰੀ ਇੱਥੇ ਤੱਕ ਆ ਜਾਂਦਾ ਵਾ, ਇਸ ਗੱਲ ਦੇ ਮੇਰੇ ਥੋੜਾ ਜਿਹਾ ਬੁਰਾ ਨਾ ਮੰਨਣਾ। ਇਹ ਅੱਜ ਸਾਰੇ ਕਹਿ ਦਿੰਦੇ ਨੇ ਜੀ ਇਹ ਰਾਮ ਦੀ ਵੰਸ਼ਜ ਨੇ ਤੇ ਅਸੀਂ ਮੈਂ ਇਹਨਾਂ ਨੂੰ ਮਜ਼ਾਕੀਆ ਕਿਹਾ। ਇਹਨੂੰ ਆਪਾਂ ਉਹ ਦੂਜੇ ਪਾਸੇ ਅਗਰ ਢੰਗ ਨਾਲ ਲੈ ਜਾਈਏ, ਇਹਨਾਂ ਨੂੰ ਲਤਾੜਨ ਦੇ ਲਈ ਇਹਨਾਂ ਕੋਲ ਜਵਾਬ ਨਹੀਂ ਕਿਸੇ ਕੋਲ ਸੁਝਣਾ ਵੀ ਜੇ ਤੁਸੀਂ ਕਹਿੰਦੇ ਹੋ ਵੀ ਲਵ ਕੁਸ਼ ਤੇ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਤੇ ਲੇਟੈਸਟ ਜਿਹੜੇ 550 ਸਾਲਾ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਗਿਆ ਤਕਰੀਬਨ 350 ਸਾਲ ਤੋਂ ਵੱਧ ਨਹੀਂ ਹੋਏ। ਉਹਨਾਂ ਨੇ ਖਾਲਸਾ ਪੰਥ ਸਾਜਤਾ, ਉਹਨਾਂ ਨੇ ਆਪਣੇ ਸਿੱਖਾਂ ਨੂੰ ਆਪਣੇ ਜਿਹੜੇ ਉਹਨਾਂ ਨੇ ਅਨੁਯਾਈਆਂ ਨੂੰ ਇੱਕ ਰੂਪ ਦੇ ਦਿੱਤਾ ਸਿੱਖੀ ਵਾਲਾ, ਤੇ ਅਸੀਂ ਤੇ ਧਾਰ ਕੇ ਬੈਠੇ ਆ। ਇਹਦਾ ਮਤਲਬ ਤੁਸੀਂ ਉਹਨਾਂ ਨੂੰ ਨਕਾਰ ਦਿੱਤਾ। ਫਿਰ ਜਦ ਤੁਸੀਂ ਨਕਾਰ ਦਿੰਦੇ ਹੋ ਉਹਨਾਂ ਦੀ ਗੱਲਾਂ ਨੂੰ ਤੇ ਤੁਸੀਂ ਉਹਨਾਂ ਨੂੰ ਆਪਣਾ ਇਸ਼ਟ ਕਿਵੇਂ ਮੰਨ ਲੈਂਦੇ ਹੋ? ਜਦੋਂ ਤੁਹਾਨੂੰ ਲੋੜ ਪੈਂਦੀ ਹੈ ਤੇ ਤੁਸੀਂ ਉਹਨਾਂ ਨੂੰ ਆਪਣਾ ਇਸ਼ਟ ਕਹਿ ਰਹੇ ਹੋ, ਤਾਂ ਤੁਸੀਂ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਰਾਮਾਇਣ ਦੇ ਨਾਲ ਜੋੜ ਲੈਂਦੇ ਹੋ। ਭਾਈ ਸਾਹਿਬ ਇਸ ਵਿਚਾਰ ਤੱਕ ਆਉਣ ਤੋਂ ਪਹਿਲਾਂ ਤੁਸੀਂ ਆਹ ਦੱਸੋ ਸੰਗਤਾਂ ਨੂੰ ਵੀ ਇਹਨਾਂ ਨੇ ਉੱਥੇ ਬਿਆਨ ਕੀ ਦਿੱਤਾ ਹੈ ਜੀ ਰਾਮ ਮੰਦਿਰ ਪਹਿਲਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੇ ਨੇ ਇਹ ਜਸੋਡੀ ਕੁਲ, ਇਹ ਲਵ ਕੁਸ਼ ਦੀ ਕੁਲ ਤੋਂ ਨੇ ਜੀ। ਇਹਨਾਂ ਨੇ ਬੇਦੀਆਂ ਨੂੰ ਲਵ ਨੂੰ ਜਿਹੜਾ ਬੇਦੀਆਂ ਦੀ ਕੁਲ ਦਾ ਜਿਹੜਾ ਇਹ ਵੱਡਾ ਮੰਨਿਆ ਔਰ ਉਹਦੀ ਕੁਲ ਵਿੱਚੋਂ ਕਹਿੰਦਾ ਵੀ ਗੁਰੂ ਨਾਨਕ ਸਾਹਿਬ ਬੇਦੀਆਂ ਵਿੱਚੋਂ ਜਨਮ ਲਿੱਤਾ। ਇਹ ਤਾਂ ਜੇ ਤੁਸੀਂ ਜਿਹੜੇ ਬੱਚੇ ਆ ਇਹ ਤਾਂ ਜਿਹੜਾ ਆ ਸ੍ਰੀ ਦਸਮ ਪਾਤਸ਼ਾਹ ਦੀ ਬਾਣੀ ਚ ਆਪ ਲਿਖੇ ਤੇ ਆ ਜੀ, ਜਨ ਵੇਦ ਪੜ੍ਹੇ ਤਨ ਬੇਦੀ ਕਹਾਏ। ਨਹੀਂ ਦੇਖੋ ਸਰਦਾਰ ਅਮਰ ਸਿੰਘ ਜੀ, ਗੱਲ ਉਹ ਨਹੀਂ ਹੈ ਜਿਹੜੀ ਦਸਮ ਦੀ ਬਾਣੀ ਦੀ ਗੱਲ ਕਰ ਰਹੇ ਆਪਾਂ। ਇੱਥੇ ਸਬਜੈਕਟ ਸਮਝਣ ਦੀ ਲੋੜ ਹੈ। ਇੱਥੇ ਜਦੋਂ ਅਸੀਂ ਉਹਦੀ ਸਟੇਟਮੈਂਟ ਤੁਹਾਨੂੰ ਦੱਸਦਾ। ਉਸ ਤੋਂ ਬਾਅਦ ਨਰਿੰਦਰ ਮੋਦੀ ਦੀ ਇਹ ਸਟੇਟਮੈਂਟ ਆਉਂਦੀ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਇਕਬਾਲ ਸਿੰਘ ਦੇ ਬਿਆਨ ਤੋਂ ਬਾਅਦ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਤੇ ਰਾਮਾਇਣ ਲਿਖੀ ਹੈ, ਰਾਮਚੰਦਰ ਜੀ ਦੀ ਉਸਤਤ ਲਿਖੀ ਹੈ ਤੇ ਜੇ ਵੀ ਹੈ। ਖੈਰ ਉੱਥੇ ਇਹ ਦੱਸਣਾ ਜ਼ਰੂਰੀ ਹੈ, ਉਹ ਸ਼ਾਇਦ ਇਕਬਾਲ ਸਿੰਘ ਨੇ ਜਾਂ ਬਾਣੀ ਨਹੀਂ ਪੜ੍ਹੀ, ਕਿਉਂਕਿ ਗੁਰੂ ਸਾਹਿਬ ਜੀ ਨੇ ਜਿੱਥੇ ਉਹ ਰਾਮਾਇਣ ਸਿੱਖਾਂ ਨੂੰ ਸੋਝੀ ਦੇਣ ਲਈ ਲਿਖੀ ਹੈ, ਬਿਲਕੁਲ ਨਹੀਂ ਇਹ ਉਹਦੇ ਵਿੱਚ ਰਾਮ ਅਵਤਾਰ ਆਉਂਦਾ ਹੈ, ਪਰ ਉੱਥੇ ਉਹਦੇ ਅਰਥ ਇਹ ਨਹੀਂ। ਉਹਦੇ ਵਿੱਚ ਲਿਖਿਆ ਮਹਾਰਾਜ ਸੱਚੇ ਪਾਤਸ਼ਾਹ ਨੇ ਕਿ ਕਿਤੇ ਕ੍ਰਿਸ਼ਨ ਸੇ ਕੀਟ ਕੋਟੇ ਬਣਾਏ, ਕਿਤੇ ਰਾਮ ਸੇ ਮੇਟ ਡਾਰੇ ਉਪਾਏ, ਜਾਂ ਜੋ ਕਹੇ ਰਾਮ ਅਜੋਨ ਅਜਾ ਹੈ ਕਾਹੇ ਕੋ ਕੌਸ਼ਲ ਕੁਖ ਜੋ ਜਾਂ ਕਈ ਰਾਮ ਕ੍ਰਿਸ਼ਨ ਰਸੂਲ ਬਿਨ ਭਗਤ ਨਾ ਕੋ ਕਬੂਲ। ਸੋ ਐਸੇ ਬਚਨ ਆਉਂਦੇ ਹੈ ਹਜ਼ੂਰ ਸੱਚੇ ਪਾਤਸ਼ਾਹ ਜੀ ਦੇ, ਬਿਲਕੁਲ ਔਰ ਬਚਿੱਤਰ ਨਾਟਕ ਦੇ ਸਾਰੇ ਬਚਨ ਹੈ। ਤੇ ਪਰ ਗੱਲ ਉਸ ਜਗ੍ਹਾ ਤੇ ਪਹੁੰਚ ਕੇ ਜਿਹੜੀ ਆਪਾਂ ਗੱਲ ਪਵਿੱਤਰ ਸੋਹਣਾ ਨਾਲ ਗੱਲ ਕਰ ਰਹੇ ਹਾਂ, ਕਿਉਂਕਿ ਉਹ ਇਕਬਾਲ ਸਿੰਘ ਦਾ ਪਿਛੋਕੜ ਦੇਖਣਾ ਜ਼ਰੂਰੀ ਹੈ ਕਿ ਉਹ ਅੱਜ ਦਾ ਨਹੀਂ, ਜਿਵੇਂ ਇਹਨਾਂ ਨੇ ਦੱਸਿਆ। ਨਹੀਂ, ਮੈਂ ਪ੍ਰਦੀਪ ਸਿੰਘ ਜੀ ਤੁਹਾਡੀ ਗੱਲ ਸਮਝਦਾ, ਪਰ ਬੇਨਤੀ ਇਹ ਹੈ ਜੋ ਭਾਈ ਸਾਹਿਬ ਨੇ ਬਚਨ ਕਿਹਾ ਹੈ ਨਾ ਜੀ, ਉਹ ਤਾਂ ਚਲੋ ਮਹਾਰਾਜ ਨੇ ਬਾਣੀ 'ਚ ਲਿਖਿਆ, ਪਰ ਜੇ ਉੱਥੇ ਜਾ ਕੇ ਇਹਨਾਂ ਨੇ ਉਹਨੂੰ ਹੋਰ ਤਰੀਕੇ ਨਾਲ ਪੇਸ਼ ਕੀਤਾ ਆ, ਗੱਲ ਉਹ ਜਿਹੜੀ ਚੀਜ਼ ਆ ਉਹ ਤਾਂ ਅਸੀਂ ਮੰਨ ਸਕਦੇ ਆ ਬਈ ਉਹ ਜਿਹੜੀ ਗੱਲ ਗਲਤ ਆ, ਪਰ ਇਹ ਇਤਿਹਾਸ ਨੂੰ ਨਿਖਾਰ ਜੇ ਉੱਥੇ ਜਾ ਕੇ ਇਹਨਾਂ ਨੇ
ਜਿੱਦਾਂ ਭਾਈ ਸਾਹਿਬ ਨੇ ਦੱਸਿਆ ਵੀ ਤੁਸੀਂ ਕਿਉਂਕਿ ਉਹਦਾ ਇਤਿਹਾਸ ਸਾਡਾ ਜਿਹੜਾ ਹੈ ਉਹ ਸਾਰੇ ਮੰਨਦੇ ਆ, ਸਾਰੇ ਸੰਪਰਦਾਇ ਮੰਨਦੇ, ਸਾਰੇ ਜਥੇਬੰਦੀਆਂ ਸਾਰੇ ਤਖਤ ਮੰਨਦੇ ਆ। ਨਹੀਂ, ਪਰ ਗੱਲ ਇਹ ਹੈ ਨਾ ਜੀ, ਦੇਖੋ ਜਿੱਥੇ ਜੇ ਹੁਣ ਅੱਜ ਆਪਾਂ ਕਿਸੇ ਦੀ ਮਸਜਿਦ ਨੂੰ ਢਾਹ ਕੇ ਉੱਥੇ ਮੰਦਿਰ ਬਣਾਉਣਾ ਹੋਵੇ ਤੇ ਉੱਥੇ ਜਾ ਕੇ ਜੇ ਅਸੀਂ ਆਪਣੇ ਜਦੋਂ ਦੇਖੋ ਅਕਾਲ ਤਖਤ ਸ਼੍ਰੋਮਣੀ ਹੈ, ਇੱਕ ਸਾਬਕਾ ਜਥੇਦਾਰ ਜੀ ਨੂੰ ਲਾਹ ਦਿੱਤਾ ਗਿਆ ਔਰ ਉਹਦੇ ਤੇ ਇਲਜ਼ਾਮ ਬੜੇ ਸੰਗੀਨ ਲੱਗੇ ਹੈ, ਜਿਵੇਂ ਸਰਦਾਰ ਭੁਪਿੰਦਰ ਸੋਹਣੀ ਲੱਗੇ ਹੈ ਦੱਸਿਆ, ਔਰ ਉੱਥੇ ਉਹ ਜਾ ਕੇ ਗੱਲ ਕਹਿ ਰਿਹਾ ਮੈਂ ਸਿੱਖ ਕੌਮ ਦੀ ਨੁਮਾਇੰਦਗੀ ਕਰ ਰਿਹਾ, ਇਹ ਵੀ ਉਹਨਾਂ ਨੇ ਗੱਲ ਕਹੀ ਹੈ। ਔਰ ਜਦ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਖਾਸ ਨਿਰਦੇਸ਼ ਸੀ ਵੀ ਇਹੋ ਜਿਹੇ ਕੋਈ ਸਮਾਗਮ 'ਚ ਸਿੱਖ ਸ਼ਿਰਕਤ ਨਾ ਕਰਨ। ਨੰਬਰ 2, ਉੱਥੇ ਜਾ ਕੇ ਪਹੁੰਚਣਾ ਔਰ ਕੌਮ ਨੂੰ ਗਮਰਾਹ ਕਰਨਾ ਔਰ ਮੀਡੀਆ ਨੂੰ ਗਮਰਾਹ ਕਰਨਾ। ਸੋ ਮਸਲਾ ਸਰਦਾਰ ਅਮਰ ਸਿੰਘ ਜੀ ਇਹ ਹੈ ਕਿ ਗੱਲ ਕਿੱਥੇ ਕਹੀ ਗਈ, ਇਹ ਨਹੀਂ ਹੈ ਕਿ ਗੱਲ ਕੀ ਕਹੀ ਗਈ, ਮਸਲਾ ਇਹ ਹੈ ਕਿ ਇਹ ਗੱਲ ਕਹੀ ਕਿੱਥੇ ਗਈ। ਮੈਂ ਕੰਟੈਕਚੁਅਲਾਈਜ਼ ਉਹੀ ਪ੍ਰਦੀਪ ਸਿੰਘ ਜੀ ਇਹਨਾਂ ਨੂੰ ਸਵਾਲ ਪੁੱਛਦਾ ਸੀਗਾ ਵੀ ਇਹਨਾਂ ਨੇ ਕਿਸ ਸੰਦਰਭ ਦੇ ਵਿੱਚ ਇਨਫੋਰਮੇਸ਼ਨ ਦਿੱਤੀ ਆ, ਉਹਦੇ ਬਾਰੇ ਮੈਂ ਇਹਨਾਂ ਨੂੰ ਪੁੱਛਦਾ ਸੀ ਜੀ। ਸੋ ਉਸ ਸੰਦਰਭ 'ਚ ਉਹਨਾਂ ਨੇ ਇਹ ਜਿਹੜੀ ਇਨਫੋਰਮੇਸ਼ਨ ਦਿੱਤੀ ਹੈ ਉੱਥੇ, ਉਹ ਬਿਲਕੁਲ ਹੀ ਜਿਵੇਂ ਆਪਾਂ ਗੱਲ ਕਰਦੇ ਹਾਂ ਜਾਂ ਸਿੱਖਾਂ ਦੀ ਜੋ ਪੁਰਾਣਾ RSS ਦਾ ਜਾਂ ਉਹਦੇ, ਕਿਉਂਕਿ ਇਹਦੇ ਵਿੱਚ ਆਪਾਂ ਇਹਨਾਂ ਦੀ ਇਕਬਾਲ ਸਿੰਘ ਦੀ ਹਿਸਟਰੀ ਤੋਂ ਤਾਂ ਸਰਦਾਰ ਭੁਪਿੰਦਰ ਸੋਹਣਾ ਨੂੰ ਪੁੱਛ ਰਹੇ ਹਾਂ ਕਿਉਂਕਿ ਇੱਕ ਵਾਰੀ ਪਹਿਲਾਂ ਵੀ ਇੱਕ RSS ਦੀ ਸਟੇਜ ਤੇ ਇਹ ਗੱਲਾਂ ਸਾਰੀਆਂ ਕਹਿ ਚੁੱਕੇ ਨੇ ਬੜੇ ਹੋਰ ਤਰੀਕੇ ਦੇ ਨਾਲ। ਉਹ ਵੀ ਸਰਦਾਰ ਭੁਪਿੰਦਰ ਸਿੰਘ ਜੀ, ਜੇ ਤੁਹਾਨੂੰ ਤੁਹਾਡੀ ਨੌਲੇਜ 'ਚ ਹੋਵੇ ਉਹ ਵੀ ਤੁਸੀਂ ਦੱਸ ਸਕਦੇ। ਇੱਕ ਖਾਸ ਪ੍ਰੋਗਰਾਮ ਦੇ ਵਿੱਚ ਵੀ ਪਹੁੰਚੇ ਸੀ ਇਹ RSS ਦੇ, ਉੱਥੇ ਵੀ ਇਹਨਾਂ ਨੇ ਇਹੋ ਜਿਹੀ ਕੋਈ ਗੱਲ ਕੀਤੀ ਸੀ, ਉਹਦੀ ਵੀ ਤੁਸੀਂ ਜ਼ਰੂਰ ਮੈਂ ਕਹਿੰਦਾ ਸੰਗਤ ਨਾਲ ਸਾਂਝੀ ਕਰੋ। ਇਹ ਮੈਂ ਆਪ ਜੀ ਨੂੰ ਦੱਸ ਰਿਹਾ ਸਾਂ ਜੀ, ਇਹ ਜਿਹੜੀ ਗੱਲ ਕੋਈ ਨਵੀਂ ਨਹੀਂ ਹੈ, ਇਹ ਅਕਸਰ ਇਹੋ ਜਿਹੀਆਂ ਗੱਲਾਂ ਕਰਦੇ ਆ ਕਿਉਂਕਿ ਇਹ ਖੁਦ RSS ਦੇ ਅੰਗ ਨੇ, ਇਹ ਖੁਦ ਉਹਦਾ ਹੀ ਜਿਹੜੇ ਦੇਖੋ ਬੇਨਤੀ ਹੈ ਜੀ, ਕਿਉਂਕਿ ਚੈਨਲ ਤੇ ਇਹ ਤੁਹਾਡੇ ਆਪਣੇ ਵਿਚਾਰ ਹੋ ਸਕਦੇ, ਅਸੀਂ ਚੈਨਲ ਤੇ ਜਦੋਂ ਆਨੇ ਆ ਜੀ ਕਿਉਂਕਿ ਆਪ ਇੱਥੇ ਮੌਜੂਦ ਨਹੀਂ ਹੈ, ਵਿਚਾਰ ਬਿਲਕੁਲ ਕਹਿ ਸਕਦੇ ਹੋ ਮੇਰੇ ਨੇ, ਡਾਕੂਮੈਂਟ ਹੋਵੇ ਨਾ ਜੀ, ਫਿਰ ਤਾਂ ਅਸੀਂ ਇਹ ਚੀਜ਼ ਇਹਨਾਂ ਨੂੰ ਹੀ ਕੱਲਿਆਂ ਹੀ ਜਿਹੜਾ ਸਿੱਖ ਸੰਗਤ ਦੇ ਰਾਸ਼ਟਰੀ ਸਿੱਖ ਸੰਗਤ ਹੋਵੇ ਜਾਂ RSS ਦੇ ਸਟੇਜਾਂ ਤੇ ਕੱਲਿਆਂ ਹੀ ਇਹਨਾਂ ਨੂੰ ਵੇਖਿਆ ਜਾਂਦਾ ਹੈ, ਇਹ ਕੱਲਿਆਂ ਹੀ ਉਹਨਾਂ ਦੀ ਪੁਸ਼ਪਨਾਹ ਕਰਦੇ ਰਹਿੰਦੇ ਆ। ਔਰ ਦੱਸੋ ਵੀ ਤੁਹਾਡੇ ਕੋਲ ਤੁਹਾਨੂੰ ਕੱਲਿਆਂ ਨੂੰ ਜਾਣਦਾ, ਹੁਣ ਤੁਹਾਨੂੰ ਇਹਦੇ ਪਿੱਛੇ ਦਾ ਇੱਕ ਦੱਸ ਦੇਣਾ, ਇਹਨਾਂ ਦੇ ਉੱਥੇ ਪਹੁੰਚਣ ਦਾ, ਇਹਨਾਂ ਦੇ ਬਿਆਨ ਦੇਣ ਦਾ, ਇਹ ਬੜੀ ਵੱਡੀ ਇੱਕ ਕੜੀ ਹੈ। ਤੁਸੀਂ ਥੋੜੇ ਦਿਨ ਪਹਿਲੇ ਦੇਖਿਆ ਹੋਏਗਾ ਅਖਬਾਰਾਂ ਦੇ ਵਿੱਚ ਬਕਾਇਦਾ ਇੱਕ ਆ ਗਿਆ ਸੀਗਾ ਕਿ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਤੋਂ ਮਾਤਾ ਜੀ ਦੇ ਖੂਹ ਤੋਂ ਜਿਹੜਾ ਹੈ ਜਲ ਅਰਦਾਸ ਕਰਕੇ ਰਾਮ ਮੰਦਿਰ ਦੇ ਨਿਰਮਾਣ ਲਈ ਭੇਜਿਆ ਗਿਆ ਜੀ ਜੀ। ਉਹ ਭੇਜਿਆ ਗਿਆ ਵੀ ਕਿੰਨੇ ਭੇਜਿਆ? ਕੋਈ ਪ੍ਰਬੰਧਕ ਦੀ ਕਮੇਟੀ ਨੇ ਭੇਜਿਆ? ਬਿਲਕੁਲ ਨਹੀਂ ਕਿਸੇ ਨੇ ਭੇਜਿਆ। ਇਹਨਾਂ ਦੇ ਜਿਹੜੇ ਕੁਝ ਉੱਥੇ ਹੱਜ ਵੀ ਮੌਜੂਦ ਬੰਦੇ ਨੇ, ਉਹਨਾਂ ਨੇ ਉੱਥੇ ਜਾ ਕੇ ਅਰਦਾਸ ਕਰਾ ਲਈ, ਫੋਟੋ ਖਿਚਾ ਲਈ। ਹੁਣ ਉਹ ਅਰਦਾਸ ਕਿਸ ਗੱਲ ਦੀ ਹੋਈ, ਫੋਟੋ ਕਿਸ ਗੱਲ ਦੀ ਖਿਚਾਈ? ਨਾਲ ਹੀ ਕੋਈ ਜਿਹੜੇ ਆ ਹਿੰਦੂ ਵੀਰ ਉੱਥੇ ਖਲੋਤੇ ਤੇ ਉਹ ਦਿਖਾਤਾ, ਉੱਥੇ ਪਹੁੰਚ ਗਿਆ। ਤੇ ਨਾਲ ਹੀ ਦੇਖੋ ਇਹ ਹਲੇ ਕੁਝ 2-4 ਦਿਨ ਬੀਤਦੇ ਆ ਤੇ ਇਹ ਗਿਆਨੀ ਇਕਬਾਲ ਸਿੰਘ ਉੱਥੇ ਪਹੁੰਚ ਜਾਂਦੇ ਆ ਤੇ ਨਾਲ ਉੱਥੇ ਆਪਣਾ ਬਿਆਨ ਦੇ ਦਿੰਦੇ ਆ। ਤੁਸੀਂ ਇਸ ਗੱਲ ਨੂੰ ਥੋੜਾ ਜਿਹਾ ਆਪਾਂ ਨੂੰ ਵਿਚਾਰਨਾ ਪਵੇਗਾ ਵੀ ਇਹ ਕੜੀ ਕਿਵੇਂ ਜੁੜਦੀ ਹੈ, ਇਹ ਸਾਨੂੰ ਕਿਉਂ ਇਹ ਹਿੱਸਾ ਬਣਾਉਂਦੇ ਆ, ਕਿਉਂ ਇਹਦੇ ਨਾਲ? ਜੇ ਤੁਸੀਂ ਕਹਿੰਦੇ ਹੋ ਕਿ ਤੁਹਾਨੂੰ ਮੋਦੀ, ਇਹਨੇ ਕਿਹਾ ਕਿ ਵੀ ਮੈਨੂੰ ਮੋਦੀ ਜੀ ਨੇ ਖੁਦ ਇਨਵੀਟੇਸ਼ਨ ਦਿੱਤਾ, ਮੋਦੀ ਜੀ ਦਾ ਇਨਵੀਟੇਸ਼ਨ ਉਹ ਕਾਗਜ਼ਾਂ ਦੇ ਉੱਤੇ ਤੇ ਮੋਦੀ ਦਾ ਹੀ ਨਾਂ ਛਪੇਗਾ ਕਿਉਂਕਿ ਮੋਦੀ ਹੀ ਉੱਥੇ ਕਰ ਰਿਹਾ ਇਨਵੀਟੇਸ਼ਨ। ਇਹਨਾਂ ਨੂੰ ਰਾਸ਼ਟਰੀ ਸਿੱਖ ਸੰਗਤ ਜਾਂ RSS ਵੱਲੋਂ ਜਾਂਦਾ ਹੈ ਕਿਉਂਕਿ ਮੈਨੂੰ ਕੋਈ ਗੱਲਾਂ ਪਤਾ ਨੇ ਵੀ ਜਦੋਂ ਇਹਨਾਂ ਨੂੰ ਤਖਤ ਸਾਹਿਬ ਤੋਂ ਇਹਨਾਂ ਦੀ ਸੇਵਾ ਮੁਕਤੀ ਕੀਤੀ ਜਾਂਦੀ ਹੈ ਔਰ ਬੜਾ ਉਹਦੇ ਵਿੱਚ ਵੀ ਬੜੀ ਜਦੋਜਹਿਦ ਕਰਨੀ ਪੈਂਦੀ ਹੈ ਕਿਉਂਕਿ ਇਹਨਾਂ ਦੇ ਘਰ ਦੇ ਕਾਰੇ, ਇਹਨਾਂ ਦੇ ਔਲਾਦ ਦੇ ਕਾਰੇ ਵੀ ਉਸੇ ਘਰ ਹੀ ਰਹਿਣਾ, ਤਖਤ ਸਾਹਿਬ ਦੇ ਹਦੂਦ ਦੇ ਵਿੱਚ ਰਹਿਣਾ ਔਰ ਉਹਦੇ ਮੁੰਡੇ ਵੱਲੋਂ ਸਿਗਰਟਾਂ ਪੀਣੀਆਂ, ਸ਼ਰਾਬਾਂ ਪੀਣੀਆਂ, ਇਹ ਬੜੀ ਵੱਡੀ ਗੱਲ ਵੇਖੇਗੀ। ਤੰਬਾਕੂ ਦਾ ਸੇਵਨ ਜਿੱਥੇ ਦੇਖੋ ਭਾਈ ਸਾਹਿਬ ਜੀ ਇਹ ਬਿਲਕੁਲ ਭਾਈ ਪ੍ਰਦੀਪ ਸਿੰਘ ਜੀ, ਮੈਂ ਬੇਨਤੀ ਹੈ ਜੀ ਕਿ ਇਹ ਠੀਕ ਹੈ ਜੋ ਤੁਸੀਂ ਗੱਲਾਂ ਕੀਤੀਆਂ ਆ। ਨਹੀਂ ਸਰਦਾਰ ਅਮਰ ਸਿੰਘ ਜੀ, ਇੱਕ ਮਿੰਟ, ਇਹ ਜਿਹੜੀਆਂ ਗੱਲਾਂ ਨੇ ਇਹ ਬਕਾਇਦਾ ਇਹਦੀ ਵੀਡੀਓਗ੍ਰਾਫੀ ਹੋ ਚੁੱਕੀ ਹੈ ਔਰ ਬਕਾਇਦਾ ਇਹਦੇ ਬਾਰੇ ਅਕਾਲ ਤਖਤ ਸਾਹਿਬ, ਠੀਕ ਹੈ ਆਪਾਂ ਨਾ listen, I don't want to get away from the topic. The topic ਸਾਡਾ ਇਹ ਹੈ ਰਾਮ ਮੰਦਿਰ ਵੱਲ ਨੂੰ ਹੋਵੇ, ਠੀਕ ਹੈ, ਫੈਮਿਲੀ ਦੀ ਮੈਂ ਉਹਦੇ ਚਾਹੁੰਦਾ ਬਹੁਤਾ ਜਿਹੜੀ ਮੈਂ ਟੌਪਿਕ ਹੈ। ਦੇਖੋ ਪ੍ਰਦੀਪ ਸਿੰਘ ਜੀ, ਜਿਹੜਾ ਸਾਡਾ ਟੌਪਿਕ ਹੈ ਅੱਜ ਦਾ ਇਹ ਆ ਵੀ ਇਹ ਉੱਥੇ ਗਏ ਆ, ਕਿਉਂ ਗਏ ਆ, ਤੇ ਇਹਨੂੰ ਰੈਕਟੀਫਾਈ ਕੀਤਾ ਜਾਵੇ। ਇਹਨੂੰ ਮਤਲਬ ਕਿ ਆਪਾਂ ਕਿਹੜੇ ਕਦਮ ਜਿਹੜੇ ਚੁੱਕ ਸਕਦੇ ਆ ਜਿਹਦੇ ਕਰਕੇ, ਇੱਕ ਤਾਂ ਮੈਂ ਸਮਝਦਾ ਜਿਹੜਾ ਨੇ ਉੱਥੇ ਬਿਆਨ ਦਿੱਤਾ ਆ, ਜਿਹਨਾਂ ਨੇ ਕਹਿ ਦਿੱਤਾ ਵੀ ਅਸੀਂ ਚਲੋ ਜੇ ਨੁਮਾਇੰਦਗੀ ਕੀਤੀ ਆ ਸਿੱਖ ਕੌਮ ਨੇ ਤੇ ਰਾਮ ਚੰਦਰ ਦੀ ਕੌਲ ਆ, ਤੇ ਫਿਰ ਜਿਹੜੀ ਰਾਮ ਮੰਦਿਰ ਦਾ ਫਿਰ ਅਕਾਲ ਤਖਤ ਦੇ ਨਾਲ ਲੱਗਣਾ ਚਾਹੀਦਾ ਕਿਉਂਕਿ ਜੇ 12 ਸਿੱਖ ਆ ਰਾਮ ਚੰਦਰ ਜੀ ਦੇ, ਫਿਰ ਤਾਂ ਮੈਂ ਕਹਿੰਦਾ ਵੀ ਇਹਨੂੰ ਕਹਿਣਾ ਚਾਹੀਦਾ ਸੀ ਉੱਥੇ ਜਾ ਕੇ ਵੀ ਜਿਹੜਾ ਤੁਸੀਂ ਮੰਦਿਰ ਬਣਾਉਣ ਡਏ ਆ ਇਹਦਾ ਜਿਹੜਾ ਮਲਕੀਅਤ ਆ ਉਹ ਅਕਾਲ ਤਖਤ ਨੂੰ ਜਾ ਕੇ ਦਿਓ। ਸੋ ਬੇਸਿਕਲੀ ਇਹਨੂੰ ਦੱਸੋ ਭਾਈ ਸਾਹਿਬ ਜਿਹੜੇ ਇਹਨੂੰ ਰੈਕਟੀਫਾਈ ਕੀਤਾ ਜਾਏ, ਪਹਿਲੇ ਸਾਨੂੰ ਦੱਸੋ। ਹਾਂਜੀ
ਅਮਰ ਸਿੰਘ ਜੀ, ਮੈਂ ਆਪ ਜੀ ਨੂੰ ਤੁਹਾਡਾ ਦੱਸਣਾ ਵੀ ਜਿੱਥੋਂ ਦੀ ਸਿੰਘ ਸਾਹਿਬਾਂ ਵੱਲੋਂ ਜਾਂ ਪੂਰੀ ਕੌਮ ਦੇ ਵਿੱਚ ਇਹ ਸੁਨੇਹਾ ਸੀਗਾ ਕਿ ਵੀ ਅਸੀਂ ਜਿਹੜਾ ਰਾਮ ਮੰਦਿਰ ਦੇ ਉਸਾਰੀ ਦੇ ਜਿਹੜਾ ਸਮਾਗਮ ਦੇ ਵਿੱਚ ਕੋਈ ਵੀ ਸ਼ਮੂਲੀਅਤ ਨਹੀਂ ਕਰੇਗਾ ਸਿੱਖ, ਹਨਾ। ਇਹ ਹਰ ਬੰਦਾ ਵੇਖ ਰਿਹਾ ਸੀਗਾ ਵੀ ਕਿਹੜਾ ਪਾਰਟੀ ਜਾਂ ਕਿਹੜਾ ਇਨਸਾਨ ਉੱਥੇ ਜਾਏਗਾ। ਮੈਂ ਉਹ ਕੜੀ ਤੁਹਾਨੂੰ ਦੱਸੀ ਹੈ ਵੀ ਇਹਨਾਂ ਨੇ ਤਖਤ ਪਟਨਾ ਸਾਹਿਬ ਤੇ ਨਾ ਹੁੰਦੇ ਹੋਏ ਵੀ ਇਹਨਾਂ ਦੇ ਜਿਹੜੇ ਸੈੱਲ ਕਹਿ ਲਈਏ ਉੱਥੇ ਅੱਜ ਵੀ ਮੌਜੂਦ ਨੇ, ਉਹਨਾਂ ਨੇ ਉੱਥੋਂ ਦੀ ਅੰਮ੍ਰਿਤ ਪਹੁੰਚਾਇਆ, ਕਿਉਂਕਿ ਕਿਧਰੇ ਨਾ ਕਿਧਰੇ ਬੀਜੇਪੀ ਜਿਹੜਾ ਹੈ ਸਿੱਖਾਂ ਨੂੰ ਆਪਣੇ ਨਾਲ ਰੱਖਣਾ ਚਾਹੁੰਦਾ ਹੈ, ਰੱਖਣਾ ਨਹੀਂ ਚਾਹੁੰਦਾ, ਇਹ ਉਹਨਾਂ ਦੀ ਜਿਹੜੀ ਇਤਿਹਾਸ ਨੂੰ ਆਪਣੇ ਲਈ ਵਰਤਣਾ ਚਾਹੁੰਦਾ ਹੈ। ਅਗਰ ਉਹ ਆਪਣੇ ਨਾਲ ਰੱਖਣਾ ਚਾਹੁੰਦਾ ਹੁੰਦਾ ਤੇ ਹਰਿਦੁਆਰ ਦੀ ਗਿਆਨ ਗੋਦੜੀ ਹੈ, ਹਨਾ, ਅੱਜ ਸਾਡੇ ਸਿੱਕਮ ਦੇ ਵਿੱਚ ਗੁਰਦੁਆਰਾ ਗੁਰੂ ਨਾਨਕ ਪਾਤਸ਼ਾਹ ਦਾ ਉਹ ਢਾਇਆ ਗਿਆ, ਅੱਜ ਤੱਕ ਹਰਿਦੁਆਰ ਬਿਲਕੁਲ ਉੜੀਸਾ ਦੇ ਵਿੱਚ ਅੱਜ ਤੱਕ ਸਾਨੂੰ ਜਗਤਨਾਥ ਮੰਦਿਰ ਦੇ ਟੈਂਪਲ ਜਿੱਥੇ ਰੋਜ਼ ਅਸੀਂ ਆਰਤੀ ਪੜ੍ਹਦੇ ਹਾਂ, ਗੁਰੂ ਨਾਨਕ ਸਾਹਿਬ ਦਾ ਸਥਾਨ ਹੈਗਾ, ਉਹ ਵੀ ਮੰਦਿਰ ਨੂੰ ਉਹਨੂੰ ਬਦਲਿਆ ਗਿਆ, ਅੱਜ ਤੱਕ ਉਹ ਸਿੱਧਾ ਨਹੀਂ ਕੀਤਾ ਗਿਆ। ਇਹਨਾਂ ਨੂੰ ਸਿਰਫ ਇਹ ਪੁੱਛਿਆ ਜਾਵੇ ਜੇ ਤੁਹਾਨੂੰ ਸਿੱਖਾਂ ਦੇ ਇਤਿਹਾਸ ਦੀ ਜੇ ਇੰਨੀ ਤੁਹਾਨੂੰ ਲੋੜ ਹੈ ਜਾਂ ਉਸ ਦੇ ਗੱਲ ਨੂੰ ਇੰਨਾ ਪਲਟ ਕੇ ਕਰਦੇ ਹੋ ਤੇ ਪਹਿਲਾਂ ਇਹਨਾਂ ਚੀਜ਼ਾਂ ਨੂੰ ਸੁਧਾਰੋ। ਹੁਣ ਉਸ ਜਗ੍ਹਾ ਦੇ ਉੱਤੇ ਕੋਈ ਸਿੱਖ ਜਾਣ ਨਹੀਂ ਰਿਹਾ ਸੀਗਾ, ਇਹਨਾਂ ਨੂੰ ਕੋਈ ਨਾ ਕੋਈ ਬੰਦਾ ਵਿਅਕਤੀ ਦਿਖਾਣਾ, ਔਰ ਇਹ ਵਿਅਕਤੀ ਜਿਹੜਾ ਅੱਜ ਵੀ ਇਹ ਸੋਚਦਾ ਹੈ ਕਿ ਮੈਨੂੰ ਕਿਧਰੇ ਨਾ ਕਿਧਰੇ ਦੁਬਾਰਾ ਸਰਕਾਰਾਂ ਜਿਹੜੀਆਂ ਨੇ ਆਪਣਾ ਪ੍ਰਭਾਵ ਦਿਖਾਉਂਦੇ ਹੋਏ, ਆਪਣਾ ਜ਼ੋਰ ਦਿਖਾਉਂਦੇ ਹੋਏ ਤਖਤ ਪਟਨਾ ਸਾਹਿਬ ਤੇ ਦੁਬਾਰਾ ਮੁੜ ਬਹਾਲ ਕਰ ਦੇਣਗੀਆਂ। ਇਹ ਗੱਲ ਨੂੰ ਬੜਾ ਸਮਝ ਲੈਣਾ, ਇਹ ਮੁੜ ਬਹਾਲੀ ਦੇ ਲਈ ਇਹ ਜਿਹੜਾ ਉਹਨਾਂ ਦੀ ਪੁਸ਼ਤਪਨਾ ਕਰਦੇ, ਔਰ ਉਹਨਾਂ ਲਈ ਇਹੋ ਹੀ ਇਨਸਾਨ ਸੂਟ ਕਰਦਾ ਜਿਹੜਾ ਉਹਨਾਂ ਦੀ ਹਰ ਗੱਲ ਨੂੰ ਮੰਨਦਾ ਔਰ ਉਹਨਾਂ ਦੇ ਕਹੇ ਤੇ ਜਿਸ ਢੰਗ ਨਾਲ ਉਹ ਚਲਾਉਣਾ ਚਾਹੁੰਦੇ ਨੇ ਚੱਲਦਾ ਹੈ। ਔਰ ਇਹਨਾਂ ਨੇ ਇਹ ਕੋਈ ਇੱਥੇ ਦਾ ਨਹੀਂ ਹੈ, ਇਹਦੇ ਵਿੱਚ ਜਿਹੜਾ ਅੱਜ ਉੜੀਸਾ ਵਾਲਾ ਮਸਲਾ ਤੁਸੀਂ ਪਿੱਛੇ ਪੱਕਿਆ ਸੀ ਜੀ, ਢਹਿ ਗਿਆ ਮੰਦਿਰ ਜਾਂ ਕੁਝ ਹੋ ਗਿਆ, ਇਹ ਵੀ ਜਿਹੜਾ ਹੈ ਖਰਾਬੀ ਇਤਿਹਾਸ ਦੇ ਕਰਨ ਦੇ ਵਿੱਚ ਇਹਦਾ ਹੀ ਹੱਥ ਹੈ, ਪਿਛੋਕੜ। ਮੇਰੇ ਕੋਲ ਕਾਗਜ਼ ਮੌਜੂਦ ਨੇ ਬਕਾਇਦਾ ਮੇਰੇ ਕੋਲ, ਮੈਂ ਕਿਉਂਕਿ ਆਪ ਜੀ ਨੂੰ ਦੱਸ ਚੁੱਕਾ ਕਿ ਉੜੀਸਾ ਜਿਹੜਾ ਹੈ ਉਹ ਜਗਨਨਾਥ ਮੰਦਿਰ ਜਿਹੜਾ ਉੜੀਸਾ ਦੇ ਵਿੱਚ ਆਉਂਦਾ, ਔਰ ਉੜੀਸਾ ਦੀਆਂ 47 ਸਿੰਘ ਸਭਾਵਾਂ ਵੱਲੋਂ ਮੈਨੂੰ ਆਪਣਾ ਸਰਪ੍ਰਸਤ ਫਿਰ ਉਹਦੇ ਬਾਅਦ ਕੋਆਰਡੀਨੇਟਰ ਥਾਪਿਆ ਗਿਆ ਇਸ ਮਸਲੇ ਨੂੰ ਲੈ ਕੇ, ਜਿਹਦੀ ਮੈਂ ਲੜਾਈ ਬੜੇ ਸਾਲ ਲੰਬੀ ਹੈ। ਇਹ RSS ਹੋਵੇ, ਬੀਜੇਪੀ ਹੋਵੇ, ਦੇਖੋ ਬੀਜੇਪੀ ਦਾ ਵੀ ਵੱਡਾ ਜਿਹੜਾ ਮਾਈ ਬਾਪ ਨੇ ਉਹ RSS ਹੈ, ਰਾਸ਼ਟਰੀ ਸਿੱਖ ਸੰਗਠਨ। ਅਸੀਂ ਇਹਨਾਂ ਨੂੰ ਕੁਝ ਸਿੱਖ ਤੇ ਸਕੇ ਨਹੀਂ, ਲੇਕਿਨ ਇਹਨਾਂ ਦੀਆਂ ਮੈਂ ਕਹਿੰਦਾ ਇਹਨਾਂ ਨੂੰ ਇਹ ਸਿੱਖੋ ਵੀ ਇਹਨਾਂ ਨੇ ਕਿਵੇਂ ਆਪਣੇ ਆਪ ਨੂੰ ਇੱਕ ਬਾਡੀ ਨੂੰ ਬਣਾਇਆ, ਔਰ ਕਿਸ ਤਰ੍ਹਾਂ ਇਹ ਤੁਹਾਨੂੰ ਲੋਕਾਂ ਨੂੰ ਪ੍ਰਚਾਰ ਰਹੇ ਨੇ, ਤੁਹਾਨੂੰ ਅੰਦਰ ਲਿਜਾਣਾ ਚਾਹ ਰਹੇ ਨੇ, ਔਰ ਤੁਹਾਨੂੰ ਮੁਕਾ ਦੇਣਗੇ ਤੁਹਾਡੀ ਆਇਡੈਂਟੀਟੀ ਨੂੰ। ਇੱਕ ਪਾਸੇ ਅਸੀਂ ਲੋੜਾ ਪਾ ਦਿੰਦੇ 84 ਨੂੰ ਲੈ ਕੇ, ਹਨਾ, ਵੀ ਕਾਂਗਰਸ, ਲੇਕਿਨ ਦੂਜੇ ਪਾਸੇ ਇਹ ਨਹੀਂ ਸਮਝਦੇ ਕਿ ਉਸ 84 ਨੂੰ ਜ਼ੋਰ ਜਿਹੜਾ ਜ਼ਬਰਦਸਤੀ ਕਰਾਉਣ ਵਾਲਾ ਇਹ ਰਾਸ਼ਟਰੀ ਸਿੱਖ ਸੰਗਤ ਦਾ ਹੀ ਸੀ। ਇਹ ਕਈ ਫੋਟੋਆਂ ਤੁਹਾਨੂੰ ਮਿਲ ਜਾਂਦੀਆਂ ਜਦੋਂ ਬੈਨਰ ਲੈ ਕੇ ਅਡਵਾਨੀ ਜੀ ਤੇ ਅਟਲ ਬਿਹਾਰੀ ਜੀ ਤੁਰਦੇ ਨੇ, ਹਨਾ ਜੀ, ਵੀ ਅਟੈਕ ਕੀਤਾ ਜਾਵੇ ਦਰਬਾਰ ਸਾਹਿਬ ਤੇ, ਅੰਮ੍ਰਿਤਸਰ ਭੇਜਿਆ ਜਾਣ, ਮਿਲਟਰੀ ਭੇਜੀ ਜਾਵੇ, ਔਰ ਉਹੀਓ ਕੜੀ ਜਿਹੜੀ ਹੈ ਸਮੇਂ ਸਮੇਂ ਤੇ ਤੁਹਾਨੂੰ ਇਹ ਵਰਤਾਉਂਦੇ ਨੇ। ਅੱਜ ਇਹਨਾਂ ਨੇ ਸਿੱਖਾਂ ਨੂੰ ਆਪਣੇ ਨਾਲ ਵਾਸਤੇ, ਕਿਉਂਕਿ ਦੂਜੇ ਪਾਸੇ ਆਪਾਂ ਇਹ ਲੜਾਈ ਵਾਲਾ ਜਿਹੜਾ ਮਸਲਾ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਆਪਾਂ ਮੁਸਲਮਾਨਾਂ ਤੇ ਆਡਾ ਜਾਂ ਅਸੀਂ ਵੀ ਖੁਸ਼ ਹੁੰਦੇ ਹਾਂ ਕਿ ਵੀ ਹਾਂਜੀ ਬਾਬਰੀ ਮਸਜਿਦ ਢਾਈ ਗਈ, ਗਲਤ ਹੈ। ਸਿੱਖ ਦਾ ਰਿਸ਼ਤਾ ਮੁਸਲਮਾਨਾਂ ਨਾਲ ਵੀ ਬਹੁਤ ਹੈ। ਅਗਰ ਗੁਰੂ ਸਾਹਿਬ ਦੇ ਇਤਿਹਾਸ ਤੋਂ ਭਾਈ ਮਰਦਾਨਾ ਵੀ ਮੁਸਲਮਾਨ ਸੀਗਾ ਤੇ 10ਵੇਂ ਪਾਤਸ਼ਾਹ ਤੱਕ ਨਬੀ ਖਾਂ ਗਨੀ ਖਾਂ ਵੀ ਮੁਸਲਮਾਨ ਸੀ। ਦਰਬਾਰ ਸਾਹਿਬ ਦੀ ਨੀਂਹ ਜਿਹੜੀ ਹੈ ਸਾਈਂ ਮੀਆਂ ਮੀਰ ਨੇ ਰੱਖੀ, ਉਹ ਵੀ ਮੁਸਲਮਾਨ ਸਨ, ਉਹਨਾਂ ਦੀਆਂ ਵੀ ਮਸਜਿਦਾਂ ਨੇ। ਅੱਜ ਜਿਹੜਾ ਇਹ ਜਿਹੜਾ ਸਾਨੂੰ ਇੱਕ ਲੜਾਈ ਵਾਲਾ ਕੰਮ ਕਹਿ ਲਈਏ ਜਾਂ ਇੱਕ ਆਪਣੇ ਆਪ ਮਿਲਾਉਣ ਦੀ ਗੱਲ ਕਰਦੇ, ਇਹ ਗਲਤ ਹੈ। ਔਰ ਇਹ ਜਿਹੜਾ ਇਹ ਕਹਿੰਦੇ ਕਿ ਹਾਂਜੀ ਰਾਮਾਇਣ ਗੁਰੂ ਸਾਹਿਬ ਨੇ ਉਚਾਰੀ ਹੈ, ਰਾਮਾਇਣ ਗੁਰੂ ਸਾਹਿਬ ਨੇ ਉਹਦਾ ਤਰਜਮਾ ਕੀਤਾ, ਉਹਦੀ ਸਰਲ ਭਾਸ਼ਾ, ਕਿਉਂਕਿ ਪੰਡਤਾਂ ਦਾ ਜਿਹੜਾ ਕੰਮ ਸੀ ਉਸ ਵੇਲੇ ਦਾ ਕਿ ਉਹ ਆਪਣੇ ਹਿਸਾਬ ਨਾਲ ਲੋਕਾਂ ਨੂੰ ਸਿਖਾਉਂਦੇ ਦੱਸਦੇ ਸਨ, ਕਿਉਂਕਿ ਉਹ ਸੰਸਕ੍ਰਿਤਿਕ ਬ੍ਰਿਜ ਭਾਸ਼ਾ ਔਰ ਆਮ ਜਿਹੜੀਆਂ ਭਾਸ਼ਾਵਾਂ ਜਿਹੜੀਆਂ ਉਸ ਸਮੇਂ ਨਹੀਂ ਪੜ੍ਹੀਆਂ ਜਾਂਦੀਆਂ ਸਨ। ਗੁਰੂ ਸਾਹਿਬ ਗਿਆਤਾ ਨੇ ਇਸ ਚੀਜ਼ਾਂ ਦੇ, ਗੁਰੂ ਸਾਹਿਬ ਨੇ ਕਈਆਂ ਐਸੇ ਗ੍ਰੰਥਾਂ ਦੇ ਤਰਜਮੇ ਕੀਤੇ ਔਰ ਬਾਅਦ ਵਿੱਚ ਉਹਨਾਂ ਨੇ ਬਕਾਇਦਾ ਲਿਖਿਆ ਵੀ ਹੈ ਕਿ ਵੀ ਮੈਂ ਇਹ ਸਿਮਰਤੀਆਂ ਭੇਦ, ਇਹ ਜਿਹੜੇ ਭੇਦ ਕਭੇਦ ਹੈ, ਇਹਨਾਂ ਤੇ ਮੇਰਾ ਕੋਈ ਵਿਸ਼ਵਾਸ ਵੀ ਨਹੀਂ ਹੈ। ਤੁਸੀਂ ਦਸਮ ਦੀ ਬਾਣੀ ਦੇ ਵਿੱਚ ਜਾ ਕੇ ਤੁਕਾਂ ਪੜ੍ਹੀਏ, ਔਰ ਤੁਕਾਂ ਦਾ ਜਦੋਂ ਆਪਾਂ ਇੱਕ ਗਹਿਰਾਈ ਕਰਨੀ ਪੈਣੀ ਹੈ, ਕਿਉਂਕਿ ਜਿਹੜਾ ਸਾਡਾ ਇਤਿਹਾਸ, ਸਾਡੀ ਜਿਹੜੀ ਬਾਣੀ ਹੈ ਨਾ, ਇਹ ਬੜੀ ਵਿਚਾਰਨ ਵਾਲੀ ਹੈ। ਇਹਨੂੰ ਸਾਰੀ ਉਮਰ ਲੱਗ ਜਾਏਗੀ, ਤੁਸੀਂ ਨਹੀਂ ਵਿਚਾਰ ਸਕਦੇ। ਇਹਦੇ ਵਿੱਚ ਹੁਣ ਤੁਕਾਂ ਨੇ ਨਾ, ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨਾ ਮਾਨਿਓ, ਹਨਾ ਜੀ, ਉਹਦੇ ਵਿੱਚ ਹੀ ਥੱਲੇ ਲਾਈਨ ਆ ਜਾਂਦੀ ਹੈ, ਸਿਮਰਤ ਸਾਸਤ ਭੇਦ ਸਭੇ ਬਹੁ ਭੇਦ ਕਹੇ ਹਮ ਏਕ ਨਾ ਜਾਣਿਓ। ਇਹ ਵੀ ਤਾਂ ਮਹਾਰਾਜ ਨੇ ਲਿਖਿਆ ਕਿ ਵੀ ਤੁਹਾਡੇ ਕਈ ਭੇਦ ਨੇ, ਮੈਂ ਜਾਣਦਾ ਨਹੀਂ, ਮੈਨੂੰ ਵਿਸ਼ਵਾਸ ਨਹੀਂ। ਚਲੋ ਆਪਾਂ ਇਹ ਤੁਸੀਂ ਹੁਣੇ ਅਮਰ ਸਿੰਘ ਜੀ ਇਹ ਗੱਲ ਕਹੀ ਕਿ ਵੀ ਅਸੀਂ ਮੰਨਦੇ ਹਾਂ ਜੀ ਲਵ ਕੁਛ ਬੇਦਿਓ ਛੋਟੀਆਂ ਦਾ, ਮੈਂ ਉੱਥੇ ਹੀ ਗੱਲ ਕਹੀ ਹੈ ਵੀ ਤੁਸੀਂ ਦੂਜੇ ਪਾਸੇ ਇਸ ਗੱਲ ਨੂੰ ਕਰੋ। ਇਹ ਏਜੰਡਾ ਜਿਹੜਾ ਹੈ ਸਿੱਖਾਂ ਨੂੰ ਮੁਕਾਉਣ ਵਾਲੇ ਪਾਸੇ, ਇਹਨਾਂ ਦੀ ਆਇਡੈਂਟੀਟੀ, ਕਿਉਂਕਿ ਤੁਹਾਡੀ ਇੱਕ ਵਲੇਕਲੀ ਆਇਡੈਂਟੀਟੀ, ਤੁਸੀਂ ਇੱਕ ਯੋਧੇ ਹੈਗੇ ਹੋ, ਤੁਸੀਂ ਬਾਣੀ ਤੋਂ, ਤੁਸੀਂ ਇਹ ਜਿਹੜੀਆਂ ਪਖੰਡਾਂ ਤੋਂ ਦੂਰ ਆ ਚੁੱਕੇ ਹੋ। ਗੁਰੂ ਸਾਹਿਬ ਨੇ ਤੁਹਾਨੂੰ ਇਹ ਚੀਜ਼ਾਂ ਤੋਂ ਬਾਹਰ ਕੱਢਿਆ, ਇਹ ਤੁਹਾਨੂੰ ਵਿੱਚ ਉਸੇ ਫਸਾਣਾ ਚਾਹੁੰਦੇ ਆ। ਗੱਲ ਮੈਂ ਬਿਲਕੁਲ ਸਹਿਮਤ ਹਾਂ, ਐਸੀ ਗੱਲ ਨਹੀਂ ਹੈ, ਕਿਉਂਕਿ ਜੋ ਤੁਸੀਂ ਗੱਲ ਕਰਦੇ ਆ ਨਾ, ਇਹੀ ਤੁਹਾਨੂੰ ਮੈਂ ਕਹਿੰਦਾ ਸੀਗਾ, ਜਿਹੜੇ ਡਾਇਰੈਕਸ਼ਨ ਹੈ ਨਾ, ਇਨਫੋਰਮੇਸ਼ਨ ਵੀ ਸ਼ੇਅਰ ਕੀਤੀ ਆ, ਉਹ ਜਿਹੜੀ ਗਲਤ ਨਹੀਂ ਹੈ, ਪਰ ਜਿਹੜੇ
ਜਿਹੜੇ ਹਿਸਾਬ ਦੇ ਵਿੱਚ ਜਿਹੜੇ ਕੰਟੈਕਸਟ ਦੇ ਵਿੱਚ ਉਹਨੇ ਇਹਨੂੰ ਜਾਗਰ ਕੀਤਾ ਉੱਥੇ ਜਾ ਕੇ ਰਾਮ ਮੰਦਿਰ ਵਿੱਚ, ਉਹ ਜਿਹੜੀ ਨਿੰਦਣਯੋਗ ਆ, ਕਿਉਂਕਿ ਉਹ ਮਿਸਡਾਇਰੈਕਟ ਕਰਦਾ ਹੈ ਉਹਨੂੰ, ਜਿਹੜੀ ਮਿਸਡਾਇਰੈਕਸ਼ਨ ਦਿੱਤੀ ਹੈ, ਜਿਹੜਾ ਕਿ ਉਹਦੀ ਜਿਸ ਤਰ੍ਹਾਂ ਉਹਨੇ ਡਾਇਰੈਕਸ਼ਨ ਇਹਨੂੰ ਦਿੱਤੀ ਆ, ਇਨਫੋਰਮੇਸ਼ਨ ਜਿਸ ਤਰ੍ਹਾਂ ਸ਼ੇਅਰ ਕੀਤੀ ਆ, ਉਹ ਕਨਫਿਊਜ਼ਨ ਪੈਦਾ ਕਰਦੀ ਆ। ਆਪਾਂ ਉਸ ਗੱਲ ਤੇ ਆਏ ਸੀਗੇ। ਪਰ ਸਰਦਾਰ ਅਮਰ ਸਿੰਘ ਦੀ ਗੱਲ ਇਹ ਹੈ, ਦੇਖੋ ਜਿਸ ਵਕਤ ਜਦੋਂ ਜਿਹੜੀ ਮਹਾਰਾਜ ਦਸਮ ਪਾਤਸ਼ਾਹ ਜੀ ਦੀ ਜਿਹੜੀ ਬਾਣੀ ਵੀ ਹੈ, ਉਹ ਕਿਤੇ ਵੀ ਇਹ ਗੱਲ ਨਹੀਂ ਹੈ ਕਿ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਲਵ ਦੀ ਜਾਂ ਕੁਛ ਦੀ, ਉਹ ਸੰਦਰਭ ਦੇ ਵਿੱਚ ਹੈ ਕਿ ਇੱਕ ਕੁਛ ਖਾਨਦਾਨ ਹੁੰਦੇ ਆ, ਉਹਦੇ ਵਿੱਚ ਬਹੁਤ ਵੱਡੇ ਖਾਨਦਾਨਾਂ ਜੋ ਕਈ ਹਜ਼ਾਰਾਂ ਹੀ ਲੱਖਾਂ ਹੀ ਵੇਦੀ ਹੋਣਗੇ, ਕਰੋੜਾਂ ਹੀ ਹੋਣਗੇ ਪਰਿਵਾਰ, ਉਹਦੇ ਸੰਦਰਭ ਦੇ ਵਿੱਚ ਹਜ਼ੂਰ ਨੇ ਉਹ ਜਿਹੜਾ ਪਰਿਵਾਰਕ ਇੱਕ ਰਵਾਇਤ ਹੁੰਦੀ ਹੈ ਕਿ ਤੁਹਾਡਾ ਪਰਿਵਾਰ ਕਿਸ ਤਰ੍ਹਾਂ ਚੱਲਿਆ, ਉਹਨੂੰ ਮੁੱਖ ਰੱਖਦਿਆਂ ਉਹ ਬੰਦ ਲਿਖਿਆ। ਖੈਰ, ਪਰ ਇਹ ਤੇ ਮਤਲਬ ਜਿਹੜੀ ਪੰਥ ਇਸ ਟਾਈਮ ਗੁਰੂ ਗੋਬਿੰਦ ਸਿੰਘ ਸਾਹਿਬ ਹਜ਼ੂਰ ਤੋਂ ਬਾਅਦ ਖਾਲਸਾ ਪੰਥ ਗੁਰਤਾ ਗੱਦੀ ਤੇ ਹੈ, ਔਰ ਗੁਰੂ ਗ੍ਰੰਥ ਗੁਰਤਾ ਗੱਦੀ ਤੇ ਹੈ। ਗੁਰੂ ਗਰੀਬ ਨਵਾਜ ਨੇ ਜਿਹੜਾ ਅੱਜ ਦੇ ਸਮੇਂ 'ਚ ਪੰਥ ਔਰ ਗ੍ਰੰਥ ਨੂੰ ਗੱਦੀ ਦਿੱਤੀ ਹੈ, ਔਰ ਪੰਥ ਔਰ ਗ੍ਰੰਥ ਕਿਸੇ ਲਵ ਨੂੰ ਤੇ ਕਿਸੇ ਕੁਛ ਨੂੰ ਨਹੀਂ ਮੰਨਦਾ। ਬਿਲਕੁਲ ਸਹੀ ਗੱਲ ਹੈ। ਗ੍ਰੰਥ ਕੇਵਲ ਤੇ ਕੇਵਲ ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਹਜ਼ੂਰ ਤੋਂ ਪੈਦਾ ਹੋਇਆ। ਗੁਰੂ ਨਾਨਕ ਸਾਹਿਬ ਸਾਡੇ ਪਹਿਲੇ ਗੁਰੂ ਸਨ। ਦਸਮ ਪਾਤਸ਼ਾਹ ਤੱਕ ਅਸੀਂ ਸਰੀਰਕ ਰੂਪ ਦੇ ਵਿੱਚ ਗੁਰੂ ਪਾਤਸ਼ਾਹ ਨੂੰ ਮੰਨਦੇ ਹਾਂ। ਉਸ ਤੋਂ ਬਾਅਦ ਜੇ ਇਸ ਸਮੇਂ ਸਾਡਾ ਕੋਈ ਰਹਿਬਰ ਹੈ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਹਜ਼ੂਰ ਨੇ। ਖਾਲਸਾ ਕਿਸੇ ਦੀ ਅੰਸ਼-ਵੰਸ਼ ਨਹੀਂ, ਖਾਲਸਾ ਖੁਦ ਬਿਲਕੁਲ ਸਹੀ ਗੱਲ ਹੈ। ਸੋ ਖਾਲਸੇ ਨੂੰ ਕਿਸੇ ਦੇ ਥੱਲੇ ਲਾਉਣਾ ਜਾਂ ਉਹ ਲਾਉਣਾ, ਉਹ ਕਿਸੇ ਖਾਸ ਪ੍ਰੋਗਰਾਮ ਤੇ, ਇਹ ਬਿਲਕੁਲ ਹੀ ਪੰਥਕ ਰਵਾਇਤ ਨਹੀਂ, ਇਹਨੂੰ ਕਦੇ ਵੀ ਜਸਟੀਫਾਈ ਨਹੀਂ ਕੀਤਾ ਜਾ ਸਕਦਾ। ਔਰ ਦੂਸਰੀ ਗੱਲ, ਸਰਦਾਰ ਭੁਪਿੰਦਰ ਸਿੰਘ ਜੀ, ਇੱਕ ਆਪਾਂ ਜਦੋਂ ਦੇਖਦੇ ਹਾਂ, ਤੁਸੀਂ ਸ਼੍ਰੋਮਣੀ ਕਮੇਟੀ ਦੇ ਵਿੱਚ ਜਾਂ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਸੇਵਾਵਾਂ ਦਿੱਤੀਆਂ, ਹੋਰ ਵੀ ਵੱਖੋ ਵੱਖਰੀਆਂ ਜਗ੍ਹਾ ਤੇ, ਕੀ ਕਾਰਨ ਹੈ ਜੇ ਅੱਜ ਵੀ ਆਪਾਂ ਦੇਖਦੇ ਹਾਂ ਕਈ ਕੰਟਰੋਵਰਸੀਆਂ ਅੱਗੇ ਤੋਂ ਅੱਗੇ ਜਾ ਕੇ, ਔਰ ਇਹਦੇ ਨਾਲ ਜੁੜ ਜਾਂਦਾ ਹੈ ਜਥੇਦਾਰਾਂ ਦੇ ਨਾਲ। ਕੀ ਜਥੇਦਾਰਾਂ ਦੀ ਚੋਣ ਕਰਨ ਤੋਂ ਪਹਿਲੋਂ ਕੀ ਕੋਈ ਪ੍ਰੋਸੀਜਰ ਹੈ ਇਹੋ ਜਿਹਾ ਪੰਥ ਦੇ ਵਿੱਚ? ਕੀ ਰਾਜਨੀਤਿਕ ਪਾਰਟੀਆਂ ਦਾ ਜ਼ੋਰ ਹੈ ਕਿਹੜਾ ਬੰਦਾ ਕਿੱਥੇ ਜਥੇਦਾਰ ਚੁਣਨਾ ਹੈ ਜਾਂ ਕਿਸ ਤਰੀਕੇ ਨਾਲ ਉਹਨੂੰ ਅਪੁਆਇੰਟ ਕਰਨਾ ਹੈ? ਜੇ ਹੈ ਤੇ ਤੁਸੀਂ ਅੱਜ ਸਾਡੇ ਨਾਲ ਹੋ, ਕੀ ਇਹ ਚੀਜ਼ਾਂ ਤੁਹਾਡੇ ਨੌਲੇਜ 'ਚ ਹੈ ਜਾਂ ਤੁਹਾਡੇ ਕੋਲ ਪਹਿਲੋਂ ਤੁਸੀਂ ਕਿਉਂਕਿ ਵਿੱਚ ਵਿਚਰੇ ਹੋ? ਔਰ ਇਹਦਾ ਖਮਿਆਜ਼ਾ, ਕਿਉਂਕਿ ਜਥੇਦਾਰੀ ਦੀਆਂ ਉਹ ਨਿੱਕੀਆਂ ਨਿੱਕੀਆਂ ਗਲਤੀਆਂ ਕੌਮ ਨੂੰ ਬਹੁਤ ਜ਼ਿਆਦਾ ਸ਼ਰਮਿੰਦਗੀ ਵੱਲ ਲੈ ਕੇ ਜਾਂਦੀਆਂ। ਇਹ ਕੋਈ ਇੱਕ ਦਿਨ ਦੀ ਨਹੀਂ ਗੱਲ। ਜੇ ਆਪਾਂ ਦੇਖੀਏ ਪਿੱਛੇ ਜੇ ਧਰਵੰਤ ਸਿੰਘ ਦੇ ਕੇਸ ਦੇ ਵਿੱਚ ਬਹੁਤ ਲੰਮਾ ਸਮਾਂ ਨਹੀਂ ਹੋਇਆ, ਔਰ ਉਹਦੇ ਵਿੱਚ ਅਦਾਲਤ ਨੇ ਉਹਨੂੰ ਰੇਪ ਕੇਸ ਦੇ ਵਿੱਚ ਸਜ਼ਾ ਦਿੱਤੀ ਸੀ, ਜਦ ਕਿ ਅਕਾਲ ਤਖਤ ਸਾਹਿਬ ਉਸ ਸਮੇਂ ਜਥੇਦਾਰ ਵੇਦਾਂਤੀ ਸਾਹਿਬ ਸੀਗੇ, ਉਹਨਾਂ ਨੇ ਉਹਨੂੰ ਬਰੀ ਕਰਤਾ ਸੀ, ਪਰ ਉਹ ਨਮੋਸ਼ੀ ਕੌਮ ਨੂੰ ਚੱਲਣੀ ਪਈ। ਸੋ ਇਹੋ ਜਿਹੀਆਂ ਕਈ ਘਟਨਾਵਾਂ ਵਾਪਰਦੀਆਂ ਨੇ। ਕੀ ਇਹ ਚੋਣ ਨੂੰ ਲੈ ਕੇ ਜਾਂ ਇਸ ਪ੍ਰਣਾਲੀ ਨੂੰ ਲੈ ਕੇ ਕੀ ਪੰਥ ਦੇ ਵਿੱਚ ਜਾਂ ਕੁਛ ਜ਼ਿੰਮੇਵਾਰ ਸੱਜਣ ਸੁਹਿਰਦ ਹੈਗੇ ਨੇ, ਜਾਂ ਕਿਸ ਤਰ੍ਹਾਂ ਦੀ ਇਹ ਚੋਣ ਹੁੰਦੀ ਹੈ? ਇਹਦੇ ਬਾਰੇ ਆਪ ਜੀ ਜ਼ਰੂਰ ਜਾਣਨਾ। ਇਕਬਾਲ ਸਿੰਘ ਵਰਗੇ ਬੰਦੇ, ਜਿਹੜੇ ਪ੍ਰਦੀਪ ਸਿੰਘ ਦਾ ਸਵਾਲ ਹੈ, ਇਕਬਾਲ ਸਿੰਘ ਵਰਗੇ ਬੰਦੇ ਜਿਹੜੇ ਆ ਉਹ ਇਸ ਅਹੁਦੇ ਤੱਕ ਪਹੁੰਚਦੇ ਕਿੱਦਾਂ ਆ ਜੀ? ਇਹ ਸਾਨੂੰ ਦੱਸੋ ਜੀ, ਇਹ ਕਿਸ ਤਰ੍ਹਾਂ ਇਹ ਚੋਣ ਹੁੰਦੀ ਹੈ ਜੀ ਇਹਨਾਂ ਦੀ? ਅਮਰ ਸਿੰਘ ਜੀ, ਪ੍ਰਦੀਪ ਸਿੰਘ ਜੀ, ਇਹ ਜਿਹੜੀ ਅੱਜ ਤੁਸੀਂ ਗੱਲ ਕਰ ਲਈ ਹੈ ਨਾ, ਇਹ ਮੇਰੇ ਦਿਲ ਦੇ ਵਿੱਚ ਅੱਜ ਕਈ ਸਮੇਂ ਤੋਂ ਚੱਲਦੀ ਪਈ ਹੈ, ਔਰ ਮੈਂ ਇਸ ਪ੍ਰਣਾਲੀ ਨੂੰ ਔਰ ਇਸ ਸਿਸਟਮ ਨੂੰ ਵੇਖਦੇ ਬੜਾ ਹੀ ਦਿਲੋਂ ਦੁਖੀ ਹਾਂ। ਮੈਂ ਤੁਹਾਨੂੰ ਦੱਸਦਾ, ਦੇਖੋ ਕ੍ਰਿਸਚਨਾਂ 'ਚ ਇੱਕ ਪੋਪ ਹੈ ਹਨਾ, ਸਾਡੇ ਕੋਲ 5 ਦਿੱਤੇ ਆ, ਗੁਰੂ ਸਾਹਿਬ ਨੇ 5 ਸਿੰਘ ਸਾਹਿਬ ਦਿੱਤੇ ਆ, ਮੈਂ ਸਮਝਦਾ 5 ਪੋਪ ਹੀ ਹੈ ਜੀ ਸਾਡੇ। ਔਰ ਇਹਨਾਂ ਦੀ ਚੋਣ ਜਿਹੜੀ ਹੈ, ਕੋਈ ਇਹਦਾ ਸਿਸਟਮ ਨਹੀਂ ਹੈ, ਕੋਈ ਕੁਛ ਨਹੀਂ ਹੈ। ਜਿਹੜਾ ਪਾਰਟੀ ਜਿਹੜੀ ਉੱਥੇ ਕਾਬਜ਼ ਹੁੰਦੀ ਹੈ ਜਾਂ ਲੰਬੇ ਸਮੇਂ ਤੋਂ ਜਿਹੜੀ ਕਾਬਜ਼ ਹੈ, ਬਸ ਉਹੀਓ ਆਪਣੇ ਜਿਹੜਾ ਇਹਨਾਂ ਨੂੰ ਸੂਟ ਕਰਦਾ, ਜਿਹੜੇ ਇਹਨਾਂ ਦੇ ਕਹਿਣ ਮੁਤਾਬਕ ਚੱਲਦਾ, ਉਹ ਬਿਠਾ ਲੈਂਦੀ ਹੈ। ਤੁਸੀਂ ਇਹਦਾ ਪਿਛੋਕੜ ਚੱਲੋ, ਦੇਖੋ ਇੱਕ ਸਮੇਂ ਤੇ ਅੰਗਰੇਜ਼ਾਂ ਦੇ ਵੇਲੇ ਕੋਈ ਅਕਾਲ ਤਖਤ ਤੇ ਕੋਈ ਜਥੇਦਾਰ ਲਫ਼ਜ਼ ਹੀ ਨਹੀਂ ਹੈ। ਉਸ ਤੋਂ ਪਹਿਲਾਂ ਵੀ ਮਹੰਤ ਸੀਗਾ। ਅਗਰ ਤੁਸੀਂ ਪੁਰਾਣਾ ਆਪਾਂ ਨਾਰਾਇਣ ਮਹੰਤ ਨੂੰ ਯਾਦ ਕਰ ਲਈਏ, ਨਾਰਾਇਣ ਨੂੰ ਕਹਿ ਲੈਂਦੇ ਹਾਂ ਹਨਾ, ਉਹ ਕਿਸ ਤਰ੍ਹਾਂ ਬੈਠਾ, ਉਹਨੂੰ ਵੀ ਸਿਆਸੀ ਪਾਰਟੀਆਂ ਨੇ ਔਰ ਅੰਗਰੇਜ਼ਾਂ ਨੇ ਆਪਣੇ ਵੱਸ ਲਈ ਉਹਨੂੰ ਬਿਠਾਇਆ ਵੀ ਤੂੰ ਇਹਨੂੰ ਕੰਟਰੋਲ ਕਰ, ਔਰ ਉਹਨੇ ਬਾਅਦ ਹੀ ਸਾਡਾ ਕਿੰਨਾ ਘਾਣ ਕੀਤਾ। ਮੈਂ ਸਮਝਦਾ ਉਹ ਸੇਮ ਸਿਸਟਮ ਅੱਜ ਵੀ ਚੱਲਿਆ ਰਿਹਾ, ਲੇਕਿਨ ਉਹਦੇ ਵਿੱਚ ਸਿਰਫ ਮਹੰਤ ਦੀ ਜਗ੍ਹਾ ਇੱਕ ਵਰਡ ਬਦਲ ਦਿੱਤਾ ਗਿਆ ਸੀ, ਜੋ ਅੱਜ ਅਸੀਂ ਇਸਤੇਮਾਲ ਕਰ ਰਹੇ ਹਾਂ, ਜਥੇਦਾਰ ਦਾ। ਮੈਂ ਉਹੀਓ ਆਪ ਜੀ ਨੂੰ ਪਹਿਲੇ ਕਹਿ ਬੈਠਾ ਵੀ ਸਾਨੂੰ 5 ਸਿੰਘਾਂ ਦੇ, ਭਾਵੇਂ 5 ਸਿੰਘਾਂ ਦੇ ਕਿਰਦਾਰ ਹੋਣ, ਭਾਵੇਂ 5 ਦੀ ਕਰਨੀ ਦੇ ਉੱਤੇ ਕਿੰਤੂ ਕਰਨਾ ਪਏ, ਜ਼ਰੂਰ ਕਰਨਾ ਚਾਹੀਦਾ ਹੈ। ਔਰ ਇਹਨਾਂ ਨੂੰ ਵੀ ਕਟਘਰੇ ਵਿੱਚ ਖੜੇ ਕਰਨਾ ਚਾਹੀਦਾ ਹੈ, ਕਿਉਂਕਿ ਇਹਨਾਂ ਦੀ ਵੀ ਜੀਵਨ ਸ਼ੈਲੀ ਕੋਈ ਠੀਕ ਨਹੀਂ। ਤੁਸੀਂ ਅੱਜ ਇਹ ਗਿਆਨੀ ਇਕਬਾਲ ਸਿੰਘ ਦੀਆਂ ਜਿਹੜੀਆਂ ਇਹ ਗੱਲਾਂ ਕਰਦਾ, ਤੇ ਤੁਹਾਨੂੰ ਸਮੇਂ-ਸਮੇਂ 'ਚ ਇੱਕ ਕਿਸਮ ਦੀ ਮੈਂ ਸਮਝਦਾ ਚੋਭ ਲੱਗਦੀ ਹੈ, ਔਰ ਤੁਹਾਨੂੰ ਇਹ ਸ਼ਾਇਦ
ਜਗਾ ਵੀ ਰਹੀ ਹੈ ਸਾਡੂ ਕੌਮ ਨੂੰ ਕਿ ਜਾਗੋ ਭਾਈ, ਸਾਡਾ ਸਿਸਟਮ ਜਿਹੜਾ ਵਿਗੜ ਚੁੱਕਾ ਹੈ ਔਰ ਬਹੁਤ ਜ਼ਿਆਦਾ ਵਿਗੜ ਰਿਹਾ ਹੈ। ਤੁਸੀਂ ਸਮਝ ਨਹੀਂ ਰਹੇ। ਤੁਸੀਂ ਪਿੱਛੇ ਉਹਨੂੰ ਰਾਮ ਰਹੀਮ ਨੂੰ ਜਿਹੜਾ ਇਹ ਮਨ ਕਰਦਾ ਤੇ ਉਹਨੂੰ ਮਾਫੀ ਦੇ ਦਿੰਦੇ ਹੋ, ਹਨਾ। ਤੁਸੀਂ ਕਿਸੇ ਨੂੰ ਵੀ ਜਿਨ੍ਹਾਂ ਨੂੰ ਇਹਦੀ ਲੋੜ ਹੈ ਉਹਨੂੰ ਮਾਫੀ ਦੇ ਦਿੰਦੇ ਆ, ਜਿਹਨੂੰ ਇਹਨਾਂ ਨੇ ਟੰਗਣਾ ਹੈ ਇਹਨੂੰ ਟੰਗੀ ਰੱਖਦੇ ਆ, ਕੋਈ ਵੀ ਮਸਲੇ ਨੂੰ ਸਿਰੇ ਚੜਾਉਂਦੇ ਨਹੀਂ ਨੇ। ਜਦੋਂ ਜਿਹੜਾ ਮਨ ਕਰਦਾ ਕਰ ਲੈਂਦੇ, ਜਦਕਿ ਇਹਨਾਂ ਦੇ ਖੁਦ ਦੇ ਕਿਰਦਾਰ, ਈਵਨ ਪਟਨਾ ਸਾਹਿਬ ਤਖਤ ਪਟਨਾ ਸਾਹਿਬ ਦੇ 5 ਦੇ ਕਿਰਦਾਰ, ਮੈਂ ਖੁਦ ਚਿੱਠੀਆਂ ਲਿਖ ਚੁੱਕਾ, ਕਈ ਜਗ੍ਹਾ ਤੇ ਇਹਨਾਂ ਕੋਲ ਜਵਾਬ ਮੰਗ ਚੁੱਕਾ ਹਾਂ, ਇਹ ਜਵਾਬ ਹੀ ਨਹੀਂ ਦਿੰਦੇ, ਕਿਉਂਕਿ ਇਹ ਜਵਾਬ ਦੇਣੇ ਝੂਠੇ ਨੇ। ਜਿਹੜਾ ਝੂਠਾ ਇਨਸਾਨ ਹੈ ਉਹ ਕਿਹੜੇ ਪੰਜ ਸਿੰਘ ਸਾਹਿਬ ਦੇ ਅਹੁਦੇ ਤੇ ਹੋਵੇ? ਪੰਜ ਪਿਆਰਿਆਂ ਦਾ ਮਤਲਬ ਹੈ ਜਿਹੜਾ ਸੱਚਾ ਸੁੱਚਾ ਗੁਰਮਤ ਔਰ ਗੁਰਬਾਣੀ ਦਾ ਧਾਰਨੀ ਔਰ ਮਹਾਰਾਜ ਦੇ ਜਿਹੜੇ ਅਖਾਣ ਨੇ, ਜਿਹੜੇ ਉਹਨਾਂ ਦੇ ਕਹਾਵਤਾਂ ਜਿਹੜੀਆਂ ਉਹਨਾਂ ਦੇ ਕਹਿਣ ਤੇ ਮੁਤਾਬਕ ਚੱਲਦਾ ਹੋਵੇ, ਉਹਦਾ ਜੀਵਨ ਹੋਵੇ। ਮੈਨੂੰ ਦੱਸੋ ਕਿਹੜਾ ਜੀਵਨ ਹੈ ਇਹੋ ਜਿਹਾ? ਤੁਸੀਂ ਸਮੇਂ ਪਿਛਲੇ ਜਿੰਨੇ ਵੀ ਜਥੇਦਾਰਾਂ ਲੈ ਲਓ, ਕਿਸ ਢੰਗ ਨਾਲ ਉਹਨਾਂ ਨੂੰ ਲਾਇਆ ਜਾਂਦਾ ਤੇ ਕਿਸ ਢੰਗ ਨਾਲ ਰਾਤੋਂ ਰਾਤ ਉਹਨਾਂ ਨੂੰ ਹਟਾ ਦਿੱਤਾ ਜਾਂਦਾ ਵੇ। ਇੱਕ ਤਾਂ ਅਸੀਂ ਇਹ ਜਥੇਦਾਰਾਂ ਦੀ ਕੋਈ, ਮੈਂ ਅੱਜ ਵੀ ਇਹ ਕਹਿ ਰਿਹਾ, ਮੈਨੂੰ ਅੱਜ ਇਹ ਕਹਿਣ ਚ ਵੀ ਗੁਰੇਜ਼ ਨਹੀਂ ਹੈ ਕਿ ਸਿੰਘ ਸਾਹਿਬ ਹਰਪ੍ਰੀਤ ਸਿੰਘ ਜੀ ਵੀ ਕਾਰਜਕਾਰੀ ਤਾਂ ਬਣੇ ਆ, ਹਨਾ, ਕਿਉਂਕਿ ਕਿਧਰੇ ਨਾ ਕਿਧਰੇ ਮੈਂ ਸਮਝਦਾ ਹਾਲੇ ਉਹ ਫੈਸਲਾ ਨਹੀਂ ਲੈ ਰਹੇ ਵੀ ਜਥੇਦਾਰ ਕਾਰਜਕਾਰੀ ਨੇ ਕਿ ਵੀ ਸੰਪੂਰਨ ਜਥੇਦਾਰ ਨੇ, ਕਿਉਂਕਿ ਸਰਬੱਤ ਖਾਲਸਾ ਨੇ ਭਾਈ ਹਵਾਰਾ ਹੋਰਾਂ ਨੂੰ ਜਿਹੜੇ ਜਥੇਦਾਰ ਗਿਣਿਆ ਤੇ ਇਸ ਕਰਕੇ ਉਸ ਚੀਜ਼ ਨੂੰ ਚੱਲ ਰਹੇ ਨੇ। ਲੇਕਿਨ ਕਿਤੇ ਨਾ ਕਿਤੇ ਗਿਆਨੀ ਹਰਪ੍ਰੀਤ ਸਿੰਘ ਜੀ ਉਹ ਕੋਈ ਵੀ ਕੰਮ ਜਿਹੜਾ ਕਰ ਰਹੇ ਨਾ, ਉਹ ਪਿੱਛੇ ਨਾ ਪਿੱਛੇ ਸੋਚ ਚੱਲ ਰਹੀ ਹੈ। ਇਹ ਕਈ ਜਗ੍ਹਾ ਦੇ ਉੱਤੇ ਸੰਗਤਾਂ ਦਾ ਦਿਮਾਗ ਵੀ ਵਾਸ਼ ਕਰਨਾ ਪੈਂਦਾ, ਲੋਕਾਂ ਨੂੰ ਦਿਖਾਣਾ ਪੈ ਰਿਹਾ ਕਿ ਹਾਂ ਜੀ ਮੈਂ ਇਹ ਸਟੈਪ ਲੈ ਰਿਹਾ। ਬਟ ਜਿਹੜੀ ਇੱਕ ਸਾਡੀ ਪ੍ਰਣਾਲੀ ਹੈ, ਕਿਸ ਨੂੰ ਇੱਥੇ ਜਥੇਦਾਰ ਲਿਆਣਾ ਹੈ, ਕਿਹੜਾ ਜਥੇਦਾਰ ਦੇ ਲਾਇਕ ਹੈ, ਉਹਦਾ ਕੋਈ ਸਿਸਟਮ ਹੀ ਨਹੀਂ ਹੈ। ਉਹ ਭਾਈ ਤੁਸੀਂ ਸਿਰਫ ਸਿੰਪਲ ਹੈ, ਆਪਾਂ ਵੈਟੀਕਨ ਸਿਟੀ ਦਾ ਜਿਹੜਾ ਪੌਪ ਹੁੰਦਾ ਉਹਦਾ ਹੀ ਸਿਸਟਮ ਲੈ ਲਓ। ਉਹਨੂੰ ਕਿਸ ਢੰਗ ਨਾਲ ਲਿਜਾਇਆ ਜਾਂਦਾ, ਉਹ ਉਹਦੀ ਕਿੰਨਾ ਟਾਈਮ ਉਹਦਾ ਦੇਖਿਆ ਜਾਂਦਾ ਵੀ ਉਹ ਕਿੰਨਾ ਉਹਦੀ ਸੇਵਾ ਨੇ, ਉਹਦਾ ਰਿਕਾਰਡ ਚੈੱਕ ਕੀਤਾ ਜਾਂਦਾ। ਬੜੀ ਔਖੇ ਢੰਗ ਨਾਲ ਉੱਥੇ ਕੋਈ ਪੌਪ ਬਣਦਾ, ਕੋਈ ਸੌਖਾ ਢੰਗ ਨਹੀਂ ਹੈ। ਔਰ ਉਹ ਜਿੰਨਾ ਟਾਈਮ ਰਹਿੰਦਾ ਉਹਦਾ ਟਾਈਮ ਹੈ। ਸਾਡੇ ਇੱਥੇ ਜਥੇਦਾਰ ਦਾ ਕੋਈ ਟਾਈਮ ਹੀ ਨਹੀਂ ਹੈ। ਉਹ ਜਿਹੜਾ ਬਹਿੰਦਾ ਉਹ ਕਹਿੰਦਾ ਹੁਣ ਮੈਂ ਬਹਿ ਗਿਆ ਤੇ ਹੁਣ ਰੱਬ ਮੈਂ ਹੀ ਆ, ਸਾਰਾ ਕੁਝ ਮੈਂ ਹੀ ਆ। ਉਹਦਾ ਟਾਈਮ ਅਗਰ ਇੱਕ ਨੀਅਤ ਹੋਵੇ, ਉਹਦਾ ਸਿਸਟਮ ਬਣਾਇਆ ਜਾਵੇ ਇਹ ਕਿਵੇਂ ਇੱਥੇ ਨਿਯੁਕਤ ਹੋਏਗਾ, ਇਹਦੀ ਪੂਰੀ ਕਾਰਜਸ਼ੈਲੀ ਦੇਖੀ ਜਾਏ, ਪੂਰੇ ਕੌਮ ਵਿੱਚੋਂ ਦੇਖੀ ਜਾਏ। ਇਹ ਨਹੀਂ ਕਿ ਵੀ ਤੂੰ SGPC ਦੇ ਵਿੱਚ ਹੀ ਸਿਰਫ ਉੱਥੇ ਉਹਨਾਂ ਵਿੱਚ ਮੁਲਾਜ਼ਮ ਸੀਗੇ ਵੀ ਉੱਥੋਂ ਦੇ ਗ੍ਰੰਥੀ ਜੀ ਉੱਥੋਂ ਦੇ ਸੀਗੇ, ਹੋਰ ਵੀ ਬੜੀਆਂ ਚੀਜ਼ਾਂ ਨੇ। ਬੜੀ ਦੁਨੀਆ ਦੇ ਵਿੱਚ ਬੜੇ ਸਿੱਖ ਨੇ ਜਿਹੜੇ ਕਿ ਬੜੇ ਸੂਝਵਾਨ ਨੇ, ਸੂਝਵਾਨਾਂ ਨੂੰ ਕੱਢ ਕੇ ਲਿਆਇਆ ਜਾਵੇ, ਸੇਵਾ ਦਿੱਤੀ ਜਾਵੇ, ਕਿਉਂਕਿ ਇਹ ਇੱਕ ਕੌਮ ਨੂੰ ਦਿਸ਼ਾ ਨਿਰਦੇਸ਼ ਦੇਣ ਵਾਲੀ ਉਹ ਜਿਹੜੀ ਅਹੁਦਾ ਹੈ। ਔਰ ਅਸੀਂ ਇੱਥੇ ਮੈਂ ਇਹ ਵੀ ਕਹਿਣਾ ਕਿ ਜਥੇਦਾਰ ਇੱਕ ਹੁੰਦਾ ਹੈ, ਉਹਦੇ ਸਹਿਯੋਗੀ ਨੇ। ਅਸੀਂ ਸਾਰਿਆਂ ਨੂੰ ਜਥੇਦਾਰ ਬਣਾ ਲਿਆ ਹੈ ਨਾ, ਸਮੇਂ ਸਮੇਂ ਤੇ ਜਥੇਦਾਰ ਕਹਿ ਲੈਂਦੇ ਆ। ਫਿਰ ਇਹੋ ਅੱਜ ਜਿਹੜਾ ਅੱਜ ਲੰਗਾ ਵਾਲੀ ਵੀ ਜਿਹੜੀ ਆਪਾਂ ਗੱਲ ਲੈ ਲਈ ਵੀ ਉੱਥੋਂ ਦੇ ਪੰਜ ਸਿੰਘ ਸਾਹਿਬਾਂ ਨੇ ਉਹਨਾਂ ਨੂੰ ਜਿਹੜਾ ਇਹ ਦੇਤਾ। ਹੁਣ ਪੰਜ ਪਿਆਰੇ ਤੇ ਅਸੀਂ ਉਹਨਾਂ ਦੀ ਵੀ ਪੰਜ ਪਿਆਰੇ ਦੀ ਅਹਿਮੀਅਤ ਤੇ ਰੱਖਾਂਗੇ। ਜਦੋਂ ਪੰਜ ਪਿਆਰਿਆਂ ਦੀ ਗੱਲ ਕਰਾਂਗੇ ਤੇ ਉਹ ਪੰਜ ਪਿਆਰਿਆਂ ਦੀ ਅਹਿਮੀਅਤ ਹੈਗੀ ਹੈ। ਫਿਰ ਤੁਸੀਂ ਪੰਜ ਪਿਆਰੇ ਵੱਡੇ ਕਿਹੜੇ ਨੇ ਛੋਟੇ ਕਿਹੜੇ ਨੇ ਇਹ ਨਹੀਂ ਕਹਿ ਸਕਦੇ। ਸਾਨੂੰ ਇਹਦੇ ਵਿੱਚ ਇੱਕ ਸਿਸਟਮ ਬਣਾਉਣਾ ਪਏਗਾ ਵੀ ਇਹੋ ਜਿਹੇ ਕੋਈ ਵੀ ਮੁੱਦੇ ਹੋਣ, ਇਹੋ ਜਿਹੇ ਕੋਈ ਵੀ ਮਸਲੇ ਹੋਣ, ਇਹ ਕੇਵਲ ਤੇ ਕੇਵਲ ਅਕਾਲ ਤਖਤ ਤੇ ਵਿਚਾਰੇ ਜਾਣ, ਨਾ ਕਿ ਬਾਕੀ ਤਖਤਾਂ ਤੇ ਜਾਂ ਵਿਚਾਰੇ ਜਾਣ। ਉੱਥੋਂ ਦੀ ਲੋਕਲ ਸਿਰਫ ਜਿਹੜੀ ਹੈ ਮਰਿਆਦਾ ਦੀ ਗੱਲ ਕਰ ਸਕਦੇ ਨੇ। ਕੋਈ ਪੰਥਕ ਮਸਲੇ ਜਾਂ ਕਿਸੇ ਨੂੰ ਤਨਖਾਹੀਆ ਕਰਨਾ ਹੈ, ਕਿਸੇ ਨੂੰ ਪੰਥ ਨੂੰ ਛੇਕਣਾ ਹੈ, ਇਹ ਵੀ ਬੜਾ ਵੱਡਾ ਮੁੱਦਾ ਹੈ। ਅੱਛਾ, ਦੂਜੇ ਪਾਸੇ ਇੱਕ ਹੋਰ ਬੜੀ ਵੱਡੀ ਗੱਲ ਹੈ, ਮੈਨੂੰ ਇਹ ਜਵਾਬ ਚਾਹੀਦਾ ਹੈ ਕਿ ਵੀ ਜਦੋਂ ਗੁਰੂ ਸਾਹਿਬ ਨੇ ਅੰਮ੍ਰਿਤ ਦਿੱਤਾ, ਅਸੀਂ ਵੀ ਅੱਜ ਪੰਜ ਸਿੰਘਾਂ ਤੋਂ ਅੰਮ੍ਰਿਤ ਛਕ ਲੈਂਦੇ ਆ, ਤੇ ਕੀ ਸਾਡਾ ਅੰਮ੍ਰਿਤ ਕੋਈ ਇੰਨਾ ਸੌਖਾ ਹੈ ਕਿ ਵੀ ਇੱਕ ਗਲਤੀ ਤੋਂ ਟੁੱਟ ਜਾਂਦਾ, ਖੰਡਿਤ ਹੋ ਜਾਂਦਾ? ਇਹਦੇ ਉੱਤੇ ਵੀ ਵਿਚਾਰ ਕਰਨ ਦੀ ਗੱਲ ਹੈ। ਮੇਰੀ ਗੱਲ ਨੂੰ ਥੋੜਾ ਸਮਝ ਲੈਣਾ ਕਿ ਗੁਰੂ ਦਾ ਬਖਸ਼ਿਆ ਆ ਅੰਮ੍ਰਿਤ ਕਿਧਰੇ ਕੋਈ ਇੰਨਾ ਹੀ ਕਮਜ਼ੋਰ ਹੈ ਕਿ ਉਹ ਇੱਕ ਗਲਤੀ ਤੋਂ ਖੰਡਿਤ ਹੋ ਜਾਂਦਾ ਹੈ। ਅਸੀਂ ਉਸ ਇਨਸਾਨ ਦੀ ਗਲਤੀ ਦੀ ਸਜ਼ਾ ਤੇ ਦੇਣੀ ਹੈ ਬਈ। ਲੇਕਿਨ ਉਹ ਕਹਿੰਦੇ ਜੀ ਮੁੜ ਅੰਮ੍ਰਿਤ ਚੱਕੇ, ਇਹਦਾ ਮਤਲਬ ਉਹ ਅੰਮ੍ਰਿਤ ਜਿਹੜਾ ਉਹ ਖੰਡਿਤ ਹੋ ਗਿਆ। ਅੰਮ੍ਰਿਤ ਇੰਨਾ ਕਮਜ਼ੋਰ ਸੀਗਾ ਕਿ ਉਹ ਸਾਡੇ ਸਰੀਰ ਤੋਂ ਨਿਕਲ ਗਿਆ, ਸਾਡੀ ਸੋਚ ਤੋਂ ਨਿਕਲ ਗਿਆ। ਮੈਨੂੰ ਅੱਜ ਤੱਕ ਇਹ ਦੋਨੋਂ ਗੱਲਾਂ ਨੇ ਨਾ ਜਿਹੜੀਆਂ, ਇਹਨਾਂ ਨੂੰ ਵਿਚਾਰੋ। ਕੌਮ ਸਿੱਧਾ ਚਲਾਣਾ ਹੈ। ਬੇਨਤੀ ਇਸ ਤਰ੍ਹਾਂ ਹੈ ਜੀ, ਜਿਹੜਾ ਤਾਂ ਸਵਾਲ ਹੈ ਬਿਲਕੁਲ ਠੀਕ ਹੈ, ਕਿਉਂਕਿ ਕਈ ਲੋਕ ਹੈ ਜੀ ਮਾੜੀ ਮਾੜੀ ਨਿੱਕੀ ਨਿੱਕੀ ਗੱਲ ਹੁੰਦੀ ਹੈ ਜੀ ਉਹਦੇ ਪਰ ਪੇਸ਼ ਹੋ ਜਾਂਦੇ ਆ। ਚਲੋ ਉਹਨਾਂ ਦਾ ਆਪਣਾ ਜਿਹੜਾ ਆ ਉਹ ਜਿਹੜਾ ਸੋਚਣ ਦਾ ਤਰੀਕਾ ਆ। ਪਰ ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ ਜਿਹੜੀ ਸਾਨੂੰ ਹਦਾਇਤਾਂ ਆ ਜੀ, ਆਪ ਜੀ ਨੇ ਵੀ ਅੰਮ੍ਰਿਤਪਾਨ ਕੀਤਾ ਆ, ਆਪ ਜੀ ਨੇ ਵੀ ਸੁਣਿਆ ਹੋਣਾ ਪੰਜਾਂ ਪਿਆਰਿਆਂ ਵੱਲੋਂ ਜਿਹੜੀ ਰਹਿਤ ਸੀਗੀ ਉਹ ਇਹ ਦੱਸਦੇ ਆ ਵੀ 4 ਬੱਜਰ ਰਹਿਤਾਂ ਜਿਹਦੇ ਵਿੱਚ ਪਰ ਨਾਰੀ ਸੰਗ, ਤੰਬਾਕੂ, ਹਲਾਲ ਖਾ ਲੈਣਾ ਤੇ ਕੇਸ ਕਤਲ ਕਰਾ ਦੇਣੇ। ਇਹ ਜੇ 4 ਬੱਜਰ ਰਹਿਤਾਂ ਹੋ ਜਾਣ ਫਿਰ ਤੁਹਾਨੂੰ ਅੰਮ੍ਰਿਤ ਦੁਬਾਰਾ ਲੈਣਾ ਪੈਂਦਾ। ਬਾਕੀ ਜੇ ਬਾਕੀ ਵੀ ਗੱਲਾਂ ਜਿਹੜੀਆਂ ਕਿਸੇ ਦਾ ਉੱਥੇ ਅੰਮ੍ਰਿਤ ਪਹੁੰਚ ਜਾਂਦਾ ਜੀ, ਇਹ ਇੱਕ ਮਾਹੌਲ ਬਣ ਗਿਆ ਜੀ ਕਈ ਤਰੀਕੇ ਨਾਲ ਜੀ। ਇਹ ਅਹੁਦੇ ਨੂੰ ਮਾਹੌਲ ਬਣਾ ਲਿਆ, ਇਹ ਮਰਿਆਦਾਵਾਂ ਨੂੰ ਮਾਹੌਲ ਬਣਾ ਲਿਆ ਜਿਹੜੇ। ਔਰ ਮੈਂ ਇਹ ਵੀ ਅੱਜ ਕਹਿਣ ਤੋਂ ਗੁਰੇਜ਼ ਨਹੀਂ ਹੈ ਕਿ ਮੈਂ ਸਮਝਦਾ ਸਾਡੀ ਧਰਤੀ, ਕੋਈ ਮੈਨੂੰ ਪੁੱਛਦਾ ਹੈ ਨਾ ਵੀ ਮੈਂ ਅੱਜ ਐਡਮਿੰਟਨ ਕੈਨੇਡਾ ਦੇ ਵਿੱਚ ਬੈਠਾ ਵਾਂ, ਕੋਈ ਮੈਨੂੰ ਪੁੱਛਦਾ ਹੈ ਵੀ ਤੁਸੀਂ ਕਿੱਥੋਂ ਦੀ ਹੋ, ਮੈਂ ਕਿਹਾ ਮੈਂ ਜੰਮਪਲ ਜਿਹੜਾ ਨਾ ਉਸ ਧਰਤੀ ਤੇ ਆ,
ਬਟ ਮੇਰਾ ਉਸ ਧਰਤੀ ਨਾਲ ਇੰਡੀਆ ਨਾਲ ਕੋਈ ਵਾਸਤਾ ਨਹੀਂ ਹੈ। ਸਾਡਾ ਆਪਣਾ ਇੱਕ ਪੰਜਾਬ ਕਿੰਗਡਮ ਹੁੰਦਾ ਸੀ, ਪੰਜਾਬ ਰਾਜ ਹੁੰਦਾ ਸੀ, ਜਿਹੜਾ ਸਾਰਾ ਖੇਰੂ ਖੇਰੂ ਹੋ ਗਿਆ ਹੈ ਨਾ। ਮੈਂ ਅੱਜ ਵੀ ਗੋਰਿਆਂ ਨੂੰ ਇਹ ਗੱਲ ਕਹਿ ਦਿੰਦਾ ਹੁੰਦਾ ਵਾ ਵੀ ਸਾਡਾ ਪੰਜਾਬ ਸੀਗਾ, ਸਾਡਾ ਆਪਣਾ ਝੰਡਾ ਸੀ, ਸਾਡਾ ਆਪਣਾ ਮੁਲਕ ਸੀ, ਸਾਡਾ ਆਪਣਾ ਗ੍ਰੰਥ ਹੈ, ਸਾਡਾ ਧਰਮ ਹੈ, ਸਾਡੀ ਇੱਕ ਅਲੱਗ ਪਹਿਚਾਣ ਹੈ, ਸਾਡਾ ਸਰੂਪ ਵੱਖਰਾ ਹੈ, ਸਾਡੇ ਜਿਹੜੇ ਕਾਰ ਵਿਹਾਰ ਵੱਖਰੇ ਨੇ। ਕਈ ਵਾਰੀ ਇਹ ਚੀਜ਼ਾਂ ਤੇ ਬੜੀ ਡਿਸਕਸ਼ਨ ਹੁੰਦੀ ਹੈ, ਲੇਕਿਨ ਇਹ ਸਾਰੀਆਂ ਚੀਜ਼ਾਂ ਨੂੰ ਸੰਭਾਲਣ ਵਾਲਾ ਅਸੀਂ ਅੱਜ ਜਿਹੜਾ ਹਰ ਵਾਰੀ ਕਹਿ ਦਿੰਦੇ ਹਾਂ ਅਕਾਲ ਤਖਤ ਮਹਾਨ ਹੈ, ਅਕਾਲ ਤਖਤ ਤੇ ਮਹਾਨ ਹੈ, ਮਹਾਨ ਰਹੇਗਾ, ਮਹਾਨ ਹਮੇਸ਼ਾ ਸੀਗਾ। ਲੇਕਿਨ ਉਸ ਦੇ ਉੱਤੇ ਜਿਹੜੇ ਬੈਠੇ ਬੰਦੇ ਨੇ ਉਹਨਾਂ ਦੀ ਨਿਯੁਕਤੀਆਂ, ਉਹਨਾਂ ਦੀਆਂ ਕਾਰਜ ਸ਼ੈਲੀਆਂ, ਉਹਨੂੰ ਵਿਚਾਰਨ ਵਾਸਤੇ ਕਿਵੇਂ ਕਰੀਏ। ਜਿਹੜੇ ਸਿਆਣੇ ਲੋਕ ਸਨ ਉਹ ਤੇ ਉੱਥੋਂ ਦੁਖੀ ਹੋ ਕੇ ਬਾਹਰ ਦੇ ਸ਼ਹਿਰਾਂ 'ਚ ਜਾ ਵਸਦੇ ਪਏ ਨੇ, ਜਦ ਆ ਕੇ ਬਾਹਰ ਜਾ ਕੇ ਆਪਣਾ ਇਹੀ ਸਵਾਲ ਹੈ ਵੀ ਇਹਨੂੰ ਆਪਾਂ ਸੁਧਾਰ ਕਿੱਦਾਂ ਸਕਦੇ ਆ ਇਹਦੇ ਬਾਰੇ ਜੇ ਤੁਸੀਂ ਇਹਨਾਂ ਚੀਜ਼ਾਂ ਦੇ ਵਿੱਚ ਇਹਨਾਂ ਤੇ ਤੁਹਾਡਾ ਸੁਧਾਰ ਤਦ ਤੱਕ ਨਹੀਂ ਹੋਣਾ ਜਦ ਤੱਕ ਤੁਹਾਡੇ ਉੱਤੇ ਸਿਆਸੀ ਪਾਰਟੀਆਂ ਦਾ ਪਰਛਾਵਾਂ ਹੈ। ਜਦ ਤੱਕ ਸਿਆਸੀ ਪਾਰਟੀ ਉੱਤੇ ਰਹੇਗੀ, ਜਦੋਂ ਅਸੀਂ ਇਹ ਕਹਿ ਦਾਂਗੇ ਕਿ ਵੀ ਹੁਣ ਇਹ ਫਲਾਣਾ ਪਾਰਟੀ ਜਿਹੜੀ ਹੈ ਇਹਦੀਆਂ ਇਲੈਕਸ਼ਨਾਂ SGPC ਦੇ ਇਲੈਕਸ਼ਨਾਂ 'ਚ ਵੀ ਲੜੇਗੀ ਤੇ ਫਲਾਣਾ ਉਹੀਓ ਪਾਰਟੀ ਜਿਹੜੀ MLA ਤੇ ਕੌਂਸਲਰ ਹੀ ਲੜੇਗੀ। ਮੈਂ ਸਮਝਦਾ ਕੌਂਸਲਰ MLA MPਆਂ ਦੀ ਪਾਰਟੀਆਂ ਜਿਹੜੀਆਂ ਹੋਣੀਆਂ ਨੇ ਅੱਡ ਹੋਣੀਆਂ ਚਾਹੀਦੀਆਂ। ਉਹਨਾਂ ਦਾ ਕਦੀ ਵੀ ਕੋਈ ਵੀ ਬੰਦਾ, ਕਿਸੇ ਵੀ ਢੰਗ ਦਾ ਬੰਦਾ ਧਾਰਮਿਕ ਅਦਾਰਿਆਂ ਵਿੱਚ ਨਹੀਂ ਹੋਣਾ ਚਾਹੀਦਾ। ਜਿਹੜਾ ਉੱਥੇ ਇਲੈਕਸ਼ਨ ਲੜ ਚੁੱਕਾ ਹੈ ਜਾਂ ਜਿਹੜਾ ਇੱਥੇ ਇਲੈਕਸ਼ਨ ਲੜ ਰਿਹਾ, ਇਹ ਉੱਥੇ ਜਾਣਾ ਜਿਹੜਾ ਜਦੋਂ ਰੋਕਾਂ ਲੱਗ ਜਾਣਗੀਆਂ ਨਾ ਤੇ ਸਿਰਫ ਨਿਰੋਲ ਤੇ ਨਿਰੋਲ ਧਾਰਮਿਕ ਸੇਵਾਵਾਂ ਕਰਨ ਵਾਲੇ ਅਸੀਂ ਨਾ ਇਹਨੂੰ ਪੌੜੀ ਬਣਾ ਲਿਆ, ਭਾਵੇਂ ਉਹ ਦਿੱਲੀ ਕਮੇਟੀ ਹੋਵੇ, ਭਾਵੇਂ SGPC ਹੋਵੇ, ਭਾਵੇਂ ਕੁਝ। ਪਹਿਲੇ ਬੰਦਾ ਬਣਦਾ ਹੈ ਜੀ ਉਹਨਾਂ ਦਾ ਮੈਂਬਰ ਕਮੇਟੀਆਂ ਦਾ, ਭਾਵੇਂ ਲੋਕਲ ਗੁਰਦੁਆਰੇ ਦਾ ਪ੍ਰਧਾਨ ਸਕੱਤਰ ਬਣਦਾ ਹੈ, ਉਹ ਦਿਖਾਉਂਦਾ ਕਿ ਮੇਰੀ ਲੋਕਾਂ ਦੀ ਬੜੀ ਗੱਲਬਾਤ ਹੈਗੀ ਹੈ, ਤੇ ਉਹ MLA ਕੌਂਸਲਰ ਬਣਦਾ। ਜਦੋਂ MLA ਕੌਂਸਲਰ ਬਣਦਾ ਉਹਨੂੰ ਮੰਦਿਰ ਵੀ ਜਾਣਾ ਪੈਣਾ, ਉਹਨੂੰ ਟਿੱਕੇ ਵੀ ਲਾਣੇ ਪੈਣੇ ਨੇ, ਉਹਨੂੰ ਮਸਜਿਦ ਵੀ ਜਾਣਾ ਪੈਣਾ, ਉੱਥੇ ਦੇ ਉਹਨਾਂ ਦੇ ਨਾਲ ਬਹਿ ਕੇ ਸਾਰੇ ਕਾਰ ਵਿਹਾਰ ਕਰਨੇ ਪੈਣੇ। ਤੇ ਮੈਨੂੰ ਦੱਸੋ ਦੂਜੇ ਪਾਸੇ ਤੁਸੀਂ ਸਿੱਖੀ ਦੇ ਜਿੱਥੇ ਸਾਨੂੰ ਟਿੱਕੇ ਲਾਉਣੇ ਇਹ ਚੀਜ਼ਾਂ ਮਨਾ ਨੇ, ਉਹ ਕਿਹੜੇ ਪਾਸੇ ਜਾਵਾਂਗੇ ਅਸੀਂ ਉਹਨਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਫਿਰ ਮਿਲਗੜ ਉੱਥੇ ਹੀ ਆਪਾਂ ਫਿਰ ਰਲ ਗਿਆ। ਸਿੱਖੀ ਦਾ ਤੇ ਜਿਹੜਾ ਨਿਵੇਕਲਾ ਬਣ ਰਿਹਾ ਹੀ ਕੋਈ ਨਹੀਂ, ਜਥੇਦਾਰ ਨਾਲ ਤੇ ਫਿਰ ਕੋਈ ਫੈਸਲਾ ਸਿੱਖੀ ਦੇ ਸਿਧਾਂਤ ਤੇ ਲੈ ਹੀ ਨਹੀਂ ਪਾਉਣਾ। ਫਿਰ ਤਾਂ ਇਹ ਸਾਰੀਆਂ ਚੀਜ਼ਾਂ ਮਿਲ ਚਲਦੀਆਂ ਰਹਿਣਗੀਆਂ। ਫਿਰ ਜਿਵੇਂ ਇਕਬਾਲ ਸਿੰਘ ਬੋਲੀ ਜਾਂਦਾ ਸਾਰੀਆਂ ਚੀਜ਼ਾਂ ਤੇ ਚੱਲਣੀਆਂ ਨੇ। ਇਹ ਸਾਰਿਆਂ ਵਾਸਤੇ ਸਾਨੂੰ ਇਹ ਬੋਡੀਆਂ ਵੱਖਰੀਆਂ ਕਰਨੀਆਂ ਪੈਣੀਆਂ ਨੇ ਔਰ ਨਿਰੋਲ ਤੇ ਨਿਰੋਲ ਸੰਗਤ ਨੂੰ, ਕਿਉਂਕਿ ਸੰਗਤ ਜਿਹੜੀ ਹੈ ਚੋਣਾਂ ਕਰਦੀ ਹੈ, ਵੋਟਾਂ ਪਾਉਂਦੀ ਹੈ। ਮੈਂ ਸੰਗਤ ਨੂੰ ਇਹ ਵੀ ਇਹ ਕਹਿਣਾ ਚਾਹੁੰਦਾ, ਬੜਾ ਮਨ ਦੁਖਦਾ ਹੈ ਜਦੋਂ ਇਹ ਵੇਖੀਦਾ ਇਲੈਕਸ਼ਨ ਦੇ ਵਿੱਚ ਛੋਟੇ ਛੋਟੇ ਲਾਲਚਾਂ ਦੇ ਵਿੱਚ ਸੰਗਤ ਜਿਹੜੀ ਆਪਣੀ ਵੋਟਾਂ ਪਾ ਦਿੰਦੀ ਹੈ ਕਿ ਇਹ ਮੇਰਾ ਕੰਮ ਇਹ ਬੰਦਾ ਕਰ ਦੇਗਾ, ਜਾਂ ਅੱਜ ਰਾਤ ਦਾ ਖਾਣਾ ਤੇ ਪੀਣਾ ਇਹਦੇ ਵੱਲੋਂ ਹੈ ਤੇ ਉਹਨੂੰ ਵੋਟਾਂ ਲਾ ਦਿੰਦੇ ਆ ਔਰ ਬਾਅਦ ਵਿੱਚ ਰੋਂਦੇ ਆ। ਔਰ ਸਮਾਂ ਜਿਹੜਾ ਸਾਨੂੰ ਬਹੁਤ ਜ਼ਿਆਦਾ ਨੁਕਸਾਨ ਵਾਲੇ ਪਾਸੇ ਲੈ ਜਾ ਰਿਹਾ ਔਰ ਅਸੀਂ ਫਿਰ ਜਾ ਰਹੇ ਹਾਂ। ਇਹ ਸਮਾਂ ਜਿਹੜਾ ਫਿਰ ਮਹਾਨਤਾ ਵੱਲ ਹੀ ਜਾ ਰਿਹਾ। ਪ੍ਰਦੀਪ ਸਿੰਘ ਜੀ, ਆਪ ਜੀ ਨੂੰ ਸਵਾਲ ਹੈ। ਪ੍ਰਦੀਪ ਸਿੰਘ ਜੀ, ਜਿੱਦਾਂ ਭਾਈ ਸਾਹਿਬ ਨੇ ਬਚਨ ਕਹੇ ਆ ਵੀ ਪਾਰਟੀਆਂ ਜਿਹੜੀਆਂ ਮੈਨੀਪੂਲੇਟ ਕਰਦੀਆਂ ਆ ਤੇ ਆਪਣੇ ਬੰਦੇ ਅੱਗੇ ਕਰਦੇ ਆ, ਤੇ ਪ੍ਰਦੀਪ ਸਿੰਘ ਜੀ ਇਹਦਾ ਫਿਰ ਹੱਲ ਕੀ ਹੋਇਆ ਜੀ? ਸਾਡੇ ਕੋਲ ਸੰਗਤ ਕਿਸ ਤਰ੍ਹਾਂ ਇਸ ਚੀਜ਼ ਨੂੰ ਨਜਿੱਠ ਸਕਦੀ ਹੈ ਜੀ? ਦੇਖੋ ਸਰਦਾਰ ਅਮਰ ਸਿੰਘ ਜੀ, ਜੇ ਅੱਜ ਇੱਕ ਬਹੁਤ ਵੱਡੀ ਗੱਲ ਆ, ਜਿੱਥੇ ਆਪਾਂ ਨੈਗੇਟਿਵ ਪੱਖ ਦੇਖਦੇ ਹਾਂ ਉੱਥੇ ਇੱਕ ਅੱਜ ਬਹੁਤ ਵੱਡਾ ਪੋਜ਼ਿਟਿਵ ਪੱਖ ਹੈ। ਜੇ ਅੱਜ ਆਪਾਂ ਸਮੂਹ ਆਪਣੇ ਲੀਡਰ ਔਰ ਹੋਰ ਵੀ ਕਈ ਬੰਦੇ ਵੇਖਦੇ ਆ ਜਿਨ੍ਹਾਂ ਦਾ ਮਨ ਸ਼ਾਇਦ ਹਿਰਦੇ ਉਹਨਾਂ ਦਾ ਭਾਵੇਂ ਅੱਜ ਅਯੁੱਧਿਆ 'ਚ ਬੈਠਾ ਹੋਵੇ, ਪਰ ਸਰੀਰਕ ਤੌਰ ਤੇ ਉੱਥੇ ਜਾ ਨਹੀਂ ਸਕਦੇ ਕਿਉਂਕਿ ਪੰਥ ਮੁਰੇ ਖੜਾ ਹੈ ਔਰ ਪੰਥ ਸੁਚੇਤ ਹੈ, ਕਿਉਂਕਿ ਉਹਨਾਂ ਨੂੰ ਪਤਾ ਹੈ ਮੁੜ ਕੇ ਤੇ ਵਾਪਸ ਪੰਥ 'ਚ ਆਉਣਾ ਤੇ ਪੰਥ ਨੇ ਉਹਨਾਂ ਦੇ ਨਾਲ ਜੋ ਕਰਨਾ ਉਹ ਵੀ ਉਹਨਾਂ ਨੂੰ ਪਤਾ ਹੈ। ਸੋ ਇਹਦਾ ਮਤਲਬ ਕਿਤੇ ਨਾ ਕਿਤੇ ਪੰਥਕ ਜਿਹੜੀਆਂ ਰਵਾਇਤਾਂ ਨੇ ਉਹ ਜਿਉਂ ਦੀਆਂ ਤਿਉਂ ਪੰਥ ਦੇ ਵਿੱਚ ਬਰਕਰਾਰ ਹੈ। ਔਰ ਉਹ ਪੰਥ ਕਿਹਨੂੰ ਕਹਿੰਦੇ ਆ? ਜਿਹੜਾ ਕੋਈ ਗਰੀਬ ਗੁਰੂ ਕਾ ਸਿੱਖ ਗੁਰੂ ਕੀ ਮਰਿਆਦਾ ਵਿੱਚ ਨਿਤਨੇਮ ਕਰਦਾ ਹੈ। ਉਹ ਕੁਰਬਾਨੀ ਵਾਲੇ ਵੀ ਉਹੀ ਹੁੰਦੇ ਆ, ਅੱਗੇ ਆ ਕੇ ਕੌਮ ਲਈ ਜਦੋਂ ਕਿਤੇ ਲੋੜ ਪਵੇ ਉਹੀ ਲੋਕ ਅੱਗੇ ਆਉਂਦੇ ਆ। ਸੋ ਇਹ ਸਾਡਾ ਬਹੁਤ ਵੱਡਾ ਇੱਕ ਪੋਜ਼ਿਟਿਵ ਪੱਖ ਹੈ। ਹੁਣ ਦੂਸਰੀ ਗੱਲ ਆਪਾਂ ਕਰਦੇ ਹਾਂ ਵੀ ਇਹਦਾ ਹੱਲ ਕੀ ਹੈ। ਹੱਲ ਇਹਦਾ ਇਸ ਤਰ੍ਹਾਂ ਹੁੰਦਾ ਜੀ, ਜਦੋਂ ਇਹ ਇੱਕ ਕਈ ਸਮਾਂ ਜਿਸ ਤਰ੍ਹਾਂ ਆ ਜਾਂਦਾ ਹੈ ਕੌਮਾਂ ਤੇ ਇਹੋ ਜਿਹਾ ਬਣ ਜਾਂਦਾ ਹੈ, ਪਰ ਇਹ ਬਹੁਤੀ ਦੇਰ ਨਹੀਂ ਚੱਲਦਾ। ਜਦੋਂ ਸੁਚੇਤਤਾ ਵੱਧਦੀ ਹੈ, ਜੇ ਅੱਜ ਤੋਂ ਆਪਾਂ ਤਕਰੀਬਨ 1984 ਤੋਂ ਪਹਿਲੋਂ ਦਾ ਸਮਾਂ ਦੇਖੀਏ, ਜਿਨ੍ਹਾਂ ਬਜ਼ੁਰਗਾਂ ਨੇ ਵੇਖਿਆ ਉਹ ਦੱਸਦੇ ਨੇ ਕਿ ਉਦੋਂ ਤੇ ਪਿੰਡਾਂ ਦੇ ਵਿੱਚ ਵੀ ਪਤਾ ਨਹੀਂ ਸੀ, ਬਿਲਕੁਲ ਲਾਗੇ ਵੀ ਪਤਾ ਨਹੀਂ ਸੀ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਕਿੱਥੇ ਹੈ ਔਰ ਦਰਬਾਰ ਸਾਹਿਬ ਕਿੱਥੇ ਹੈ। ਬਿਲਕੁਲ ਲਾਗੇ 5-10 ਕਿਲੋਮੀਟਰ ਵੀ ਅੰਮ੍ਰਿਤਸਰ ਤੋਂ ਨਹੀਂ ਸੀ ਪਤਾ। ਮਰਿਆਦਾ ਤੇ ਬਹੁਤ ਦੂਰ ਦੀ ਗੱਲ ਹੈ। ਅਕਾਲ ਤਖਤ ਸਾਹਿਬ ਕਿਹਨੂੰ ਕਹਿੰਦੇ ਆ, ਦਰਬਾਰ ਸਾਹਿਬ ਕਿਹਨੂੰ ਕਹਿੰਦੇ ਆ, ਪਰ ਹੌਲੀ ਹੌਲੀ ਸੰਗਤ ਦੇ ਵਿੱਚ ਅਵੇਅਰਨੈਸ ਆਈ ਹੈ। ਸੋ ਇਹ ਹੌਲੀ ਹੌਲੀ ਜ਼ਰੂਰ ਸੰਗਤ ਦੇ ਵਿੱਚ ਸੁਚੇਤਤਾ ਵਧੂਗੀ ਔਰ ਅੱਗੇ ਤੋਂ ਵਧੀ ਵੀ ਹੈ। ਜੇ ਅੱਜ ਆਪਾਂ ਚਾਹੇ ਅਕਾਲੀ ਦਲ ਦੇ ਪ੍ਰਧਾਨ ਦੀ ਗੱਲ ਕਰੀਏ ਜਾਂ ਕਾਂਗਰਸ
ਮੁੱਖ ਮੰਤਰੀ ਜੋ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰੀਏ, ਉਹ ਭਾਵੇਂ ਅੰਦਰ ਖਾਤੇ ਵਧਾਈਆਂ ਵੀ ਦਿੰਦੇ ਹੋਣ ਜਾਂ ਫੋਨ ਤੇ ਵੀ ਵੀਡੀਓ ਕਾਲ ਵੀ ਲਾਈ ਹੋਵੇ ਸ਼ਾਇਦ, ਪਰ ਸਿੱਧੇ ਤੌਰ ਤੇ ਉੱਥੇ ਜਾਣ ਤੋਂ ਗੁਰੇਜ਼ ਕਰਦੇ ਆ। ਖੈਰ, ਉਹ ਇਹ ਕੇਵਲ ਤੇ ਕੇਵਲ ਡਰ ਕਿਸ ਚੀਜ਼ ਦਾ ਹੈ? ਉਹਨਾਂ ਨੂੰ ਡਰ ਕੇਵਲ ਤੇ ਕੇਵਲ ਗੁਰੂ ਕੇ ਪੰਥ ਦਾ ਹੈ। ਗੁਰੂ का पंथ अपने सिद्धांत ਤੇ दृढ़ है और बड़े गुरु के सिख ਉੱਥੇ ਖਲੋਤੇ ਹੋਏ ਨੇ ਔਰ ਸੱਚੇ ਪਾਤਸ਼ਾਹ ਕਿਰਪਾ ਕਰਨਗੇ, ਇਹ ਦਿਨ ਪਰ ਦਿਨ ਜ਼ਰੂਰ ਵਧਣਾ ਹੈ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ, ਕਿਉਂਕਿ ਪੰਥ ਗੁਰੂ ਗਰੀਬ ਨਵਾਜ ਦਾ ਹੈ। ਸੱਚੇ ਪਾਤਸ਼ਾਹ ਆਪ ਹਮੇਸ਼ਾ ਹੀ, ਜੇ ਅੱਜ ਇਕਬਾਲ ਸਿੰਘ ਹੋਣਾ ਨੇ ਇਹ ਜੋ ਵੀ ਸਟੇਟਮੈਂਟ ਦਿੱਤੀ ਹੈ, ਜੇ ਆਪਾਂ ਪੰਥਕ ਹਲਕਿਆਂ 'ਚ ਵੇਖਿਆ ਜਾਵੇ ਤੇ ਉਹਨੂੰ ਬੜਾ ਮੰਦਭਾਗਾ ਕਿਹਾ ਜਾਂਦਾ ਹੈ, ਉਹਦੇ ਕ੍ਰਿਟੀਸਾਈਜ਼ ਹੁੰਦਾ ਹੈ, ਉਹਦੇ ਤੇ ਆਪਾਂ ਵੀ ਸ਼ੋਅ ਕਰ ਰਹੇ ਹਾਂ, ਲੋਕ ਦੇਖ ਰਹੇ ਨੇ। ਹੋਰ ਬਹੁਤ ਕੁਛ ਬੜੇ ਵੱਡੇ ਸਿਆਣੇ ਸੂਝਵਾਨ ਸਿੱਖਾਂ ਨੇ ਉਹਦੇ ਤੇ ਬੜਾ ਕੁਛ ਲਿਖਿਆ, ਬੜਾ ਕੁਛ ਬੋਲਿਆ। ਸੋ ਇੱਕ ਪੰਥ ਦੇ ਵਿੱਚ ਸੁਚੇਤਤਾ ਹੈ ਕਿਤੇ ਨਾ ਕਿਤੇ ਆਪਾਂ ਦੇਖਿਆ ਜਾਵੇ। ਮੈਂ ਇੱਕ ਸਿਰਫ ਤੁਹਾਨੂੰ ਦੇ ਦਿੰਦਾ ਵਾ, ਅਗਰ ਜਿਹੜੇ ਸਾਡੇ ਜਥੇਦਾਰਾਂ ਦੀ ਜਿਹੜੀ ਨਿਯੁਕਤੀ ਹੈ, ਭਾਵੇਂ ਉਹ ਹਾਲੇ ਜਿਸ ਤਰ੍ਹਾਂ ਵੀ ਹੋ ਰਹੀ ਹੈ, ਉਹਦੇ ਬਾਰੇ ਅਸੀਂ ਇੰਨੀ ਜਲਦੀ ਨਹੀਂ ਚੇਂਜਸ ਕਰ ਸਕਦੇ। ਮੈਨੂੰ ਪਤਾ ਹੈ ਜੋ ਸਿਸਟਮ ਹੈਗਾ, ਅਸੀਂ ਸਿਰਫ ਕਹਿ ਸਕਦੇ ਹਾਂ ਇੱਕ ਕੰਮ ਹੋ ਜਾਏ, ਇਹਨਾਂ ਦਾ ਟੈਨਿਓਰ ਅਗਰ 2 ਤੋਂ 3 ਸਾਲ ਤੱਕ ਹੋਵੇ, ਸਿਰਫ ਵੱਧ ਨਹੀਂ, ਤੇ ਤੁਸੀਂ ਬੜਾ ਕੁਝ ਕੰਟਰੋਲ ਕਰ ਸਕੋਗੇ, ਜਦੋਂ ਤੁਸੀਂ ਇਹਨਾਂ ਨੂੰ 3 ਸਾਲਾਂ ਦੇ ਵਿੱਚ ਬਦਲਣ ਦਾ ਸਿਸਟਮ ਕਰ ਲਿਆ। ਕਿਉਂਕਿ ਇਹ ਆਉਂਦੇ ਨੇ 4-6 ਮਹੀਨੇ ਆਪਣਾ ਟਾਈਮ ਲਾਉਂਦੇ ਨੇ ਵੀ ਇਹ ਕਿਸ ਤਰੀਕੇ ਨਾਲ ਸੈੱਟ ਹੋਣਾ ਹੈ ਔਰ ਇਹ ਕੰਮ ਕਰਨਾ। ਜਦੋਂ 3 ਸਾਲਾਂ ਦੇ ਵਿੱਚ ਇਹਨਾਂ ਨੇ ਪਤਾ ਕਿ ਇਹਨਾਂ ਨੇ ਜਾਣਾ ਹੈ ਔਰ ਇਹਨਾਂ ਨੂੰ ਸੰਗਤ ਦੇ ਵਿੱਚ ਜਾ ਕੇ ਅਗਰ ਇਹ ਜੋ ਇਹਨਾਂ ਦੇ ਕਾਰੇ ਕੀਤੇ ਹੋਏ ਨੇ ਉਹਦਾ ਜਵਾਬ ਦੇਣਾ ਹੈ ਤੇ ਇਹਨਾਂ ਨੂੰ ਸਮਝ ਆ ਜਾਏਗੀ। ਜਦੋਂ ਲੰਬਾ ਸਮਾਂ ਰਹਿ ਜਾਂਦੇ ਨੇ, ਇਹ ਆਪਣੇ ਆਪ ਨੂੰ ਸਿਰਫ ਔਰ ਸਿਰਫ ਮਾਲਕ ਸਮਝਦੇ ਆ। ਜੋ ਇਹ ਕਹਿੰਦੇ ਅਸੀਂ ਠੀਕ ਆ। ਸਿਰਫ ਇਹਨਾਂ ਦਾ ਟੈਨਿਓਰ ਅਗਰ ਫਿਕਸ ਕਰ ਦਿੱਤਾ ਜਾਵੇ ਹਰ ਕਮੇਟੀ ਵੱਲੋਂ, ਤੇ ਮੈਂ ਸਮਝਦਾ ਕਾਫੀ ਸੁਧਾਰ ਹੱਲੇ ਲਈ ਆ ਸਕਦਾ। ਜੀ ਬਿਲਕੁਲ, ਬਹੁਤ ਵਧੀਆ ਗੱਲ ਤੁਸੀਂ ਕੀਤੀ ਹੈ। ਬਾਕੀ ਇਹ ਗੱਲ ਵੀ ਸਹੀ ਹੈ, ਜਦੋਂ ਕੋਈ ਬੰਦਾ ਲੰਬਾ ਟਾਈਮ ਬੈਠਦਾ ਉਹ ਫਿਰ ਦੁਰਵਰਤੋਂ ਕਰਨ ਲੱਗ ਪੈਂਦਾ, ਉਹ ਆਪਣੀ ਜਗ੍ਹਾ ਪੱਕੀ ਕਰਨ ਲੱਗ ਪੈਂਦਾ। ਉਹ ਜਗ੍ਹਾ ਪੱਕੀ ਕਰਨ ਲਈ ਆਪਾਂ ਪਿੱਛੇ ਦੇਖਿਆ ਹੀ ਹੈ, ਕੋਈ ਆਪਣੇ 3 ਸਟਾਰ ਹੋਟਲ ਬਣਾ ਰਿਹਾ, ਉਹਨਾਂ ਨੂੰ ਪੱਕੇ ਕਰਨ ਲਈ ਕਈ ਫੈਸਲੇ ਪੰਥ ਦੇ ਹੱਕ 'ਚ ਜਾਂ ਖਿਲਾਫ 'ਚ ਉਹ ਵੇਖਣਾ ਕਿਹਨੇ ਹੈ। ਸੋ ਇਹ ਬੜੀ ਵਧੀਆ ਗੱਲ ਸੀ ਕਿ ਉਹਨਾਂ ਦਾ ਸਿੰਘ ਸਾਹਿਬ ਨੂੰ ਪੁੱਛੋ ਉਹਨਾਂ ਦੀਆਂ ਤਨਖਾਹਾਂ ਕਿੱਥੇ ਨੇ, ਉਹਨਾਂ ਦੀਆਂ ਕਮਾਈਆਂ ਕਿੰਨੀਆਂ ਹੁੰਦੀਆਂ ਨੇ, ਔਰ ਸਭ ਦੇ ਹੱਥਾਂ ਦੇ ਵਿੱਚ ਸੁਨਹਿਰੀਆਂ ਤਲਵਾਰਾਂ ਕਿੰਨੀਆਂ ਹੁੰਦੀਆਂ ਨੇ। ਅੱਜ ਦੀ ਉਹਦੀ ਕੀਮਤ ਆਪ ਸਾਰੇ ਜਾਣਦੇ ਹੋ, ਅਸੀਂ ਵੀ ਜਾਣਦੇ ਹਾਂ। ਇਹਨਾਂ ਨੂੰ ਪੁੱਛਿਆ ਜਾਵੇ ਉਹ ਕਿੱਥੋਂ ਆਉਂਦੀਆਂ ਨੇ, ਤੁਸੀਂ ਕੀ ਜਦੋਂ ਅਹੁਦੇ ਤੇ ਤੁਹਾਨੂੰ ਕਮੇਟੀਆਂ ਦਿੰਦੀਆਂ ਨੇ ਔਰ ਜਾਣ ਵੇਲੇ ਤੁਸੀਂ ਦੇ ਜਾਂਦੇ ਹੋ। ਇਹ ਸਾਰਾ ਕੁਝ ਇਹਨਾਂ ਦਾ ਸਿਰਫ ਇੱਥੋਂ ਹੀ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਵੀ ਇਹ ਕਿੰਨਾ ਅਸੀਂ ਇਹ ਜਿਹੜੀ ਜੀਵਨ ਵਿੱਚ ਔਰ ਇਹ ਸਾਰੇ ਸਿਸਟਮ ਦੇ ਵਿੱਚ ਗਿਰਾਵਟ ਆ ਰਹੀ ਹੈ ਔਰ ਕਿੱਥੇ ਕਿਹੜੇ ਕੰਮ ਹੋ ਰਹੇ। ਚਲੋ ਇਹ ਤਾਂ ਗੱਲ ਹੋਈ ਜੀ ਭਾਈ ਸਾਹਿਬ ਜੀ। ਹੁਣ ਆਪਾਂ ਇੱਧਰ ਫੋਕਸ ਕਰੀਏ ਵੀ ਹੁਣ ਇਹਦਾ ਭਾਈ ਇਕਬਾਲ ਸਿੰਘ ਨੇ ਜੋ ਬਿਆਨ ਦਿੱਤਾ ਆ, ਇਹਦਾ ਹੁਣ ਰਿਐਕਸ਼ਨ ਆਪਾਂ ਭਾਈ ਪ੍ਰਦੀਪ ਸਿੰਘ ਹੁਣਾਂ ਨੇ ਦੱਸਿਆ ਵੀ ਸਾਰੇ ਪੰਥ ਵਿੱਚ ਉਹਦੀ ਕਾਫੀ ਆਲੋਚਨਾ ਹੋਈ ਆ, ਪਰ ਕਿਉਂਕਿ ਇਹ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਬਿਆਨ ਦੇ ਉਲਟ ਗਏ ਆ, ਤੇ ਹੁਣ ਇਹਨਾਂ ਤੇ ਕੀ ਪੈਨਲਟੀਜ਼ ਜਾਂ ਕਿਸ ਤਰ੍ਹਾਂ ਇਹਦਾ ਰੈਟਰੀਬਿਊਸ਼ਨ ਕੀ ਹੋਊਗਾ, ਜਾਣੀ ਇਹਨਾਂ ਦੇ ਮਤਲਬ ਕਿ ਅੱਗੇ ਆਉਣ ਵਾਲੇ ਸਮੇਂ ਵਿੱਚ। ਹਾਂਜੀ, ਜੇ ਇਹਨਾਂ ਨੇ ਕਹਿੰਦੇ ਨੇ ਉਲਟ ਹੋ ਕੇ ਜੇ ਇਹ ਉੱਥੇ ਗਏ ਨੇ, ਤੇ ਜਿਨ੍ਹਾਂ ਨੇ ਆਪਣੇ ਟਵਿੱਟਰ ਤੇ ਜਿਹੜੇ ਫੇਸਬੁੱਕਾਂ ਤੇ ਜਿਹੜੇ ਸਾਡੇ ਅਕਾਲੀਆਂ ਲੀਡਰ ਨੇ ਵਧਾਈਆਂ ਦਿੱਤੀਆਂ ਨੇ, ਕੀ ਉਹ ਉਹਨਾਂ ਹਿੱਸਾ ਨਹੀਂ ਹੈ? ਉਹ ਵੀ ਤਾਂ ਉਸੇ ਗੱਲ ਦਾ ਹਿੱਸਾ ਹੀ ਨੇ ਨਾ ਜੀ। ਜੇ ਉੱਥੇ ਬੈਠਿਆਂ ਵਧਾਈਆਂ ਦੇ ਰਹੇ ਨੇ ਜਾਂ ਉੱਥੇ ਨਹੀਂ ਗਏ, ਜਿਵੇਂ ਪ੍ਰਦੀਪ ਸਿੰਘ ਹੋਰਾਂ ਨੇ ਕਿਹਾ ਕਿ ਫੋਨ ਦੇ ਉੱਤੇ ਕਈਆਂ ਨੇ ਤੇ ਜਨਤਕ ਕੀਤੀਆਂ ਨੇ ਫੇਸਬੁੱਕਾਂ ਦੇ ਉੱਤੇ, ਔਰ ਬੜੇ ਵੱਡੇ ਸੀਨੀਅਰ ਲੀਡਰ ਨੇ ਅਕਾਲ ਤਖਤ ਦਾ ਜਥੇਦਾਰ ਜਿਹੜਾ ਅਗਰ ਰੋਕ ਲਾ ਰਹੇ ਨੇ ਜਥੇਦਾਰ ਸਾਹਿਬ, ਤੇ ਇਹ ਸਾਰੀਆਂ ਚੀਜ਼ਾਂ ਨੂੰ ਮਤਲਬ ਮੈਂ ਬੈਠੇ ਉਤਸ਼ਾਹ ਦੇ ਰਿਹਾ ਕਿ ਕਰੋ, ਭਾਵੇਂ ਆਪ ਉੱਥੇ ਨਹੀਂ ਪਹੁੰਚ ਰਿਹਾ ਕਿਧਰੇ ਨਾ ਕਿਧਰੇ, ਤੇ ਫਿਰ ਭਾਵੇਂ ਇਹਨਾਂ ਨੂੰ ਭੇਜਣ ਵਿੱਚ ਵੀ ਇਹਨਾਂ ਲੋਕਾਂ ਦਾ ਹੀ ਹੱਥ ਹੋਵੇ, ਭਾਈ ਤੂੰ ਚਲਾ ਜਾ ਵੀ ਆਪਾਂ ਖਾਨਾ ਪੂਰਤੀ ਵੀ ਕਰ ਲਈ ਔਰ ਜਾਈਏ ਵੀ ਨਾ। ਨਹੀਂ, ਸਹੀ ਗੱਲ ਹੈ ਜੀ। ਇਹ ਜਿੱਦਾਂ ਮੈਂ ਸ਼ੁਰੂ ਵਿੱਚ ਕਿਹਾ ਵੀ ਜਿੰਨੇ ਸਾਰੇ ਲੀਡਰ ਆ, ਇਹਨਾਂ ਨੇ ਨਵਾਂ ਹੀ ਬੇੜਾ ਚੱਕ ਲਿਆ, ਕੋਈ ਸਿੱਧਾ ਕੰਮ ਕਰਨ ਦਾ ਇਹਨੇ ਸਹੁੰ ਖਾ ਲਈ ਵੀ ਕਰਨਾ ਹੀ ਹੈ ਨਹੀਂ। ਇੱਕ ਆ ਜੀ ਉਹ ਜੇਤਲੀ ਦੀ ਜੈ ਕਹੀ ਜਾਂਦਾ, ਉੱਥੇ ਜਾ ਕੇ ਗੁਰਬਾਣੀ ਨੂੰ ਗਲਤ ਕਰਕੇ, ਤੇ ਉਹ ਬੜਾ ਵੱਡਾ ਲੀਡਰ ਪੰਜਾਬ ਦੇ ਵਿੱਚ ਖਵਾਉਂਦਾ ਆ ਜੀ। ਸੋ ਇਹ ਮੈਂ ਸਮਝਦਾ ਜੀ ਭਾਈ ਪ੍ਰਦੀਪ ਸਿੰਘ ਜੀ, ਭੁਪਿੰਦਰ ਸਿੰਘ ਜੀ, ਇਹ ਜਿਹੜੀ ਸਿੱਖ ਸੰਗਤ ਹੈ ਨਾ ਜੀ, ਜਦ ਤੱਕ ਸੰਗਤ ਜਾਗਰੂਕ ਨਹੀਂ ਹੁੰਦੀ, ਆਪਣਾ ਜਲੂਸ ਆਪਣੇ ਮੋਹਰੇ ਕੱਢਣ ਤੋਂ ਇਹ ਗਰੇਜ ਨਹੀਂ ਕਰਦੀ ਤੇ ਸ਼ਰਮ ਨਹੀਂ ਮਹਿਸੂਸ ਕਰਦੀ। ਮੈਂ ਕਹਿੰਦਾ ਪੰਜਾਬੀਆਂ ਵਿੱਚ ਸ਼ਰਮੇ ਮੁੱਕ ਗਈ ਹੈ ਜੀ। ਇਸ ਤਰ੍ਹਾਂ ਦੇਖਿਆ ਜਾਵੇ ਪੰਜਾਬੀਆਂ ਵਿੱਚ ਜੋ ਅਣਖ ਹੁੰਦੀ ਸੀਗੀ ਜੀ, ਤੇ ਉਹ ਹੁਣ ਗੀਤਾਂ ਤੇ ਰਹਿ ਗਈ ਆ। ਉਹ ਵੀ ਜਿੱਦਾਂ ਕਹਿ ਲਓ ਵੀ ਕਿਰਾਏ ਤੇ ਗੱਡੀਆਂ ਲੈ ਕੇ ਤੇ ਕਿਰਾਏ ਦੇ ਮਾਡਲ ਲੈ ਕੇ ਉਹ 'ਚ ਨੱਚ ਲੈਂਦੇ ਆ, ਤੇ ਉਹ ਆਪਣੀ ਜਿਹੜੀ ਆ ਅਣਖ ਉੱਥੇ ਦਿਖਾ ਦਿੰਦੇ ਆ। ਤੇ ਰੀਅਲ ਲਾਈਫ ਦੇ ਵਿੱਚ ਜਿਹੜੀ ਅਣਖ ਆ ਜੀ, ਨਾ ਰਿਸ਼ਤਿਆਂ ਵਿੱਚ ਰਹੀ ਆ ਤੇ ਨਾ ਪੰਜਾਬੀ ਦੇ ਕਿਰਦਾਰ ਵਿੱਚ ਰਹੀ ਆ। ਤੇ ਜਿਸ ਤਰ੍ਹਾਂ ਆਪਣਾ ਜਲੂਸ ਆਪਣੇ ਸਾਹਮਣੇ ਵੋਟਾਂ ਪਾ ਕੇ ਕਢਾਉਂਦੇ ਆ, ਆਪਣੇ ਕਹਿ ਲਓ ਘਰ ਦੀ ਨਿਲਾਮੀ ਉਹਨਾਂ ਪਾਰਟੀਆਂ ਦੇ ਹੱਥ, ਉਹਨਾਂ ਲੀਡਰਾਂ ਨੂੰ ਚੁਣ ਕੇ ਇਹ ਕਰਾਉਂਦੇ ਆ। ਮੈਂ ਸਮਝਦਾ ਜੀ ਇਹਦੇ ਵਿੱਚ ਬਹੁਤ ਵੱਡਾ ਨਿਗਾਰ ਜਿਹੜਾ ਬਹੁਤ ਹੀ ਗਿਰਾਵਟ ਆਈ ਆ ਸਾਡੇ ਕਿਰਦਾਰ ਦੇ ਵਿੱਚ। ਇਹ ਜਿਹੜੀ ਆ ਵੀ ਸਾਨੂੰ ਆਪਣੇ ਆਪ ਨੂੰ ਜਿੱਦਾਂ ਆ ਇੱਕ ਹਲੂਣਾ ਸਾਰੀ ਸੰਗਤ ਨੂੰ ਦੇਣਾ ਚਾਹੀਦਾ
ਜਦ ਤੱਕ ਇਹ ਸ਼ਰਮ ਲੋਕ ਮਹਿਸੂਸ ਨਹੀਂ ਕਰਦੇ ਜੀ, ਕਹਿੰਦੇ ਵੀ ਜਿਹੜੀ ਸ਼ਰਮ ਲਾ ਕੇ ਰੱਖਤੀ ਜੀ ਉਹਦਾ ਕੋਈ ਸੁਧਾਰ ਵੀ ਨਹੀਂ ਹੁੰਦਾ। ਇਹ ਜੀ ਮੈਂ ਸਮਝਦਾ ਵੀ ਇਹ ਸੰਗਤ ਦੇ ਹੱਥ ਪਾਸਿਆ। ਭਾਈ ਪ੍ਰਦੀਪ ਸਿੰਘ ਤੁਸੀਂ ਕੋਈ ਵਿਚਾਰ ਰੱਖਣਾ ਚਾਹੁੰਦੇ? ਬਿਲਕੁਲ ਜੀ, ਇਹ ਗੱਲ ਹੈ ਵੀ ਜੇ ਕਿਰਦਾਰ ਤੁਹਾਡਾ ਉੱਚਾ ਹੈ, ਤੁਹਾਨੂੰ ਜੁਗਾ ਜੁਗਾ ਤੱਕ ਲੋਕੀ ਪੂਜਦੇ ਨੇ। ਅੱਜ 5 ਅਗਸਤ ਦਾ ਦਿਨ ਹੈ ਔਰ ਮੈਂ ਯਾਦ ਕਰਾ ਦਿਆਂ, ਭਗਤ ਪੂਰਨ ਸਿੰਘ ਜੀ ਇੱਕ ਮਹਾਨ ਸ਼ਖਸੀਅਤ ਸਿੱਖ ਕੌਮ ਦੀ, ਜਿਨ੍ਹਾਂ ਦਾ ਸਵੈ ਜੀਵਨ ਸਿੱਖ ਕੌਮ ਦੀ ਗਰੀਬ ਗੁਰਬੇ ਉਹਨਾਂ ਦੀ ਸੇਵਾ ਦੇ ਵਿੱਚ, ਸੇਵਾ ਦਾ ਪੁੰਜ ਹੋਣ ਕੇ ਨਿਬੜਿਆ। ਉਹਨਾਂ ਨੇ ਅੱਜ ਦੇ ਦਿਨ 1992 ਵਿੱਚ ਸਰੀਰ ਨੂੰ ਤਿਆਗਿਆ ਸੀ ਔਰ ਇਸ ਸੰਸਾਰ ਤੋਂ ਸੱਚਖੰਡ ਗਏ ਸੀ। ਅੱਜ ਉਹਨਾਂ ਦਾ ਇਹ ਦਿਹਾੜਾ ਹੈ ਔਰ ਅੱਜ ਜਦੋਂ ਆਪਾਂ ਉਹਨਾਂ ਲੋਕਾਂ ਨੂੰ ਵੇਖਦੇ ਹਾਂ, ਕਈ NGO ਚੱਲ ਰਹੇ ਨੇ ਔਰ ਉਹਨਾਂ ਤੇ ਵਿਵਾਦ ਚੱਲਦੇ ਆ, ਕੋਈ ਪੈਸੇ ਖਾ ਗਿਆ, ਕੋਈ ਲੈ ਗਿਆ, ਕੋਈ ਰਹਿ ਗਿਆ, ਬੜੇ ਉਹਨਾਂ ਤੇ ਦੂਸ਼ਣ ਲੱਗਦੇ ਨੇ। ਪਰ ਕਮਾਲ ਦੀ ਗੱਲ ਹੈ, ਇੱਕ ਬਿਲਕੁਲ ਹੀ ਛੋਟੇ ਜਿਹੇ ਬੱਚੇ ਨੂੰ ਆਪਣੀ ਗੋਦ ਤੋਂ ਚੁੱਕ ਕੇ ਤੁਰਨਾ ਔਰ ਪਿੰਗਲਵਾੜੇ ਵਰਗੀ ਸੰਸਥਾ ਖੜੀ ਕਰ ਦੇਣੀ, ਇੱਕ ਇੱਕ ਜਿਹੜੀ ਕਹਿ ਲਓ ਉਹਨਾਂ ਦੇ ਹੱਥੀਂ ਲਾ ਕੇ, ਐਡੀ ਵੱਡੀ ਸੰਸਥਾ ਔਰ ਐਡਾ ਸਿੰਪਲ ਜੀਵਨ। ਜਦੋਂ ਆਪਾਂ ਗਿਆਨੀ ਭਗਤ ਜੀ ਦੀ ਜੀਵਨ ਨੂੰ ਵੇਖਦੇ ਹਾਂ ਤੇ ਬੜਾ ਮਨ ਨੂੰ ਇੱਕ ਸ਼ਾਂਤੀ ਜੀ ਮਿਲਦੀ ਹੈ। ਸੋ ਜਦੋਂ ਤੁਹਾਡੇ ਕਿਰਦਾਰ ਹੋਣ ਤੇ ਲੋਕ ਸਦੀਆਂ ਤੱਕ ਤੁਹਾਨੂੰ ਯਾਦ ਕਰਦੇ ਆ। ਅੱਜ ਵੀ ਭਗਤ ਜੀ ਨੂੰ ਆਪਾਂ ਯਾਦ ਕਰਦੇ ਹਾਂ ਕਿ ਭਗਤ ਜੀ ਕਿਸ ਤਰ੍ਹਾਂ ਦਾ ਉਹਨਾਂ ਦਾ ਜੀਵਨ ਸੀ। ਸੋ ਬਿਲਕੁਲ ਜਦੋਂ ਕਿਰਦਾਰ ਬਣਨਗੇ, ਗੁਰੂ ਗਰੀਬ ਨਵਾਜ ਕਿਰਪਾ ਕਰਨ, ਸਾਡੇ ਕਿਰਦਾਰ ਉਸ ਤਰ੍ਹਾਂ ਖੜੇ ਹੋਣ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ। ਤੇ ਬਾਕੀ ਭਾਈ ਭੁਪਿੰਦਰ ਸਿੰਘ ਜੀ, ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹਾਂ ਜੀ, ਤੁਸੀਂ ਸ਼ੋਅ ਦੇ ਵਿੱਚ ਆਏ ਆ, ਸਮਾਂ ਸਾਡਾ ਨੇੜੇ ਆ ਗਿਆ ਤੇ ਤੁਸੀਂ ਜਿਹੜੇ ਮੈਂ ਸਮਝਦਾ ਤੁਹਾਡੇ ਕੋਲ ਸਬੂਤ ਵੀ ਸੀਗੇ। ਭਾਈ ਭੁਪਿੰਦਰ ਸਿੰਘ ਜੀ, ਬੇਨਤੀ ਇੱਦਾਂ ਆ, ਸਾਡੀ ਇਹ ਜ਼ਿੰਮੇਵਾਰੀ ਹੁੰਦੀ ਹੈ, ਜੇ ਤੁਹਾਡੇ ਕੋਲ ਸਬੂਤ ਵੀ ਹੋਣ, ਜਦ ਤੱਕ ਅਸੀਂ ਜੇ ਕੋਵਿਡ ਕਰਕੇ ਅਸੀਂ ਦੂਰ ਬੈਠੇ ਹਾਂ, ਤੇ ਜੇ ਆਪ ਜੀ ਸ਼ੋਅ ਦੇ ਵਿੱਚ ਹੋਵੋ, ਤੁਹਾਡੇ ਕੋਲ ਦਸਤਾਵੇਜ਼, ਤੁਹਾਡੇ ਡਾਕੂਮੈਂਟਸ ਕੋਲ ਹੋਣ ਤੇ ਸੰਗਤ ਨੂੰ ਅਸੀਂ ਕੈਮਰੇ ਦਿਖਾ ਦਈਏ, ਫਿਰ ਤਾਂ ਅਸੀਂ ਉਹਨੂੰ ਅਲਾਓ ਕਰਦੇ ਹਾਂ। ਕਿਉਂਕਿ ਦੇਖੋ ਭਾਈ ਸਾਹਿਬ ਜੀ, ਇੱਦਾਂ ਦੇ ਜਿਹੜੇ ਬਿਆਨ ਹੁੰਦੇ ਆ ਬਈ ਮੈਂ ਸਮਝਦਾ ਤੁਹਾਡੇ ਕੋਲ ਪ੍ਰੂਫ ਹੋਣਗੇ, ਪਰ ਜਦ ਤੱਕ ਅਸੀਂ ਸੰਗਤ ਦੇ ਅੱਗੇ ਪੇਸ਼ ਨਹੀਂ ਕਰਦੇ, ਇਹ ਸਾਡੀ ਜ਼ਿੰਮੇਵਾਰੀ ਹੁੰਦੀ ਹੈ ਬਈ ਵੀ ਅਸੀਂ ਜਿਹੜੇ ਬਿਆਨ ਉਹਨੂੰ ਵੈਟ ਨਹੀਂ ਕਰ ਸਕਦੇ। ਇੱਕ ਦਾਇਰਾ ਹੁੰਦਾ ਹੈ, ਬਿਲਕੁਲ ਮੈਂ ਸਮਝਦਾ ਜੀ। ਐਬਸੋਲੂਟਲੀ ਸਾਰੀ ਲਿਮਿਟੇਸ਼ਨਸ ਹੈ ਕੋਵਿਡ ਕਰਕੇ, ਪਰ ਅਸੀਂ ਉਮੀਦ ਕਰਦੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਤੁਹਾਡੇ ਸਬੂਤ ਹੈ ਸੰਗਤ ਤੱਕ ਜ਼ਰੂਰ ਰੱਖੇ ਜਾਣ। ਕਿਉਂਕਿ ਸਾਡਾ ਇੱਕ ਮੈਸੇਜ ਦੇਣਾ ਚਾਹੁੰਦਾ ਕੌਮ ਨੂੰ, ਅਗਰ ਕੌਮ ਸਿੱਧੇ ਰਾਏ ਅਸੀਂ ਕਿਸੇ ਨੂੰ ਵੀ ਸੇਧ ਦੇਣਾ ਚਾਹੁੰਦੇ ਹਾਂ, ਸਿਰਫ 3 ਸ਼ਖਸੀਅਤਾਂ ਦਾ ਵੀ ਅਗਰ ਧਿਆਨ ਰੱਖ ਕੇ ਉਹਨਾਂ ਦੀ ਜੀਵਨ ਸ਼ੈਲੀ ਵੇਖ ਲਈਏ ਔਰ ਉਸ ਪਾਸੇ ਤੁਰ ਪਈਏ ਤੇ ਬੜੀ ਵੱਡੀ ਗੱਲ ਹੈ। ਜਿਵੇਂ ਪ੍ਰਦੀਪ ਸਿੰਘ ਜੀ ਨੇ ਯਾਦ ਕਰਾਤਾ ਭਗਤ ਪੂਰਨ ਸਿੰਘ ਜੀ, ਮੈਂ ਮੇਰੇ ਜੋ ਜ਼ਿੰਦਗੀ ਦਾ ਆਪਣਾ ਜੋ ਮੈਂ ਸਾਰੀ ਜ਼ਿੰਦਗੀ ਜੋ ਸੇਵਾ ਦੇਖ ਰਿਹਾ ਉਹ ਸਿਰਫ 3 ਬੰਦਿਆਂ ਨੂੰ ਮੇਨ ਮੁੱਖ ਰੱਖ ਕੇ ਕੀਤਾ, ਬਾਬਾ ਬੁੱਢਾ ਜੀ ਨੂੰ, ਸੰਤ ਜਰਨੈਲ ਸਿੰਘ ਪਿੰਡਾਂ ਵਾਲਿਆਂ ਨੂੰ ਤੇ ਭਗਤ ਪੂਰਨ ਸਿੰਘ ਹੋਰਾਂ ਨੂੰ। ਇਹ ਤਿੰਨਾਂ ਦੀ ਜ਼ਿੰਦਗੀ ਔਰ ਇਹਨਾਂ ਦੇ ਕਾਰ ਵਿਹਾਰ ਨੂੰ ਤੁਸੀਂ ਦੇਖੋਗੇ, ਤੁਹਾਡੀ ਜ਼ਿੰਦਗੀ ਜਿਹੜੀ ਸਿੱਖ ਦੀ ਜ਼ਿੰਦਗੀ ਜਿਹੜੀ ਉਹ ਬਿਲਕੁਲ ਸਹੀ ਰਸਤੇ ਤੇ ਔਰ ਗੁਰੂ ਸਾਹਿਬ ਦੇ ਪਾਏ ਪੂਰਨਿਆਂ ਤੇ ਪੂਰੇ ਚੱਲੇਗੀ। ਮੇਰੇ ਸਿਰਫ ਇਹ ਬੇਨਤੀ ਹੈ ਵੀ ਇਹ ਤਿੰਨਾਂ ਦੀ ਸ਼ਖਸੀਅਤਾਂ ਦਾ ਨੂੰ ਪੜ੍ਹਿਆ ਕਰੋ, ਉਹਨਾਂ ਨੂੰ ਸਮਝਿਆ ਕਰੋ ਔਰ ਉਹਨਾਂ ਜਿਸ ਤਰ੍ਹਾਂ ਦੀ ਉਹਨਾਂ ਦੀ ਕਾਰਜਸ਼ੈਲੀ ਰਹੀ ਹੈ, ਅਗਰ ਅਸੀਂ ਆਪਣੇ ਜੀਵਨ ਨੂੰ ਉਹਨਾਂ ਦੇ ਢੰਗ ਨਾਲ ਹੀ, ਤਿੰਨਾਂ ਸ਼ਖਸੀਅਤਾਂ ਦੇ ਢੰਗ ਨਾਲ ਵੀ ਢਾਲ ਲੈਣਾ ਤੇ ਬੜੀ ਵੱਡੀ ਗੱਲ ਹੈ ਕਿ ਅਸੀਂ ਜਿਹੜਾ ਸਿੱਖ ਕੌਮ ਨੂੰ ਫਿਰ ਉਹ ਕਦੀ ਵੀ ਢਾਹ ਨਹੀਂ ਲੱਗ ਸਕਦੀ ਕਿਸੇ ਵੀ ਗੱਲ। ਹਾਂਜੀ, ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ, ਤੁਸੀਂ ਆਪਣੇ ਵਿਚਾਰ ਸਾਡੇ ਤੱਕ ਰੱਖੇ ਆ। ਸੋ ਆਉਣ ਵਾਲੇ ਸਮੇਂ ਵਿੱਚ ਅਸੀਂ ਜਦੋਂ ਕੋਵਿਡ ਰਿਸਟ੍ਰਿਕਸ਼ਨਸ ਈਜ਼ ਹੁੰਦੀਆਂ ਤਾਂ ਭਾਈ ਸਾਹਿਬ ਨੂੰ ਜ਼ਰੂਰ ਬੇਨਤੀ ਕਰਾਂਗੇ ਸਾਡੇ ਕੋਲ ਸਟੂਡੀਓ ਵਿੱਚ ਆਉਣ, ਤੇ ਜਦੋਂ ਅਸੀਂ ਇਕੱਠੇ 3 ਜਿਹੜੇ ਉੱਥੇ ਬੈਠਾਂਗੇ ਤਾਂ ਉਸ ਵੇਲੇ ਫਿਰ ਜਿਹੜੇ ਨਾ ਕੋਈ ਡਾਕੂਮੈਂਟਸ ਆ ਸੰਗਤ ਦੇ ਮੋਹਰੇ ਪੇਸ਼ ਕਰਾਂਗੇ। ਤੇ ਬਾਕੀ ਸਾਡਾ ਇਹੀ ਇੱਕ ਜਿਹੜਾ ਸਾਡਾ ਇੱਕ ਕੋਸ਼ਿਸ਼ ਹੁੰਦੀ ਹੈ ਸ਼ੋਅ ਦੇ ਨਾਲ, ਉਹ ਇਹ ਆ ਵੀ ਸੰਗਤ ਨੂੰ ਜਾਗਰੂਕ ਕਰਾਇਆ ਜਾਵੇ, ਕਿਉਂਕਿ ਸੰਗਤ ਜਦ ਤੱਕ ਜਿਹੜੇ ਪ੍ਰੂਫ ਉਹਨਾਂ ਕੋਲ ਸਾਹਮਣੇ ਨਹੀਂ ਆਉਂਦੇ ਤਦ ਤੱਕ ਉਹ ਇੱਕ ਇਨਫੋਰਮ ਡਿਸੀਜਨ ਬਣਾਉਣ, ਜਿਹਦੇ ਕਰਕੇ ਉਹ ਆਪਣਾ ਜਿਹੜਾ ਵੋਟ ਆ ਜਾਂ ਆਪਣੀ ਸੋਚ ਆ ਜਾਂ ਆਪਣੀ ਇੰਡੋਰਸਮੈਂਟਸ ਆ ਉਹ ਸਹੀ ਕੈਂਡੀਡੇਟ ਕੋਲ ਦੇਣ, ਤਾਂ ਕਿ ਸਾਡੇ ਦੇਸ਼ ਪੰਥ ਤੇ ਸਾਰਿਆਂ ਦੀ ਤਰੱਕੀ ਹੋਵੇ। ਜਦ ਤੱਕ ਸਾਡਾ ਪੰਥ ਤਰੱਕੀ ਨਹੀਂ ਕਰਦਾ, ਭਾਵੇਂ ਅਸੀਂ ਜਿੰਨੇ ਮਰਜ਼ੀ ਮਿਲੀਅਨਰ ਬਣ ਜਾਈਏ, ਮਲਟੀ ਮਿਲੀਅਨਰ ਬਣ ਜਾਈਏ, ਬਿਲੀਅਨਰ ਬਣ ਜਾਈਏ, ਪਰ ਸਾਡੀ ਉਹ ਔਕਾਤ ਹੈ ਜਿਹੜੀ ਉਹ ਉੱਥੇ ਜਿਹੜਾ ਮਕਾਮ ਹੈ ਲਾਈਫ ਦੇ ਵਿੱਚ, ਉਹ ਅਸੀਂ ਕਦੇ ਉੱਥੇ ਤੱਕ ਪਹੁੰਚਾ ਨਹੀਂ ਸਕਦੇ। ਕਿਉਂਕਿ ਅਖੀਰਲੇ ਜੋ ਮਰਜ਼ੀ, ਭਾਵੇਂ ਕੋਈ ਮੋਨਾ ਹੋਵੇ, ਕੋਈ ਅੰਮ੍ਰਿਤਧਾਰੀ ਹੋਵੇ ਜਾਂ ਕੋਈ ਸਿੰਘ ਹੋਵੇ, ਉਹ ਅਸੀਂ ਆਪਣੇ ਜਿਹੜਾ ਸਿੱਖ ਕਹਾਉਂਦਾ ਹੈ, ਗੁਰੂ ਨਾਨਕ ਨਾਮ ਲੇਵਾ, ਆਪਣੇ ਗੁਰੂ ਨਾਨਕ ਦੇਵ ਜੀ ਨੂੰ ਇਸ਼ਟ ਮੰਨਦਾ ਆ। ਸਾਡੀ ਚੜ੍ਹਦੀ ਕਲਾ ਜਦ ਤੱਕ ਹੋਵੇਗੀ, ਜਦ ਤੱਕ ਸਾਡੇ ਧਾਰਮਿਕ ਅਦਾਰੇ ਜਿਹੜੇ ਆ ਉਹ ਚੜ੍ਹਦੀ ਕਲਾ ਤੇ ਆਉਣਗੇ। ਸਾਡੇ ਜਿਹੜੀ ਲੀਡਰਸ਼ਿਪ ਆ ਉਹ ਸਰਦਾਰ ਜਥੇਦਾਰ ਬਾਬਾ ਅਕਾਲੀ ਫੂਲਾ ਸਿੰਘ ਵਰਗੇ ਹੋਣ ਜਥੇਦਾਰ, ਜਾਂ ਫਿਰ ਮਹਾਰਾਜਾ ਰਣਜੀਤ ਸਿੰਘ ਵਰਗੇ, ਜਿਨ੍ਹਾਂ ਨੇ ਇੱਕ ਐਡੀ ਵੱਡੀ ਮਿਸਾਲ ਏਸ਼ੀਆ ਦੇ ਵਿੱਚ ਕਾਇਮ ਕਰਤੀ, ਇੰਨੀ ਵੱਡੀ ਉਹਨਾਂ ਨੇ ਮਿਸਾਲ ਕਾਇਮ ਕਰਤੀ ਕਿ ਅੱਜ ਤੱਕ ਲੋਕ ਉਸ ਰਿਆਸਤ ਦੀਆਂ, ਉਸ ਰਾਜ ਦੀਆਂ ਅੱਜ ਤੱਕ ਉਹ ਜਿਹੜੀ ਮਿਸਾਲਾਂ ਦਿੰਦੇ ਆ। ਸੋ ਐਸੇ ਵਿਚਾਰ ਅਸੀਂ ਤੁਹਾਡੇ ਤੱਕ ਆ ਕੇ ਲੈ ਕੇ ਆਉਂਦੇ ਰਹਾਂਗੇ। ਭਾਈ ਪ੍ਰਦੀਪ ਸਿੰਘ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਨਾਲ ਭਾਈ ਭੁਪਿੰਦਰ ਸਿੰਘ ਜੀ ਸਾਧੂ ਜੀ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ, ਜਿਹੜੇ ਸਾਡੇ ਨਾਲ ਜੁੜੇ ਆ। ਔਰ ਇਹਨਾਂ ਨਾਲ ਫਿਰ ਅਗਲੇ ਐਪੀਸੋਡ ਦੇ ਵਿੱਚ, ਅਗਲੇ ਹਫ਼ਤਿਆਂ ਵਿੱਚ ਵੀ ਅਸੀਂ ਗੱਲਬਾਤ ਜਾਰੀ ਰੱਖਾਂਗੇ।
ਸੋ ਜਦ ਤੱਕ ਅਮਰ ਸਿੰਘ ਨੂੰ ਦਿਓ ਇਜਾਜ਼ਤ। ਜਿਸ ਤਰ੍ਹਾਂ ਤੁਹਾਨੂੰ ਸ਼ੋਅ ਪਸੰਦ ਆਇਆ ਹੋਵੇ ਜ਼ਰੂਰ ਤੁਹਾਡੇ ਰਿਐਕਸ਼ਨ ਹੈ ਜਿਹੜੇ ਈਮੇਲ ਹੈ ਫੀਡਬੈਕ ਹੈ ਸਾਡੇ ਤੱਕ ਤੁਸੀਂ ਪਹੁੰਚਾਉਂਦੇ ਰਹੋ ਤੇ ਅਗਲੇ ਹਫਤੇ ਇੱਕ ਨਵਾਂ ਸ਼ੋਅ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਜਦ ਤੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।